ਇਹ ਜੀ ਰਵਾਇਤੀ ਫਸਲਾਂ ਤੋਂ ਮਤਲਬ 1.5 ਤੋਂ 2 ਗੁਣਾ ਵੱਧ ਤੁਹਾਨੂੰ ਪ੍ਰੋਫਿਟ ਦਿੰਦੀ ਹੈ, ਪਰ ਇਹ ਦਿੰਦੀ ਤਾਂ ਜੇ ਜਾਣੀ ਆਪਾਂ ਰਿਟੇਲ ਕਰਦੇ ਹਾਂ। ਪਹਿਲਾ ਸਾਲ ਜਾਣੀ ਇਮਤਿਹਾਨ ਦਾ ਸਾਲ ਹੀ ਸੀਗਾ ਜੀ, ਉਦੋਂ ਅਸੀਂ ਆਪ ਮਤਲਬ ਮੈਂ ਪਿੰਡਾਂ ਜਾ ਕੇ ਗੁਰਦੁਆਰਾ ਸਾਹਿਬ ਖੜ੍ਹ ਕੇ ਬੋਲਣਾ ਅਤੇ ਇੱਦਾਂ ਅਸੀਂ ਹੌਲੀ ਹੌਲੀ ਸੇਲ ਕੀਤੀ ਜੀ। ਪਹਿਲਾਂ ਲੋਕਾਂ ਨੇ ਕਿਸੇ ਨੇ ਪਾਈ ਆ, ਕਿਸੇ ਨੇ ਪਹਿਲਾਂ ਅਸੀਂ ਬਹੁਤ ਫਰੀ ਵੀ ਦਿੱਤੀ ਲੋਕਾਂ ਨੂੰ ਵੀ ਅਗਲੇ ਨੂੰ ਪਤਾ ਲੱਗੇ ਕੁਆਲਿਟੀ ਦਾ, ਕਿਉਂਕਿ ਆਪਾਂ ਨੂੰ ਆਪਦੀ ਕੁਆਲਿਟੀ 'ਤੇ ਭਰੋਸਾ ਸੀਗਾ ਵੀ ਅਗਲੇ ਨੇ ਜਿਹਨੇ ਇੱਕ ਵਾਰੀ ਖਾ ਲਈ ਉਹ ਬਾਅਦ 'ਚ ਆਪਣੇ ਕੋਲ ਆਊਗਾ ਜੀ। ਅਤੇ ਇੱਦਾਂ ਹੀ ਕਰਦੇ ਜੀ ਫਿਰ ਉਹ ਮਤਲਬ ਜਿਵੇਂ ਫੋਰਨ ਵੀ ਜਾਣ ਲੱਗ ਗਈ ਜੀ। ਜਿਵੇਂ ਹੁਣ ਕੈਨੇਡੀਅਨ ਕੰਪਨੀ ਹੈ ਜੀ, ਉਹ ਆਪਣੇ ਤੋਂ ਮਤਲਬ ਲੈ ਜਾਂਦੀ ਆ ਅਤੇ ਉਹ ਮਤਲਬ ਆਪਾਂ ਨੂੰ ਆਪਣਾ ਪ੍ਰਾਈਸ ਦੇ ਦਿੰਦੇ ਨੇ ਜੀ। ਉਹ ਅੱਗੇ ਮਤਲਬ ਆਪਦਾ ਜਿਵੇਂ ਵੀ ਉਹਨਾਂ ਤੋਂ ਸੇਲ ਹੁੰਦੀ ਹੈ ਅਤੇ ਬ੍ਰੈਂਡ ਕਰਕੇ ਉਹ ਸੇਲ ਕਰ ਲੈਂਦੇ ਨੇ ਜੀ। ਜਿਵੇਂ ਹਲਦੀ ਹੈ, ਇਹਦੇ ਵਿੱਚ ਕਈ ਕਿਸਮ ਦੀਆਂ ਮਿਲਾਵਟਾਂ ਹੁੰਦੀਆਂ ਨੇ ਜੀ। ਤਾਂ ਜਿਵੇਂ ਜਿਹੜੀਆਂ ਚੰਗੀਆਂ ਕੰਪਨੀਆਂ ਨੇ ਉਹ ਸਟਾਰਚ ਪਾਉਂਦੀਆਂ ਨੇ ਡਾਈ ਦੇ ਕੇ ਜੀ। ਤਾਂ ਜਿਹੜੀਆਂ ਮਤਲਬ ਜਿਵੇਂ ਚੌਲਾਂ ਦੀ ਕਣਕੀ ਪੈਂਦੀ ਹੈ, ਇੱਥੋਂ ਤੱਕ ਕਿ ਮਿੱਟੀ ਵੀ ਪੈਂਦੀ ਹੈ। ਸਾਡੇ ਕੋਲ 9 ਏਕੜ ਦੀ ਕਰੋਪ ਆ, ਪਰ ਫਿਰ ਵੀ ਲੱਗ ਰਿਹਾ ਵੀ ਮੁੱਕ ਜੂਗੀ ਜਿਹੜੇ ਹਿਸਾਬ ਨਾਲ ਜਿੰਨੀ ਸਪੀਡ 'ਤੇ ਜਾ ਰਹੀ ਹੈ, ਕਿਉਂਕਿ ਜਿਹੋ ਜਿਹਾ ਮਤਲਬ ਅਸੀਂ ਪ੍ਰੋਡਕਸ਼ਨ ਵਧਾ ਲਈ ਉਹੋ ਜਿਹਾ ਸਾਡਾ ਦਾਇਰਾ ਵੀ ਵੱਧ ਗਿਆ। ਹੁਣ ਸਾਡੇ ਕੋਲ ਲੋਕ ਬਹੁਤ ਦੂਰੋਂ ਵੀ ਮਤਲਬ ਲੈਣ ਆਉਂਦੇ ਹੈਗੇ ਜੀ। ਅਗਲਾ 1000 ਰੁਪਏ ਦਾ ਤੇਲ ਮਚਾ ਕੇ ਆਵੇ ਅਤੇ 200 ਰੁਪਏ ਕਿੱਲੋ ਦੀ ਹਲਦੀ ਲੈ ਕੇ ਜਾਵੇ ਤਾਂ ਸਾਡੇ ਵਾਸਤੇ ਮਤਲਬ ਇੱਦੋਂ ਮੈਨੂੰ ਨਹੀਂ ਲੱਗਦਾ ਵੀ ਇੱਦੋਂ ਵੱਧ ਮਾਣ ਵਾਲੀ ਕੋਈ ਗੱਲ ਹੋ ਸਕਦੀ ਹੈ। ਸਾਡੇ ਕੋਲ ਘਰੋਂ ਸੇਲ ਆ ਜੀ ਸਾਰੀ, ਅਸੀਂ ਕਿਤੇ ਲੈ ਕੇ ਵੀ ਨਹੀਂ ਜਾਂਦੇ। ਹੁਣ ਤਾਂ ਘਰੋਂ ਹੀ ਅਗਲਾ ਆਪੇ ਆਉਂਦਾ ਅਤੇ ਲੈ ਜਾਂਦਾ ਗਾ ਜੀ। ਅਤੇ ਦੂਰੋਂ ਆਉਂਦੇ ਨੇ ਲੋਕ ਜੀ, ਮਤਲਬ ਬਹੁਤ ਦੂਰੋਂ ਲਵੇ ਲਾਉਣੇ ਦੇ ਪਿੰਡਾਂ 'ਚੋਂ ਹੋਰ ਜੀ ਸਪੈਸ਼ਲ ਆ ਕੇ ਅਗਲਾ ਲੈ ਕੇ ਜਾਂਦਾ ਗਾ ਜੀ। ਫਾਰਮਰਸ ਨੂੰ ਕਹਿਣਾ ਵੀ ਤੁਸੀਂ ਇੱਦਾਂ ਕਰੋ, ਸਲਾਹਾਂ ਦੇਣੀਆਂ ਤਾਂ ਸੌਖਾ ਕੰਮ ਹੈ ਜੀ, ਪਰ ਐਜ਼ ਐਨ ਐਗਜ਼ਾਮਪਲ ਲੀਡ ਕਰਨਾ ਮੈਨੂੰ ਲੱਗਦਾ ਸੀ ਵੀ ਜੇ ਅਸੀਂ ਐਜ਼ ਐਨ ਐਗਜ਼ਾਮਪਲ ਲੀਡ ਕਰਾਂਗੇ ਤਾਂ ਹੀ ਅਸੀਂ ਆਪਦੇ ਜਿਹੜੇ ਬਾਕੀ ਦੇ ਕਿਸਾਨ ਭਰਾ ਨੇ ਜਾਂ ਕੋਈ ਵੀ ਹੈ ਜਿਹੜੇ ਖੇਤੀ ਕਰਦੇ ਨੇ ਉਹਨਾਂ ਨੂੰ ਅਸੀਂ ਕੋਈ ਨਵਾਂ ਰਾਹ ਦਿਖਾ ਸਕਦੇ ਹਾਂ। ਵੱਡੇ ਹੋਣ ਦੇ ਵੀ 2 ਤਰੀਕੇ ਹੁੰਦੇ ਆ ਜੀ। ਇੱਕ ਤਾਂ ਹੁੰਦਾ ਆਪ ਵੱਡੇ ਹੋਣਾ ਜੀ, ਇੱਕ ਹੁੰਦਾ ਇਕੱਠੇ ਹੋ ਕੇ ਵੱਡੇ ਹੋਣਾ ਜੀ, ਮਤਲਬ ਯੂਨਾਈਟ ਹੋ ਕੇ ਵੱਡੇ ਹੋਣਾ। ਤਾਂ ਜਾਣੀ ਮੇਰਾ ਮੰਨਣਾ ਇਹ ਹੈ ਵੀ ਜਿਹੜਾ ਪੰਜਾਬ ਦੇ ਸਾਡੇ ਕਿਸਾਨਾਂ ਕੋਲ ਜਿਹੜਾ ਰਾਹ ਗਾ ਉਹ ਇਹ ਰਾਹ ਗਾ ਵੀ ਅਸੀਂ ਯੂਨਾਈਟ ਹੋ ਕੇ ਵੱਡੇ ਹੋਈਏ। ਮਤਲਬ ਅਸੀਂ ਜਿਹੜੀ ਚੀਜ਼ਾਂ ਪੈਦਾ ਕਰਦੇ ਹਾਂ ਜੇ ਅਸੀਂ ਸਿੱਧੀਆਂ ਮਾਰਕੀਟ ਕਰੀਏ ਅਤੇ ਅਸੀਂ ਇਕੱਠੇ ਹੋ ਕੇ ਮਾਰਕੀਟ ਕਰੀਏ ਤਾਂ ਮਤਲਬ ਇਹਨੂੰ ਅਸੀਂ ਇਹ ਜਿਹੜੀ ਟਾਈਡ ਆ ਇਹਨੂੰ ਅਸੀਂ ਬਦਲ ਸਕਦੇ ਹਾਂ। ਆਪਣੇ ਫਾਰਮਰ ਨਾਲ ਦੇਖ ਲਓ ਤੁਸੀਂ, ਪਿਛਲੇ ਕਿੰਨੇ ਸਾਲਾਂ ਤੋਂ ਐਕਸਪਲੋਇਟੇਸ਼ਨ ਹੀ ਹੋ ਰਹੀ ਆ। ਉਹ ਪੈਦਾ ਕਰਦਾ ਅਤੇ ਉਹ ਮਤਲਬ ਚੀਜ਼ ਉਹਦੀ ਪੈਦਾ ਕਰੀ ਆ, ਉਹਨੇ ਮਿਹਨਤ ਨਾਲ ਪੈਦਾ ਕਰੀ ਆ ਅਤੇ ਉਹ ਮਿਹਨਤਾਂ ਕਰਕੇ ਚੀਜ਼ ਵੇਚਦਾ। ਉਹ ਕਿੰਨੀਆਂ ਜ਼ਿਆਦਾ ਸਾਡੇ ਕੋਲ ਮਤਲਬ ਹੋਰ ਓਪਰਚੁਨਿਟੀਜ਼ ਆ ਜਾਣਗੀਆਂ ਅਤੇ ਅਸੀਂ ਮਾਰਕੀਟ ਵੀ ਕਮਾਂਡ ਕਰਾਂਗੇ ਅਤੇ ਅਸੀਂ ਆਪਦੀ ਚੀਜ਼ ਨੂੰ ਆਪਦਾ ਰੇਟ ਲਾ ਕੇ ਵੇਚਾਂਗੇ। ਨਾ ਕਿ ਇਹ ਹੋਊਗਾ ਵੀ ਅਸੀਂ ਗਏ, ਦੇਖੋ ਅਸੀਂ ਆਮ ਹੀ ਕਹਿੰਦੇ ਹਾਂ ਬਾਈ ਵੀ ਫਸਲ ਸਿੱਟਿਆ ਹੈ ਮੰਡੀ 'ਚ, ਹੈ ਨਾ। ਅਸੀਂ ਇਹ ਕਹਿੰਦੇ ਨਹੀਂ ਵੀ ਅਸੀਂ ਵੇਚ ਕੇ ਆਏ ਹਾਂ, ਕਿਉਂਕਿ ਉਹ ਜਿਹੋ ਜਿਹਾ ਭਾਅ ਸਾਨੂੰ ਮਿਲਦਾ ਉਹ ਸਿੱਟਣ ਵਾਲਾ ਹੀ ਹੁੰਦਾ। ਦੇਖੋ ਜਿਹੜੀਆਂ ਬਾਕੀ ਇੱਕ ਇਹਦੇ 'ਚ ਜਾਣੀ ਦੂਜੀ ਜਿਹੜੀ ਗੱਲ ਆ ਵੀਰੇ, ਉਹ ਮੈਂ ਮਹਿਸੂਸ ਕਰਦਾ ਹੁੰਦਾ ਵੀ ਇਹ ਆ ਵੀ ਜਿਹੜੀ ਮਤਲਬ ਗੌਰਮੈਂਟ ਆ ਗਈ ਉਹਨੇ ਜਾਣੀ ਲੋਕਾਂ ਨੂੰ ਰਜਾ ਕੇ ਰੱਖਣ ਦਾ ਜਿਹੜਾ ਬੋਝ ਹੈਗਾ ਉਹ ਫਾਰਮਰ 'ਤੇ ਪਾ ਰੱਖਿਆ। ਉਹਦੇ ਤੋਂ ਸਿਰਫ ਲਿਆ ਹੀ ਗਿਆ, ਉਹਨੂੰ ਮਤਲਬ ਦਿੱਤਾ ਨਹੀਂ ਗਿਆ। ਤਾਂ ਮਤਲਬ ਫਾਰਮਰ ਕੋਲ ਆਪਦਾ ਹੱਕ ਲੈਣ ਦਾ ਇੱਕੋ ਹੀ ਹੱਲ ਆ ਵੀ ਉਹ ਮਾਰਕੀਟ ਖੁਦ ਕਰੇ। ਜੇ ਉਹ ਮਾਰਕੀਟ ਨੂੰ ਕਮਾਂਡ ਕਰੂਗਾ ਤਾਂ ਕੋਈ ਉਹਨੂੰ ਮਜਬੂਰ ਨਹੀਂ ਕਰ ਸਕਦਾ। ਮੰਨ ਲਓ ਮੇਰੇ ਸਿਰ 'ਤੇ ਛੱਤ ਆ ਅਤੇ ਉਹ ਚਾਹੁੰਦੀ ਆ ਅਤੇ ਮੇਰੇ ਸਿਰ 'ਤੇ ਛੱਤ ਚਾਹੁੰਦੀ ਆ ਤਾਂ ਉਹ ਇੱਕ ਪਾਲਿਸੀ ਫੇਲੀਅਰ ਹੋ ਸਕਦਾ ਵੀ ਮੈਨੂੰ ਮਤਲਬ ਇਕੁਅਲ ਓਪਰਚੁਨਿਟੀ ਨਹੀਂ ਮਿਲੀ ਜਾਂ ਮੈਨੂੰ ਕੰਮ ਨਹੀਂ ਮਿਲਿਆ, ਬੇਰੁਜ਼ਗਾਰੀ ਆ, ਪਾਲਿਸੀ ਫੇਲੀਅਰ ਆ। ਪਰ ਕੀ ਮੈਂ ਮਤਲਬ ਉਹ ਚਾਹੁੰਦੀ ਛੱਤ ਥੱਲੇ ਬੈਠਾ ਰਹਾਂ ਵੀ ਪਾਲਿਸੀ ਫੇਲੀਅਰ ਕਹਿ ਕੇ। DBL 'ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਕੱਟੂ ਵਿਖੇ। ਇੱਥੇ ਅਸੀਂ ਤੁਹਾਨੂੰ ਇੱਕ ਇਸ ਤਰ੍ਹਾਂ ਦੇ ਕਿਸਾਨ ਨਾਲ ਮਿਲਾਵਾਂਗੇ ਜਿਨ੍ਹਾਂ ਨੇ ਆਪਦਾ USA ਜਾਣ ਦਾ ਜਿਹੜਾ ਮੌਕਾ ਸੀ ਉਹ ਛੱਡ ਕੇ ਖੇਤੀ ਨੂੰ ਪਹਿਲ ਦਿੱਤੀ ਹੈ ਅਤੇ ਖੇਤੀ ਵੀ ਉਹ ਜਿਹੜੀ ਹੈਗੀ ਹੈ ਵੱਖਰੀ ਕਿਸਮ ਦੀ ਕਰ ਰਹੇ ਨੇ। ਇਹਨਾਂ ਨੇ 9 ਏਕੜ ਦੇ ਵਿੱਚ ਹਲਦੀ ਲਗਾਈ ਹੈ ਅਤੇ ਹਲਦੀ ਲਗਾ ਕੇ ਇਹਨੂੰ ਵੇਚਣ ਤੱਕ ਦਾ ਜਿਹੜਾ ਇਹਨਾਂ ਦਾ ਪ੍ਰੋਸੈਸ ਹੈ ਉਹ ਪਿਛਲੇ 3 ਸਾਲ ਤੋਂ ਸਫਲਤਾਪੂਰਵਕ ਚਲਾ ਰਹੇ ਨੇ। ਕਿਵੇਂ ਇਹਨਾਂ ਨੇ ਇਸ ਪਾਸੇ ਨੂੰ ਜਿਹੜਾ ਹੱਥ ਵਧਾਇਆ ਅਤੇ ਕੀ ਚੁਣੌਤੀਆਂ ਆਈਆਂ ਅਤੇ ਕਿਵੇਂ ਕਾਮਯਾਬੀ ਵੱਲ ਇਹ ਗਏ ਨੇ, ਆਪਾਂ ਇਹਨਾਂ ਤੋਂ ਸਾਰੀ ਜਾਣਕਾਰੀ ਲਵਾਂਗੇ। ਸਾਡੇ ਨਾਲ ਨੇ ਅਤਿੰਦਰਪਾਲ ਜੀ। ਅਤਿੰਦਰਪਾਲ ਜੀ, ਸਵਾਗਤ ਹੈ ਤੁਹਾਡਾ DBL 'ਤੇ। ਧੰਨਵਾਦ ਜੀ। ਅੱਛਾ, ਤੁਸੀਂ ਇਹ ਦੱਸੋ ਕਿ ਅੱਜ ਦਾ ਜਿਹੜਾ ਮਾਹੌਲ ਹੈ ਅੱਜ ਦੇ ਸਮੇਂ ਦੇ ਵਿੱਚ ਜਿਹਨੂੰ ਕੁਛ ਵੀ ਨਹੀਂ ਕੀਤਾ ਹੋਇਆ, ਸਿਰਫ +2 ਕੀਤੀ ਹੋਈ ਹੈ ਅਤੇ ਆਈਲੈਟਸ ਕਰਕੇ ਬਾਹਰ ਜਾਣ ਨੂੰ ਫਿਰਦਾ ਅਤੇ ਤੁਸੀਂ ਆਪਣੀ ਚੰਗੀ ਭਲੀ ਤੁਹਾਨੂੰ ਫੈਲੋਸ਼ਿਪ ਮਿਲੀ ਹੋਈ ਸੀ, ਤੁਸੀਂ ਮਾਸਟਰ ਕੀਤੀ ਹੈ ਫਸਲ ਵਿਗਿਆਨ ਦੇ ਵਿੱਚ ਅਤੇ ਤੁਸੀਂ ਇੱਧਰ ਮਤਲਬ ਉਹ ਕੈਰੀਅਰ ਛੱਡ ਕੇ ਖੇਤੀ ਵਾਲੇ ਪਾਸੇ ਜਿਹਨੂੰ ਅੱਜ ਘਾਟੇ ਦਾ ਸੌਦਾ ਗਿਣਿਆ ਜਾਂਦਾ ਉੱਧਰ ਆਉਣ ਦਾ ਕਿਉਂ ਸੋਚਿਆ? ਬਈ ਉਹਦੇ 'ਚ ਜੀ ਮਤਲਬ ਜਿਹੜਾ ਪ੍ਰਾਇਮਰੀ ਫੈਕਟਰ ਰਿਹਾ ਉਹ ਇਹ ਸੀਗਾ ਜੀ, ਮਤਲਬ ਜਾਣੀ ਜਿਵੇਂ ਆਪਾਂ ਮਤਲਬ ਮੈਂ ਮਾਹੌਲ ਨੂੰ ਦੇਖ ਰਿਹਾ ਸੀਗਾ ਜੀ, ਤਾਂ ਮੈਨੂੰ ਇਹ ਲੱਗ ਰਿਹਾ ਸੀਗਾ ਵੀ ਦੇਖੋ ਜੇ ਜਿਹੜੀ ਖੇਤੀ ਹੈ ਜਾਂ ਜਿਵੇਂ ਹੁਣ ਦੇਖੋ ਜੀ ਮਤਲਬ ਆਪਾਂ ਨੂੰ ਸਾਡੀਆਂ ਜਿਵੇਂ ਕਹਿ ਲਓ ਜੱਦੀ ਜ਼ਮੀਨਾਂ ਨੇ ਜਾਂ ਕੁਛ ਵੀ ਆਪਾਂ ਨੂੰ ਉਹਨਾਂ ਨਾਲ ਮੋਹ ਪ੍ਰੇਮ ਹੁੰਦਾ ਗਾ ਜੀ, ਹੈ ਨਾ। ਜ਼ਮੀਨ ਦਾ ਜਾਂ ਮਿੱਟੀ ਦਾ ਕਹਿ ਲਓ ਆਪਾਂ ਨੂੰ ਮੋਹ ਹੁੰਦਾ ਜੀ। ਤਾਂ ਜਾਣੀ ਮੈਨੂੰ ਇਹ ਫੀਲ ਹੁੰਦਾ ਸੀਗਾ ਜੀ ਵੀ ਦੇਖੋ ਜੇ ਜਿਹੜੇ ਹਿਸਾਬ ਨਾਲ ਹਾਲਾਤ ਬਦਲ ਰਹੇ ਨੇ ਜੀ, ਜਿਹੜੀਆਂ ਚੇਂਜਿਸ ਐਗਰੀਕਲਚਰ ਦੇ ਸਿਨਾਰੀਓ ਦੇ ਵਿੱਚ ਆ ਰਹੀਆਂ ਨੇ
ਉਹਨਾਂ ਨੂੰ ਦੇਖਦੇ ਹੋਏ ਜਾਣੀ ਜਿਹੜਾ ਆਉਣ ਵਾਲਾ ਟਾਈਮ ਹੈਗਾ ਜੀ ਤਾਂ ਖੇਤੀ ਜਾਂ ਤਾਂ ਆਪ ਕਰਨੀ ਪਊਗੀ ਜੀ ਜਾਂ ਛੱਡ ਕੇ ਕਿਸੇ ਹੋਰ ਸੈਕਟਰ 'ਚ ਮੂਵ ਹੋਣਾ ਪਊਗਾ ਜੀ। ਜਿਹੜਾ ਮਤਲਬ ਅੱਜ ਦਾ ਕਰੰਟ ਹਾਲਾਤ ਨੇ ਜੀ ਬਾਹਲਾ ਚਿਰ ਸਸਟੇਨ ਕਰਨ ਵਾਲੇ ਨਹੀਂ ਹੈਗੇ, ਕਿਉਂਕਿ ਆਪਣੇ ਜਿਹੜੇ ਰਿਸੋਰਸਿਸ ਨੇ ਉਹਨਾਂ ਦੇ ਉੱਤੇ ਇੱਦਾਂ ਦਾ ਮਤਲਬ ਜਿਹੜਾ ਹੈਗਾ ਉਹਨਾਂ ਦੀ ਵਰਤੋਂ ਇਸ ਹਿਸਾਬ ਨਾਲ ਹੋ ਰਹੀ ਆ ਵੀ ਇਹ ਜਿਹੜਾ ਸਿਸਟਮ ਆ ਜਿਹੜਾ ਕਰੰਟ ਚੱਲ ਰਿਹਾ ਹੈਗਾ ਜੀ ਵੀ ਜੀਰੀ ਮਤਲਬ ਲਾਈ ਵੱਢ ਲਈ, ਕਣਕ ਬੀਜੀ ਵੱਢ ਲਈ ਅਤੇ ਮੰਡੀ ਛੱਟੇ, ਇਹ ਕੰਮ ਆ ਜਿਹੜਾ ਬਾਹਲਾ ਚਿਰ ਚੱਲਣ ਵਾਲਾ ਨਹੀਂ ਹੈਗਾ ਜੀ। ਮਤਲਬ ਜਿਵੇਂ ਦੇਖੋ ਵਾਟਰ ਟੇਬਲ ਜਿਹੜੇ ਹਿਸਾਬ ਨਾਲ ਪਿਛਲੇ ਕੁਛ ਸਾਲਾਂ ਤੁਸੀਂ ਦੇਖ ਹੀ ਰਹੇ ਹੋ ਕਿੰਨੀ ਤੇਜ਼ੀ ਨਾਲ ਥੱਲੇ ਜਾ ਰਿਹਾ ਹੈਗਾ। ਅਸੀਂ ਜਿਹੜੇ ਰਿਸੋਰਸਿਸ ਨੇ ਜਿਹੜੇ ਸਾਡੇ ਸਰੋਤ ਨੇਗੇ ਉਹਨਾਂ 'ਤੇ ਇੰਨਾ ਜ਼ਿਆਦਾ ਪ੍ਰੈਸ਼ਰ ਬਣਾਤਾ ਹੋਇਆ ਵੀ ਜਿਹੜੇ ਆਉਣ ਵਾਲੇ ਹਾਲਾਤ ਨੇ ਉਹ ਖੇਤੀ ਦੇ ਕਹਿ ਲਓ ਵੱਡੀਆਂ ਤਬਦੀਲੀਆਂ ਖੇਤੀ ਦੇ ਵਿੱਚ ਆਉਣਗੀਆਂ ਅਤੇ ਆਉਣ ਵਾਲੇ ਸਮੇਂ 'ਚ ਖੇਤੀ ਉਹੀ ਬੰਦਾ ਕਰੂਗਾ ਜਿਹੜਾ ਆਪ ਖੇਤੀ ਕਰੂਗਾ। ਮਤਲਬ ਤੁਹਾਡੇ ਕੋਲ ਜ਼ਮੀਨ ਤਾਂ ਰਹੂਗੀ ਜੇ ਤੁਸੀਂ ਖੇਤੀ ਕਰੋਗੇ। ਅਤੇ ਖੇਤੀ ਵੀ ਜਿਹੜੀ ਦੇਖੋ ਜਿਵੇਂ ਵੈਸਟ ਦੇ ਵਿੱਚ ਇੱਕ ਟਾਈਮ 'ਤੇ ਇੱਕ ਮੂਵਮੈਂਟ ਆਈ ਸੀ ਵੀ ਆਈਦਰ ਯੂ ਗੋ ਬਿਗ ਔਰ ਯੂ ਗੋ ਹੋਮ, ਐਗਰੀਕਲਚਰ ਜੀ ਆਈ ਸੀ ਜੀ, ਤਾਂ ਉਹ ਆਪਣੇ ਦੇਸ਼ 'ਚ ਵੀ ਆਊਗੀ। ਮਤਲਬ ਆਉਣ ਵਾਲਾ ਜਿਹੜਾ ਸਮਾਂ ਉਹ ਖੇਤੀ ਦੇ ਵਿੱਚ ਇੱਦਾਂ ਦਾ ਹੀ ਆਊਗਾ। ਅਤੇ ਇਸ ਕਰਕੇ ਮੈਨੂੰ ਸੀਗਾ ਵੀ ਆਪਾਂ ਆਪਦਾ ਜਿਹੜਾ ਪਿਤਾ ਪੁਰਖੀ ਕਿੱਤਾ ਗਾ ਉਹਨੂੰ ਛੱਡਣ ਦੀ ਬਜਾਏ ਉਹਦੇ ਤੋਂ ਭੱਜ ਕੇ ਕਿਸੇ ਹੋਰ ਉਹਦੇ ਵਿੱਚ ਜਾਣ ਦੀ ਬਜਾਏ ਅਤੇ ਆਪਾਂ ਇਹਨੂੰ ਸਾਂਭੀਏ ਅਤੇ ਇਹਨੂੰ ਮਤਲਬ ਦੇਖੋ ਜੇ ਇੱਕ ਐਗਰੀਕਲਚਰ ਸਾਇੰਟਿਸਟ ਬਣ ਕੇ ਫਾਰਮਰਸ ਨੂੰ ਕਹਿਣਾ ਵੀ ਤੁਸੀਂ ਇੱਦਾਂ ਕਰੋ, ਸਲਾਹਾਂ ਦੇਣੀਆਂ ਤਾਂ ਸੌਖਾ ਕੰਮ ਆ ਜੀ, ਪਰ ਐਜ਼ ਐਨ ਐਗਜ਼ਾਮਪਲ ਲੀਡ ਕਰਨਾ ਮੈਨੂੰ ਲੱਗਦਾ ਸੀ ਵੀ ਜੇ ਅਸੀਂ ਐਜ਼ ਐਨ ਐਗਜ਼ਾਮਪਲ ਲੀਡ ਕਰਾਂਗੇ ਤਾਂ ਹੀ ਅਸੀਂ ਆਪਦੇ ਜਿਹੜੇ ਬਾਕੀ ਦੇ ਕਿਸਾਨ ਭਰਾ ਨੇ ਜਾਂ ਕੋਈ ਵੀ ਹੈ ਜਿਹੜੇ ਖੇਤੀ ਕਰਦੇ ਨੇ ਉਹਨਾਂ ਨੂੰ ਅਸੀਂ ਕੋਈ ਨਵਾਂ ਰਾਹ ਦਿਖਾ ਸਕਦੇ ਹਾਂ। ਉਹ ਤਾਂ ਦਿਖਾ ਸਕਦੇ ਹਾਂ ਜੇ ਅਸੀਂ ਆਪ ਕਰਾਂਗੇ। ਜੇ ਹੁਣ ਮਤਲਬ ਏਸੀ ਦਫ਼ਤਰ 'ਚ ਬਹਿ ਕੇ ਫਾਰਮਰ ਨੂੰ ਸਲਾਹ ਦੇਣੀ ਬੜਾ ਸੌਖਾ ਕੰਮ ਹੈ ਜੀ, ਜਿਹੜਾ ਯੂਨੀਵਰਸਿਟੀਆਂ ਬਹੁਤ ਸਾਲਾਂ ਤੋਂ ਕਰ ਰਹੀਆਂ ਨੇ। ਹਾਂਜੀ ਬਿਲਕੁਲ। ਅਤੇ ਚਲੋ ਖੈਰ ਯੂਨੀਵਰਸਿਟੀ ਦਾ ਦੇਖੋ ਜੀ ਕੰਮ ਹੋਰ ਆ, ਯੂਨੀਵਰਸਿਟੀ ਹੈ ਜਿਹੜੀ ਉਹਦਾ ਕੰਮ ਰਿਸਰਚ ਆ ਅਤੇ ਉਹ ਰਿਸਰਚ ਕਰਕੇ ਆਪਦੀ ਜਿਹੜੀ ਆਊਟਪੁੱਟ ਆ ਉਹ ਦੇ ਰਹੇ ਨੇ। ਮਤਲਬ ਅੱਜ ਸਾਨੂੰ ਕਿਵੇਂ ਵੀ ਲੱਗਦਾ ਹੋਵੇ ਪਰ ਇੱਥੇ ਆਉਣ ਦਾ ਜਿਹੜਾ ਮਤਲਬ ਜਿਹੜੀ ਪੰਜਾਬ ਦੀ ਜਿਹੜੀ ਕਹਿ ਲਓ ਪ੍ਰੋਡਕਸ਼ਨ ਜਾਂ ਜੋ ਵੀ ਆ ਤਾਂ ਹਾਂ ਮਤਲਬ ਉਹ ਸਾਡੇ ਜਿਹੜੇ ਮਤਲਬ ਵਿਗਿਆਨੀ ਨੇ ਉਹਨਾਂ ਦੀ ਕੰਟਰੀਬਿਊਸ਼ਨ ਤੋਂ ਬਿਨਾਂ ਇਹ ਕਦੇ ਸੰਭਵ ਵੀ ਨਹੀਂ ਸੀਗਾ। ਅਸੀਂ ਮਤਲਬ ਭੁੱਖੇ ਮਰਦਿਆਂ ਤੋਂ ਅਸੀਂ ਅੰਨਦਾਤੇ ਬਣੇ ਆ, ਤਾਂ ਇਹ ਮਤਲਬ ਉਹਨਾਂ ਦੀ ਕੰਟਰੀਬਿਊਸ਼ਨ ਤੋਂ ਬਿਨਾਂ ਨਹੀਂ ਹੈਗਾ। ਅਤੇ ਪਰ ਜਿਹੜੀਆਂ ਨੋਨ ਪ੍ਰੈਕਟੀਕਲ ਜਿਹੜੀਆਂ ਸਲਾਹਾਂ ਨੇਗੀਆਂ ਜਿਵੇਂ ਉਹ ਫਾਰਮਰ ਨੂੰ ਮਤਲਬ ਚਲੋ ਦੇਖੋ ਜਿਹੜਾ ਬੰਦਾ ਜੀ ਫੀਲਡ ਤੋਂ ਦੂਰ ਰਹਿੰਦਾ ਗਾ ਉਹ ਜਿਹੜੀ ਸਲਾਹ ਦਿੰਦਾ ਉਹ ਹਮੇਸ਼ਾ ਨੋਨ ਪ੍ਰੈਕਟੀਕਲ ਹੀ ਹੁੰਦੀ ਆ, ਕਿਉਂਕਿ ਉਹਨੇ ਆਪ ਦੇਖਿਆ ਨਹੀਂ ਹੁੰਦਾ ਵੀ ਉਹ ਕੀ ਹੁੰਦਾ ਗਾ। ਤਾਂ ਕਰਕੇ ਮੈਨੂੰ ਸੀਗਾ ਜੀ ਵੀ ਆਪਾਂ ਆਪ ਖੇਤੀ ਕਰੀਏ ਅਤੇ ਖੇਤੀ ਕਰਕੇ ਪਹਿਲਾਂ ਮਤਲਬ ਆਪ ਦੇਖੀਏ ਵੀ ਕੀ ਹੋ ਸਕਦਾ, ਫੇਰ ਹੀ ਕਿਸੇ ਨੂੰ ਰਾਇ ਦਿੱਤੀ ਜਾਵੇ। ਪਰ ਇਹ ਹੈ ਵੀ ਜਿਹੜਾ ਇਹ ਫੀਲਡ ਹੈ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਇਹ ਫੀਲਡ ਹੈ ਜਿਹੜਾ ਖੇਤੀ ਵਾਲਾ ਇਹ ਕੋਈ ਲਾਹੇਵੰਦ ਕਿੱਤਾ ਨਹੀਂ ਮੰਨਿਆ ਜਾਂਦਾ ਅੱਜ ਦੀ ਡੇਟ ਦੇ ਵਿੱਚ, ਹੈ ਨਾ। ਸੰਭਾਵਨਾਵਾਂ ਹੈਗੀਆਂ ਨੇ ਜਿਵੇਂ ਤੁਸੀਂ ਕਿਹਾ ਵੀ ਇਹਨੂੰ ਜਾਂ ਤੁਹਾਨੂੰ ਵੱਡੇ ਬਣਨਾ ਪਊਗਾ ਜਾਂ ਤੁਹਾਨੂੰ ਖੇਤੀ 'ਚੋਂ ਬਾਹਰ ਹੋਣਾ ਪਊਗਾ, ਹੈ ਨਾ। ਜੋ ਹੁਣ ਦੀ ਰਿਐਲਿਟੀ ਹੈ ਮਾਰਕੀਟ ਓਰੀਐਂਟਡ ਜਿਹੜੀ ਖੇਤੀ ਹੋ ਰਹੀ ਹੈ ਉਹਦੇ 'ਚ ਮਤਲਬ ਇਹੀ ਹੈਗਾ ਕੰਪੀਟ ਉਹੀ ਕਰੂਗਾ, ਹੈ ਨਾ। ਅਤੇ ਪਰ ਇਹ ਹੈ ਵੀ ਇਹਦੇ ਹਾਲੇ ਕੋਈ ਚਾਂਸ ਉਵੇਂ ਦਿਸ ਨਹੀਂ ਰਹੇ। ਮਤਲਬ ਇਹ ਚੁਣੌਤੀ ਵਾਲਾ ਕੰਮ ਹੈ ਮੇਰੇ ਹਿਸਾਬ ਨਾਲ ਵੀ ਤੁਸੀਂ ਚੁਣੌਤੀ ਕਬੂਲ ਕੀਤੀ ਇੱਕ। ਇਹ ਬਿਲਕੁਲ ਚੁਣੌਤੀ ਹੈ ਜੀ, ਪਰ ਜਿਵੇਂ ਮਤਲਬ ਆਪਾਂ ਗੱਲ ਕਰਦੇ ਹਾਂ ਜੀ ਵੱਡੇ ਹੋਣ ਦੀ, ਮਤਲਬ ਦੇਖੋ ਵੱਡੇ ਹੋਣ ਦੇ ਵੀ ਦੋ ਤਰੀਕੇ ਹੁੰਦੇ ਆ ਜੀ। ਇੱਕ ਤਾਂ ਹੁੰਦਾ ਆਪ ਵੱਡੇ ਹੋਣਾ ਜੀ, ਇੱਕ ਹੁੰਦਾ ਇਕੱਠੇ ਹੋ ਕੇ ਵੱਡੇ ਹੋਣਾ ਜੀ, ਮਤਲਬ ਯੂਨਾਈਟ ਹੋ ਕੇ ਵੱਡੇ ਹੋਣਾ। ਤਾਂ ਜਾਣੀ ਮੇਰਾ ਮੰਨਣਾ ਇਹ ਹੈ ਵੀ ਜਿਹੜਾ ਪੰਜਾਬ ਦੇ ਸਾਡੇ ਕਿਸਾਨਾਂ ਕੋਲ ਜਿਹੜਾ ਰਾਹ ਗਾ ਉਹ ਇਹ ਰਾਹ ਗਾ ਵੀ ਅਸੀਂ ਯੂਨਾਈਟ ਹੋ ਕੇ ਵੱਡੇ ਹੋਈਏ। ਮਤਲਬ ਅਸੀਂ ਜਿਵੇਂ ਗੌਰਮੈਂਟ ਨੇ ਜੀ FPOs ਦਾ ਕੰਸੈਪਟ ਦਿੱਤਾ ਗਾ, ਜਾਣੀ ਜੇ ਅਸੀਂ ਇਕੱਠੇ ਹੋਈਏ, ਇਕੱਠੇ ਹੋ ਕੇ ਅਸੀਂ ਕੋਆਪਰੇਟਿਵ ਖੇਤੀ ਕਰੀਏ, ਮਤਲਬ ਜਿਹਦੇ 'ਚ ਕਿ ਸਾਡਾ ਮਤਲਬ ਨਾਲੇ ਤਾਂ ਸਾਡੇ ਰਿਸੋਰਸਿਸ ਨੇ ਜਿਹੜੇ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਵਰਤੋਂ 'ਚ ਹੋਣ ਅਤੇ ਸਾਡੇ ਕੋਲ ਮਾਰਕੀਟ ਨੂੰ ਕਮਾਂਡ ਕਰਨ ਦੀ ਪਾਵਰ ਆ ਜੀ। ਦੇਖੋ ਜਿੰਨੀ ਮਤਲਬ ਅਸੀਂ ਜਿਹੜੀ ਚੀਜ਼ਾਂ ਪੈਦਾ ਕਰਦੇ ਹਾਂ ਜੇ ਅਸੀਂ ਸਿੱਧੀਆਂ ਮਾਰਕੀਟ ਕਰੀਏ ਅਤੇ ਅਸੀਂ ਇਕੱਠੇ ਹੋ ਕੇ ਮਾਰਕੀਟ ਕਰੀਏ ਤਾਂ ਮਤਲਬ ਇਹਨੂੰ ਅਸੀਂ ਇਹ ਜਿਹੜੀ ਟਾਈਡ ਆ ਇਹਨੂੰ ਅਸੀਂ ਬਦਲ ਸਕਦੇ ਹਾਂ। ਹੁਣ ਦਿੱਕਤ ਕੀ ਹੈ ਜੀ ਵੀ ਮਤਲਬ ਜਿਹੜਾ ਅੱਗੇ ਸਮਾਂ ਸੀਗਾ ਪਹਿਲਾਂ ਸਮਾਂ ਸੀਗਾ ਜਿਹੜਾ ਸ਼ਾਰਟੇਜ ਦਾ ਸਮਾਂ ਸੀਗਾ। ਮਤਲਬ ਚੀਜ਼ਾਂ ਰਿਸੋਰਸ ਘੱਟ, ਚੀਜ਼ ਪੈਦਾ ਘੱਟ ਹੁੰਦੀ ਸੀ ਜਾਂ ਖਾਣਾ ਪੈਦਾ ਘੱਟ ਹੁੰਦਾ ਸੀ ਅਤੇ ਉਹਨੂੰ ਖਾਣ ਵਾਲੇ ਮੂੰਹ ਜ਼ਿਆਦਾ ਸੀਗੇ। ਹੁਣ ਜਿਹੜਾ ਉਦੋਂ ਜਾਣੀ ਜਿਹੜਾ ਤਵਾਜ਼ਨ ਸੀਗਾ ਜਾਂ ਜਿਹੜਾ ਜ਼ੋਰ ਸੀਗਾ ਜਾਂ ਕਹਿ ਲਓ ਜਿਹੜੀ ਤਾਕਤ ਸੀਗੀ ਉਹਦੇ ਹੱਥ 'ਚ ਸੀ ਜਿਹੜਾ ਪੈਦਾ ਕਰਦਾ ਸੀ, ਕਿਉਂਕਿ ਪੈਦਾ ਘੱਟ ਹੋ ਰਿਹਾ ਸੀਗਾ। ਹੁਣ ਪੈਦਾ ਅਸੀਂ ਕਰ ਰਹੇ ਹਾਂ ਸਰਪਲਸ ਦੇ ਵਿੱਚ। ਹੁਣ ਜਿਹੜੀ ਏਜ ਆਫ ਐਕਸੈਸ ਚੱਲ ਰਹੀ ਆ, ਦੇਖੋ ਜੇ ਤੁਸੀਂ ਆਪਦੇ ਆਲੇ ਦੁਆਲੇ ਦੇਖੋਗੇ ਤਾਂ ਹਰੇਕ ਜ਼ਿੰਦਗੀ ਦੇ ਹਰੇਕ ਪੱਖ ਦੇ ਵਿੱਚ ਏਜ ਆਫ ਐਕਸੈਸ ਚੱਲ ਰਹੀ ਆ। ਸਾਡੇ ਕੋਲੇ ਖਾਣਾ ਵੀ ਐਕਸੈਸ ਆ, ਸਾਡੇ ਕੋਲੇ ਐਂਟਰਟੇਨਮੈਂਟ ਵੀ ਐਕਸੈਸ ਆ, ਮਤਲਬ ਹਰੇਕ ਚੀਜ਼ ਸਾਡੇ ਕੋਲੇ ਲੋੜ ਤੋਂ ਵੱਧ ਹੋਈ ਹੋਈ ਆ ਅਤੇ ਸਾਨੂੰ ਮੋਡਰੇਸ਼ਨ ਸਿੱਖਣੀ ਪੈ ਰਹੀ ਆ। ਮਤਲਬ ਇੱਦਾਂ ਦੇ ਹਾਲਾਤ ਨੇ ਜੀ, ਠੀਕ ਹੈ ਜੀ। ਲੋਕਾਂ ਨੂੰ ਡਾਈਟਿੰਗ ਕਰਨੀ ਪੈ ਰਹੀ ਆ ਕਿਉਂਕਿ ਖਾਣਾ ਇੰਨੇ ਅਵੇਲੇਬਲ ਆ। ਕਿੱਥੇ ਇਹ ਹਾਲਾਤ ਸੀਗੇ ਵੀ ਲੋਕ ਭੁੱਖੇ ਮਰ ਰਹੇ ਸੀਗੇ, ਭੁੱਖਮਰੀ ਨਾਲ ਮੌਤਾਂ ਹੁੰਦੀਆਂ ਸੀ, ਫਮੀਨ ਪੈਂਦੇ ਸੀਗੇ। ਤਾਂ ਕਰਕੇ ਜੀ ਹੁਣ ਜਿਹੜਾ ਤਵਾਜ਼ਨ ਆ ਜਾਂ ਜਿਹੜੀ ਤਾਕਤ ਆ ਗਈ ਉਹ ਮਾਰਕੀਟ ਦੇ ਹੱਥ ਚਲੀ ਗਈ। ਮਾਰਕੀਟ ਦੇ ਹੱਥ ਤਾਂ ਚਲੀ ਗਈ ਕਿਉਂਕਿ ਪੈਦਾ ਕਰਨ ਵਾਲਿਆਂ ਦੀ ਗਿਣਤੀ ਤਾਂ ਬਹੁਤ ਆ, ਉਹਨੂੰ ਕੰਜ਼ਿਊਮ ਕਰਨ ਵਾਲਿਆਂ ਦੀ ਜਾਂ ਉਹਨੂੰ ਖਪਤ ਕਰਨ ਵਾਲਿਆਂ ਦੀ ਗਿਣਤੀ ਘੱਟ ਗਈ।
ਉਹਦੇ ਕੰਪੈਰੀਜ਼ਨ ਦੇ ਵਿੱਚ। ਤਾਂ ਕਰਕੇ ਜਿਹੜੀ ਪਾਵਰ ਆ ਉਹ ਮਾਰਕੀਟ 'ਤੇ ਸ਼ਿਫਟ ਹੋ ਗਈ। ਜਿਹੜਾ ਬੰਦਾ ਅੱਜ ਵੇਚ ਸਕਦਾ ਉਹੀ ਕਾਮਯਾਬ ਆ, ਜਿਹੜਾ ਪੈਦਾ ਕਰ ਸਕਦਾ ਉਹਦੇ ਹੱਥ 'ਚ ਤਾਕਤ ਹੀ ਨਹੀਂ ਰਹੀ। ਜਿਹੜਾ ਪੈਦਾ ਕਰ ਰਿਹਾ ਉਹਦੀ ਤਾਂ ਐਕਸਪਲੋਇਟੇਸ਼ਨ ਹੀ ਹੋ ਰਹੀ ਆ ਹਰ ਜਗ੍ਹਾ 'ਤੇ। ਜਿਵੇਂ ਕਿ ਆਪਣੇ ਫਾਰਮਰ ਨਾਲ ਦੇਖ ਲਓ ਤੁਸੀਂ, ਪਿਛਲੇ ਕਿੰਨੇ ਸਾਲਾਂ ਤੋਂ ਐਕਸਪਲੋਇਟੇਸ਼ਨ ਹੀ ਹੋ ਰਹੀ ਆ। ਉਹ ਪੈਦਾ ਕਰਦਾ ਅਤੇ ਉਹ ਮਤਲਬ ਚੀਜ਼ ਉਹਦੀ ਪੈਦਾ ਕਰੀ ਆ, ਉਹਨੇ ਮਿਹਨਤ ਨਾਲ ਪੈਦਾ ਕਰੀ ਆ, ਅਤੇ ਉਹ ਮਿਹਨਤਾਂ ਕਰਕੇ ਚੀਜ਼ ਵੇਚਦਾ। ਉਹ ਕਹਿੰਦਾ ਵੀ ਯਾਰ ਕੋਈ ਤਾਂ ਲੈ ਜਾਓ, ਘੱਟ ਭਾਅ ਲੈ ਜਾਓ, ਵੱਧ ਭਾਅ ਲੈ ਜਾਓ, ਕਿਉਂਕਿ ਪਾਵਰ ਆ ਜਿਹੜੀ ਉਹ ਸ਼ਿਫਟ ਹੋ ਕੇ ਮਾਰਕੀਟ 'ਚ ਵਗ ਗਈ। ਕਿਸਾਨ ਨੂੰ ਮਾਰਕੀਟ ਕਰਨੀ ਨਹੀਂ ਆਉਂਦੀ। ਕਿਸਾਨ ਨੂੰ ਮਾਰਕੀਟ ਦੇਖੋ ਜੀ, ਕਿਸਾਨ ਦੇ ਕਈ ਪ੍ਰੈਕਟੀਕਲ ਸਮੱਸਿਆ ਬਣੀ ਗਈਆਂ ਜੀ। ਦੇਖੋ ਜੇ ਹੁਣ ਇੱਕ ਫਾਰਮਰ ਹੈਗਾ ਜੀ, ਉਹ ਆਪਦਾ ਫੀਲਡ ਦੇਖੂਗਾ, ਜਾਣੀ ਆਪਦੇ ਖੇਤ ਦੇ ਵਿੱਚ ਕੰਮ ਕਰੂਗਾ ਕਿ ਜਾ ਕੇ ਉਹ ਮੰਡੀ 'ਚ ਖੜੂਗਾ। ਤਾਂਹੀਓ ਮੈਂ ਇਹ ਗੱਲ ਕਰਦਾ ਵੀ ਸਾਨੂੰ ਇਕੱਠੇ ਹੋਣਾ ਪਊਗਾ। ਜੇ ਅਸੀਂ ਮੰਨ ਲਓ 10 ਫਾਰਮਰ ਰਲ ਕੇ ਇੱਕ ਗਰੁੱਪ ਬਣਾ ਲਈਏ, ਅੱਡ ਜ਼ਿੰਮੇਵਾਰੀਆਂ ਸਾਰਿਆਂ ਨੂੰ ਅਸਾਈਨ ਹੋ ਗਈਆਂ। ਕੋਈ ਬੰਦਾ ਪੈਦਾ ਕਰ ਰਿਹਾ, ਉਹਦੀ ਦੇਖ ਰੇਖ ਕਰ ਰਿਹਾ, ਦੂਜਾ ਬੰਦਾ ਉਹਦੀ ਪੈਕਿੰਗ ਕਰਵਾ ਰਿਹਾ, ਤੀਜਾ ਬੰਦਾ ਉਹਨੂੰ ਲੈ ਕੇ ਜਾ ਰਿਹਾ, ਚੌਥਾ ਵੇਚ ਕੇ ਆ ਰਿਹਾ, ਕੋਈ ਅਕਾਊਂਟਸ ਦੇਖ ਰਿਹਾ। ਤਾਂ ਮਤਲਬ ਜੇ ਅਸੀਂ ਇਕੱਠੇ ਹੋ ਕੇ ਕੰਮ ਕਰਾਂਗੇ ਤਾਂ ਮਤਲਬ ਇਹਦੀਆਂ ਜਿਹੜੀਆਂ ਸੰਭਾਵਨਾਵਾਂ ਨੇ ਉਹ ਖੁੱਲ੍ਹ ਜਾਣਗੀਆਂ। ਉਹ ਕਿੰਨੀਆਂ ਜ਼ਿਆਦਾ ਸਾਡੇ ਕੋਲੇ ਮਤਲਬ ਹੋਰ ਓਪਰਚੁਨਿਟੀਜ਼ ਆ ਜਾਣਗੀਆਂ, ਅਤੇ ਅਸੀਂ ਮਾਰਕੀਟ ਵੀ ਕਮਾਂਡ ਕਰਾਂਗੇ, ਅਤੇ ਅਸੀਂ ਆਪਦੀ ਚੀਜ਼ ਨੂੰ ਆਪਦਾ ਰੇਟ ਲਾ ਕੇ ਵੇਚਾਂਗੇ। ਨਾ ਕਿ ਇਹ ਹੋਊਗਾ ਵੀ ਅਸੀਂ ਗਏ, ਦੇਖੋ ਅਸੀਂ ਆਮ ਹੀ ਕਹਿੰਦੇ ਹਾਂ ਬਾਈ ਵੀ ਫਸਲ ਸਿੱਟਿਆ ਹੈ ਮੰਡੀ 'ਚ, ਹੈ ਨਾ। ਅਸੀਂ ਇਹ ਕਹਿੰਦੇ ਨਹੀਂ ਵੀ ਅਸੀਂ ਵੇਚ ਕੇ ਆਏ ਹਾਂ, ਕਿਉਂਕਿ ਉਹ ਜਿਹੋ ਜਿਹਾ ਭਾਅ ਸਾਨੂੰ ਮਿਲਦਾ ਉਹ ਸਿੱਟਣ ਵਾਲਾ ਹੀ ਹੁੰਦਾ। ਦੇਖੋ ਜਿਹੜੀਆਂ ਬਾਕੀ ਇੱਕ ਇਹਦੇ 'ਚ ਜਾਣੀ ਦੂਜੀ ਜਿਹੜੀ ਗੱਲ ਆ ਵੀਰੇ, ਉਹ ਮੈਂ ਮਹਿਸੂਸ ਕਰਦਾ ਹੁੰਦਾ ਵੀ ਇਹ ਆ ਵੀ ਜਿਹੜੀ ਮਤਲਬ ਗੌਰਮੈਂਟ ਆ ਗਈ, ਉਹਨੇ ਜਾਣੀ ਲੋਕਾਂ ਨੂੰ ਰਜਾ ਕੇ ਰੱਖਣ ਦਾ ਜਿਹੜਾ ਬੋਝ ਹੈਗਾ ਉਹ ਫਾਰਮਰ 'ਤੇ ਪਾ ਰੱਖਿਆ। ਦੇਖੋ ਕਿਤੇ ਵੀ ਮਾੜਾ ਜਿਹਾ ਕਿਸੇ ਐਗਰੀਕਲਚਰਲ ਕਮੋਡਿਟੀ ਦਾ ਰੇਟ ਵੱਧਦਾ, ਇਸ ਵਾਰ ਮਾੜੀ ਜਿਹੀ ਕਣਕ ਤੇਜ਼ ਹੋਈ ਅਤੇ ਐਕਸਪੋਰਟ ਬੈਨ, ਮਾੜਾ ਜਿਹਾ ਮਤਲਬ ਗੰਢੇ ਦਾ ਰੇਟ ਮਾੜਾ ਜਿਹਾ ਉੱਪ ਗਿਆ, ਅਤੇ ਜਦ ਮਤਲਬ ਸਾਰਾ ਦੇਸ਼ ਦੀ ਜਿਹੜੀ ਆਮ ਪਬਲਿਕ ਹੈ, ਜਿਹੜੀ ਸੈਕੰਡਰੀ ਸੈਕਟਰ 'ਚ ਕੰਮ ਕਰਦੀ ਹੈ, ਜਾਂ ਸਰਕਾਰ ਦੀ ਜਿਹੜੀ ਪੋਲਿਸੀ ਆ, ਉਹ ਚਾਹੁੰਦੀ ਆ ਵੀ ਲੋਕਾਂ ਨੂੰ ਸਸਤਾ ਖਾਣਾ ਮੁਹੱਈਆ ਕਰਾਇਆ ਜਾਵੇ। ਸਸਤਾ ਖਾਣਾ ਕਿਉਂਕਿ ਖਾਣਾ ਐਸੈਂਸ਼ੀਅਲਿਟੀ ਆ, ਤਾਂ ਸਰਕਾਰ ਉਹਨੂੰ ਸਸਤਾ ਮੁਹੱਈਆ ਕਰਾਉਣ ਦੀ ਕੋਸ਼ਿਸ਼ ਕਰਦੀ ਹੈ। ਪਰ ਉਹਦਾ ਜਿਹੜਾ ਬੋਝ ਆ ਜਾਣੀ ਉਹ ਇੱਕ ਕਿਸਮ ਨਾਲ ਕਿਸਾਨ 'ਤੇ ਪੈ ਰਿਹਾ, ਅਤੇ ਉਹਦੇ ਮੁਕਾਬਲੇ ਉਹਨੂੰ ਜਾਣੀ ਆਫਸੈਟ ਕਰਨ ਦੇ ਲਈ ਜਿਹੜੀਆਂ ਸਬਸਿਡੀਜ਼ ਨੇ ਉਹ ਨਾਕਾਫੀ ਨੇ, ਜਾਂ ਤਾਂ ਜਿਹੜੇ ਲਾਭ ਨੇ ਉਹ ਫਾਰਮਰ ਤੱਕ ਪਹੁੰਚਦੇ ਨਹੀਂ। ਜੇ ਪਹੁੰਚਦੇ ਨੇ ਤਾਂ ਉਹ ਨਗੂਣੇ ਪਹੁੰਚਦੇ ਨੇ। ਉਹਨੂੰ ਮਤਲਬ ਉਹਦੇ ਜੋ ਜਾਣੀ ਉਹਨੇ ਪਿਛਲੇ 50 ਸਾਲਾਂ 'ਚ ਮੈਂ ਕਹੂੰਗਾ ਦੇਸ਼ ਵਾਸਤੇ ਕਰਤਾ ਜਾਂ ਦੇਤਾ, ਜਿਹੜੇ ਹਿਸਾਬ ਨਾਲ ਰਜਾਤਾ, ਉਹਦੇ ਮੁਕਾਬਲੇ ਤਾਂ ਉਹਨੂੰ ਮਤਲਬ ਕੋਈ ਵੀ ਕੁਛ ਵੀ ਨਹੀਂ ਦਿੱਤਾ ਗਿਆ। ਉਹਦੇ ਤੋਂ ਸਿਰਫ ਲਿਆ ਹੀ ਗਿਆ, ਉਹਨੂੰ ਮਤਲਬ ਦਿੱਤਾ ਨਹੀਂ ਗਿਆ। ਤਾਂ ਮਤਲਬ ਫਾਰਮਰ ਕੋਲੇ ਆਪਦਾ ਹੱਕ ਲੈਣ ਦਾ ਇੱਕੋ ਹੀ ਹੱਲ ਆ ਵੀ ਉਹ ਮਾਰਕੀਟ ਖੁਦ ਕਰੇ। ਜੇ ਉਹ ਮਾਰਕੀਟ ਨੂੰ ਕਮਾਂਡ ਕਰੂਗਾ ਤਾਂ ਕੋਈ ਉਹਨੂੰ ਮਜਬੂਰ ਨਹੀਂ ਕਰ ਸਕਦਾ ਵੀ ਤੂੰ ਇੰਨੇ ਭਾਅ ਦੇ ਚੀਜ਼ ਵੇਚ। ਜਾਂ ਜੇ ਹੁਣ ਤੁਸੀਂ ਕਣਕ ਦੇ ਰੇਟ ਜਾਂ ਜੀਰੀ ਦੇ ਰੇਟ ਦੇਖੋ, ਮਤਲਬ ਚੌਲ ਦੇ ਰੇਟ ਦੇਖੋ, ਤਾਂ ਬਾਕੀ ਚੀਜ਼ਾਂ ਦੇ ਮੁਕਾਬਲੇ ਤਾਂ ਕੁਛ ਵੀ ਨਹੀਂ ਵਧੇ। ਪਿਛਲੇ 2-3 ਸਾਲਾਂ 'ਚ ਤੁਸੀਂ ਦੇਖ ਲਓ ਵੀ ਮਤਲਬ ਡਾਇਮੋਨੀਏ ਦੀ ਜਾਂ DAP ਦੀ ਬੋਰੀ ਕਿੱਥੋਂ ਕਿੱਥੇ ਆ ਗਈ, ਠੀਕ ਹੈ ਜੀ, ਅਤੇ ਕਣਕ ਕਿੰਨੀ ਵਧੀਆ। ਜਾਂ ਹੁਣ ਤੁਸੀਂ ਇਸ ਵਾਰ ਡੀਜ਼ਲ ਦੇਖ ਲਓ, ਕਣਕ ਦਾ ਰੇਟ ਤਾਂ 50 ਰੁਪਏ ਵਧਿਆ, ਅਤੇ ਡੀਜ਼ਲ ਦਾ ਰੇਟ ਦੇਖ ਲਓ ਕਿੰਨਾ ਮਤਲਬ ਖਰਚਾ ਵੱਧ ਗਿਆ 1 ਏਕੜ ਦੇ ਮਗਰ, ਸਿਰਫ 10 ਰੁਪਏ 20 ਰੁਪਏ ਡੀਜ਼ਲ ਵਧਣ ਦੇ ਨਾਲ। ਅਤੇ ਤਾਂ ਕਰਕੇ ਜੀ ਮਤਲਬ ਉਹ ਸਾਰਾ ਜਿਹੜਾ ਇਨਫਲੇਟਰੀ ਪ੍ਰੈਸ਼ਰ ਆ ਉਹ ਵੀ ਮਤਲਬ ਫਾਰਮਰ ਨੂੰ ਝੱਲਣਾ ਪੈ ਰਿਹਾ। ਅਤੇ ਜੇ ਅਸੀਂ ਮਤਲਬ ਗੌਰਮੈਂਟ ਤੋਂ ਹੀ ਝਾਕ ਰੱਖਾਂਗੇ ਜਾਂ ਤਾਂ ਫਿਰ ਅਲਟੀਮੇਟਲੀ ਪੋਲਿਸੀ ਨੇ ਤਾਂ ਇਹੀ ਕਰਨਾ ਜੀ। ਪੋਲਿਸੀ ਨੇ ਉਹ ਪ੍ਰੈਸ਼ਰ ਸਾਡੇ 'ਤੇ ਸੱਟਣਾ ਜੇ ਅਸੀਂ ਮਤਲਬ ਮਾਸ ਪ੍ਰੋਡਕਸ਼ਨ ਕਰਾਂਗੇ ਜਾਂ ਹੋਰ ਕਰਾਂਗੇ। ਹਾਂ ਜੇ ਅਸੀਂ ਯਾਨੀ ਇਕੱਠੇ ਹੋ ਕੇ ਆਪ ਸਿੱਧੀ ਮਾਰਕੀਟ ਕਰਨ ਲੱਗ ਜਾਈਏ ਜੀ, ਤਾਂ ਉਹਦੇ ਨਾਲ ਇਹ ਤਾਂ ਹੈ ਨਹੀਂ ਗਾ ਵੀ ਸਾਨੂੰ ਮਤਲਬ ਰੇਟ ਵੱਧ ਮਿਲਣ ਲੱਗ ਜੂਗਾ। ਪਰ ਸਾਨੂੰ ਜਦੋਂ ਅਸੀਂ ਸਿੱਧਾ ਕਰਾਂਗੇ, ਜਦੋਂ ਵਿੱਚੋਂ ਸਾਰੇ ਬੰਦੇ ਨਿਕਲ ਗਏ, ਤਾਂ ਅਲਟੀਮੇਟਲੀ ਸਾਡਾ ਪ੍ਰੋਫਿਟ ਵੱਧ ਜੂਗਾ। ਜਿਹੜਾ ਪ੍ਰੋਡਿਊਸਰ ਦਾ ਪ੍ਰੋਫਿਟ ਆ ਉਹ ਤਾਂ ਸਾਨੂੰ ਹੁਣ ਵੀ ਮਿਲ ਰਿਹਾ ਉਨਾ ਕੁ, ਤਾਂ ਉਦੋਂ ਬਾਅਦ ਸਾਨੂੰ ਜਿਹੜਾ ਵੇਚਣ ਵਾਲੇ ਦਾ ਰਿਟੇਲਰ ਦਾ ਉਹ ਪ੍ਰੋਫਿਟ ਆ ਉਹ ਵੀ ਯਾਨੀ ਸਾਰਾ ਫਾਰਮਰ ਨੂੰ ਮਿਲਣ ਲੱਗ ਗਿਆ। ਮਤਲਬ ਖਪਤਕਾਰ ਨੂੰ ਉਸੇ ਰੇਟ 'ਤੇ ਚੀਜ਼ ਮਿਲੂਗੀ। ਹਾਂਜੀ, ਪਰ ਜਿਹੜੇ ਵਿਚਲੇ ਪ੍ਰੋਫਿਟ ਨੇ ਉਹ ਸਿੱਧੇ ਕਿਸਾਨ ਕੋਲੇ ਆਉਣਗੇ ਜੀ। ਪਰ ਉਹ ਆਉਣਗੇ ਤਾਂ ਜੇ ਜਾਣੀ ਕਿਸਾਨ ਜਾਣੀ ਇਕੱਠੇ ਹੋ ਕੇ ਜਾਂ ਆਪਾਂ ਇਕੱਠੀ ਮਾਰਕੀਟ ਕਰਾਂਗੇ। ਦੇਖੋ ਜੀ ਜੇ ਹੁਣ ਮੂੰਗੀ ਆ ਜੀ, ਦੇਖ ਲਓ ਕਿੰਨੀ ਮਤਲਬ ਮੂੰਗੀ ਦੀ ਕਿੰਨੀ ਜ਼ਿਆਦਾ ਖਪਤ ਆ ਗਈ ਆਪਣੇ। ਅਸੀਂ ਇੰਪੋਰਟ ਕਰਦੇ ਹਾਂ, ਦਾਲਾਂ ਇੰਪੋਰਟ ਕਰਦੇ ਹਾਂ ਅਸੀਂ, ਮਤਲਬ ਜਿਵੇਂ ਤੇਲ ਹੈਗਾ, ਤੇਲ ਮਤਲਬ ਦੇਖ ਲਓ ਰੇਟ ਕਿੰਨੇ ਮਤਲਬ ਤੇਲ ਦੇ ਵਧੇ ਨੇ। ਹੁਣ ਦੇਖੋ ਪਰ ਉਹਦਾ ਜਿਹੜਾ ਮਤਲਬ ਐਡਵਾਂਟੇਜ ਆ ਵਧਣ ਦਾ ਉਹ ਫਾਰਮਰ ਨੂੰ ਨਹੀਂ ਮਿਲ ਰਿਹਾ, ਕਿਉਂਕਿ ਫਾਰਮਰ ਮਾਰਕੀਟ ਨਹੀਂ ਕਰ ਪਾ ਰਿਹਾ। ਫਾਰਮਰ ਮੰਡੀ ਲੈ ਕੇ ਜਾਂਦਾ, ਸਟਾਕਿਸਟ ਉਹਨੂੰ ਲੈ ਕੇ ਰੱਖ ਲੈਂਦਾ, ਅਤੇ ਜੋ ਵੀ ਵਾਧਾ ਘਾਟਾ ਉਹ ਸਟਾਕਿਸਟ ਨੂੰ ਮਿਲਦਾ, ਤਾਂ ਫਾਰਮਰ ਨੂੰ ਮਿਲਦਾ ਨਹੀਂ। ਤਾਂ ਇਕੱਲਾ ਫਾਰਮਰ ਕੋਈ ਜੇ ਕਹੇ ਵੀ ਮੈਂ ਸਟਾਕ ਕਰਕੇ ਕੁਛ ਕਰ ਲੂੰ, ਤਾਂ ਉਹ ਇੰਨੀਆਂ ਨਗੂਣੀਆਂ ਕੁਆਂਟੀਟੀਜ਼ ਨਾਲ ਕਦੇ ਮਾਰਕੀਟ ਨੂੰ ਤੁਸੀਂ ਆਪਦੇ ਵੱਲ ਨਹੀਂ ਕਰ ਸਕਦੇ, ਜਾਂ ਮਾਰਕੀਟ 'ਚ ਤੁਹਾਡੀ ਸੇ ਨਹੀਂ ਹੋ ਸਕਦੀ। ਮਾਰਕੀਟ 'ਚ ਤੁਹਾਡੀ ਸੇ ਉਦੋਂ ਹੋਊਗੀ ਜਦੋਂ ਤੁਸੀਂ ਜਾਇੰਟ ਹੋ, ਤੁਸੀਂ ਵੱਡੇ ਹੋ। ਤੁਸੀਂ ਵੱਡੇ ਕਿਵੇਂ ਬਣੋਗੇ ਜੇ ਤੁਸੀਂ ਇਕੱਠੇ ਹੋਵੋਗੇ। ਦੇਖੋ ਜੇ 10 ਪਿੰਡ ਇਕੱਠੇ ਹੋ ਕੇ ਇੱਕ ਚੀਜ਼ ਦੀ ਮਾਰਕੀਟਿੰਗ ਕਰਨ ਲੱਗ ਜਾਣ, ਤਾਂ ਕੋਈ ਕੰਪਨੀ ਉਹਨਾਂ ਦਾ ਮੁਕਾਬਲਾ ਹੀ ਨਹੀਂ ਕਰ ਸਕਦੀ। ਮਤਲਬ ਇਹਦੀ ਸ਼ੁਰੂਆਤ ਇੱਥੋਂ ਹੋ ਸਕਦੀ ਹੈ ਵੀ ਜਿਨ੍ਹਾਂ ਦੀ ਜ਼ਮੀਨ ਨਾਲ ਲੱਗਦੀ ਆ ਜਾਂ ਜਿਨ੍ਹਾਂ ਦੀ ਆਪਸ 'ਚ ਮੱਤ ਮਿਲਦੀ ਹੈ, 5-7 ਕਿਸਾਨ ਪਹਿਲਾਂ ਰਲ ਕੇ ਫਸਲ ਡਿਸਾਈਡ ਕਰਕੇ ਬੀਜਣ। ਹਾਂਜੀ, ਮਾਰਕੀਟਿੰਗ ਤੱਕ ਜਿਵੇਂ ਅਸੀਂ ਹਲਦੀ ਲਾਈ ਹੈ, ਕੋਈ ਬੰਦਾ ਕੁਛ ਲਾ ਲੈਂਦਾ, ਕੋਈ ਕੁਛ ਲਾ ਲੈਂਦਾ, ਵੀ ਜਿਹੜੀ ਚੀਜ਼ ਆਪਾਂ ਸਿੱਧੀ ਵੇਚ ਸਕਦੇ ਹਾਂ। ਬਿਲਕੁਲ, ਜਿਵੇਂ ਝੋਨੇ ਨੂੰ ਛੱਡ ਕੇ।
ਹਾਂਜੀ ਕਿਉਂਕਿ ਝੋਨਾ ਤਾਂ ਕੀ ਮਤਲਬ ਉਹਦਾ ਕੀ ਤੁਸੀਂ ਵੇਚੋਗੇ, ਇਹ ਤਾਂ ਇਹਨੂੰ ਤਾਂ ਮਤਲਬ ਚਲੋ ਪ੍ਰੈਕਟੀਕਲੀ ਸੋਚਿਆ ਜਾ ਸਕਦਾ ਵੀ ਕੀ ਹੈ। ਉਸ ਤੋਂ ਬਾਅਦ ਫਿਰ ਉਹ ਪਿੰਡ ਲੈਵਲ ਦੀ ਫਿਰ ਮਤਲਬ ਇੱਕ ਮੂਵਮੈਂਟ ਚਾਹੀਦੀ ਹੈ ਇਹਦੇ ਲਈ, ਹਾਂਜੀ, ਜਿਹਨੂੰ ਆਪਾਂ ਕੋਆਪਰੇਟਿਵ ਮੂਵਮੈਂਟ ਕਹਿ ਸਕਦੇ ਜਿਹੜੀ ਗਵਰਨਮੈਂਟ ਆ ਜੀ, ਮਤਲਬ ਦੇਖੋ ਗਵਰਨਮੈਂਟ ਨੇ ਹੁਣ ਜਿਵੇਂ FPOs ਦਾ ਕਨਸੈਪਟ ਲੈ ਕੇ ਆਂਦਾ, ਬੇਸਿਕਲੀ ਜਾਂ ਵਨ ਡਿਸਟ੍ਰਿਕਟ ਵਨ ਪ੍ਰੋਡਕਟ ਦਾ ਜਿਹੜਾ ਕਨਸੈਪਟ ਲੈ ਕੇ ਆਂਦਾ, ਉਹ ਸਾਰੇ ਕਨਸੈਪਟ ਮਤਲਬ ਇੱਧਰ ਨੂੰ ਇਸੇ ਡਾਇਰੈਕਸ਼ਨ 'ਚ ਹੀ ਜਾ ਰਹੇ ਨੇ। ਮਤਲਬ ਸਰਕਾਰ ਵੀ ਇਹ ਦੇਖ ਰਹੀ ਆ ਵੀ ਦੇਖੋ ਫਾਰਮਰ ਦੀ ਜਿਹੜੀ ਮਤਲਬ ਇਨਕਮ ਆ ਉਹਨੂੰ ਵਧਾਉਣ ਦਾ ਜਾਂ ਉਹਨੂੰ ਸਸਟੇਨ ਕਰਾਉਣ ਦਾ ਇੱਕੋ ਇੱਕ ਹੱਲ ਆ, ਕਿਉਂਕਿ ਦੇਖੋ ਸਰਕਾਰ ਜਿਹੜੇ ਵੈਸਟ ਦੇ ਵਿੱਚ ਤਾਂ ਜੀ ਸਰਕਾਰਾਂ ਕੋਲ ਇੰਨਾ ਪੈਸਾ, ਮਤਲਬ ਉਹਨਾਂ ਦੀਆਂ ਜੇਬਾਂ ਇੰਨੀਆਂ ਡੂੰਘੀਆਂ ਨੇ, ਜਿਵੇਂ ਮਤਲਬ ਉਹ ਇੱਕ ਵਾਰੀ ਅਰੁਣ ਜੇਤਲੀ ਨੇ ਖੁਦ ਕਿਹਾ ਸੀ ਪਾਰਲੀਮੈਂਟ ਦੇ ਵਿੱਚ ਵੀ ਮਤਲਬ ਕਹਿੰਦਾ ਵੀ US ਜਿੰਨੀਆਂ ਜਿਹੜੀਆਂ ਡੀਪ ਪੋਕਟਸ ਨੇ ਸਾਡੇ ਕੋਲ ਨਹੀਂ ਹੈਗੀਆਂ, ਅਸੀਂ ਨਹੀਂ ਦੇ ਸਕਦੇ ਫਾਰਮਰ ਨੂੰ ਇੰਨਾ। ਦੇਖੋ ਉਹ ਗਵਰਨਮੈਂਟ ਨੂੰ ਵੀ ਪਤਾ ਵੀ ਸਾਡੇ ਕੋਲ ਹੈ ਨਹੀਂ ਆ ਅਤੇ ਉਹ ਦੇ ਵੀ ਨਹੀਂ ਪਾ ਰਹੇ, ਇਸ ਕਰਕੇ ਉਹਨਾਂ ਕੋਲ ਇੱਕੋ ਹੀ ਹੱਲ ਬਚਦਾ ਵੀ ਉਹ ਫਾਰਮਰ ਨੂੰ ਹੀ ਸਮਰਿੱਧ ਕਰਨ, ਵੀ ਉਹਨੂੰ ਸੈਲਫ ਸਫੀਸ਼ੈਂਟ ਬਣਾਉਣ। ਤਾਂ ਉਹਨੂੰ ਸੈਲਫ ਸਫੀਸ਼ੈਂਟ ਬਣਾਉਣ ਦਾ ਹੱਲ ਹੀ ਇਹ ਆ ਮੌਕੇ 'ਤੇ। ਜਾਣੀ ਦੇਖੋ ਜ਼ਮੀਨ ਆ ਜਿਹੜੀ ਜਾਂ ਲੈਂਡ ਹੈਗੀ, ਲੈਂਡ ਤਾਂ ਇੱਕ ਫਾਈਨਾਈਟ ਸੋਰਸ ਆ, ਨਾ ਇਹਨੂੰ ਖਿੱਚ ਕੇ ਵਧਾਇਆ ਜਾ ਸਕਦਾ, ਨਾ ਕੁਛ ਨਹੀਂ ਕਰਿਆ ਜਾ ਸਕਦਾ। ਇਹ ਤਾਂ ਜਿਹੜੀ ਹੈਗੀ ਆ ਹੈਗੀ ਉਹ ਆ। ਜਾਣੀ ਇਹਦਾ ਸਕੇਲ ਬਣ ਸਕਦਾ ਕਿਵੇਂ, ਜੇ ਅਸੀਂ ਇਕੱਠੇ ਹੋ ਜਾਵਾਂਗੇ, ਮਤਲਬ ਵੱਡੇ ਮੰਨ ਲਓ 10 ਫਾਰਮਰ ਰਲ ਕੇ 10-10 ਏਕੜ ਵਾਲੇ, ਤਾਂ ਉਹ 100 ਏਕੜ ਹੋ ਗਿਆ। ਜੇ ਹੁਣ ਉਹਨਾਂ ਨੇ ਮਤਲਬ ਇਕੱਠਿਆਂ ਨੇ ਇੱਕ ਸਪੋਜ਼ ਕਰੋ ਉਹਨਾਂ ਨੇ ਪੈਸਟੀਸਾਈਡ ਹੀ ਲੈਣਾ, ਤਾਂ ਕੰਪਨੀ ਤੋਂ ਪੈਸਟੀਸਾਈਡ ਲੈਣਾ ਕਿੱਥੇ, ਤਾਂ 10 ਏਕੜ ਵਾਸਤੇ ਪੈਸਟੀਸਾਈਡ ਲੈਣਾ, ਸਾਡੇ ਕੋਲ ਕੋਈ ਬਾਰਗੇਨਿੰਗ ਪਾਵਰ ਨਹੀਂ। ਜੇ ਅਸੀਂ ਇਕੱਠੇ ਹੋ ਕੇ 1000 ਏਕੜ ਵਾਸਤੇ ਉਹੀ ਸੇਮ ਪੈਸਟੀਸਾਈਡ ਲੈਣ ਵਗ ਗਏ ਤਾਂ ਸਾਡੇ ਕੋਲ ਕਿੰਨੀ ਬਾਰਗੇਨਿੰਗ ਪਾਵਰ ਆ ਗਈ। ਤਾਂ ਅਲਟੀਮੇਟਲੀ ਪ੍ਰੋਡਿਊਸਰ ਨੂੰ, ਸਪਲਾਇਰ ਨੂੰ ਸਾਨੂੰ ਘਟਾ ਕੇ ਦੇਣਾ ਪਊਗਾ। ਸਾਡਾ ਮਤਲਬ ਇੱਕ ਡੀਲਰ ਜਿੰਨਾ ਤੁਸੀਂ ਇਕੱਲੇ ਖਰੀਦ ਰਹੇ ਹੋ, ਤਾਂ ਅਲਟੀਮੇਟਲੀ ਤੁਹਾਨੂੰ ਉਹਦੇ 'ਚ ਬੈਨੀਫਿਟਸ, ਮਤਲਬ ਤੁਹਾਨੂੰ ਇਨਪੁਟ ਕਾਸਟ ਬੈਨੀਫਿਟ ਵੀ ਹੋਣ ਲੱਗ ਗਏ ਜੇ ਤੁਸੀਂ ਇਕੱਠੇ ਹੋ ਗਏ। ਮਾਰਕੀਟਿੰਗ ਵਾਸਤੇ ਤੁਸੀਂ ਮਤਲਬ ਮਾਰਕੀਟ ਨੂੰ ਵੀ ਕਮਾਂਡ ਕਰਨ ਲੱਗ ਗਏ, ਕਿਉਂਕਿ ਤੁਹਾਡੇ ਕੋਲ ਸਟਾਕ ਹੀ ਇੰਨਾ ਹੋ ਗਿਆ। ਫਿਰ ਤੁਹਾਡੇ ਕੋਲ ਮੈਨ ਪਾਵਰ ਵਾਧੂ ਹੋ ਗਈ, ਤੁਸੀਂ ਆਪਦੀਆਂ ਜ਼ਿੰਮੇਵਾਰੀਆਂ ਅਸਾਈਨ ਕੀਤੀਆਂ ਅਤੇ ਹਰੇਕ ਬੰਦੇ ਨੇ ਆਪਦਾ ਰੋਲ ਨਿਭਾਇਆ। ਜਿਵੇਂ ਇੱਕ ਕੰਪਨੀ ਕੰਮ ਕਰਦੀ ਆ, ਤੁਹਾਡੀਆਂ ਆਪਦੀਆਂ ਤਨਖਾਹਾਂ ਨੇ ਹਰੇਕ ਬੰਦੇ ਦੀਆਂ ਰੋਲ ਦੇ ਹਿਸਾਬ ਨਾਲ, ਜਿਹੜਾ ਜਿੰਨਾ ਕੰਮ ਕਰਦਾ ਉਹਨੂੰ ਉਨੀ ਤਨਖਾਹ ਮਿਲਦੀ ਆ। ਇਹ ਚੀਜ਼ ਹੈ ਮਤਲਬ ਜਿਹੜੀ ਤੁਸੀਂ ਗੌਰਮੈਂਟ ਵਾਲੀ ਗੱਲ ਕੀਤੀ ਹੈ। ਗੌਰਮੈਂਟ ਦਾ ਮਤਲਬ ਮੈਨੂੰ ਲੱਗਦਾ ਹੋ ਸਕਦਾ ਉਲਟ ਹੋਵੇ, ਕਿਉਂਕਿ ਤੁਸੀਂ ਖੇਤੀ ਕਰਦੇ ਹੋ, ਤੁਸੀਂ ਮੈਨੂੰ ਕਰੈਕਟ ਕਰ ਸਕਦੇ ਹੋ। ਸਰਕਾਰਾਂ ਨੇ ਜਿਹੜੀਆਂ ਉਹ ਮਤਲਬ ਸਲੋਗਨ ਹੀ ਦਿੰਦੀਆਂ ਨੇ, ਹੈ ਨਾ। ਪ੍ਰੈਕਟੀਕਲੀ ਤਾਂ ਹੁਣ ਤੁਸੀਂ ਵੀ ਇਹੀ ਕਹਿ ਰਹੇ ਹੋ ਵੀ ਕਿਸਾਨਾਂ ਨੂੰ ਆਪ ਕਰਨਾ ਪੈਣਾ। ਇਹਦਾ ਮਤਲਬ ਇਹ ਗਵਰਨਮੈਂਟ ਪ੍ਰਚਾਰ ਕਰਨ ਤੋਂ ਅੱਗੇ ਨਹੀਂ ਵੱਧ ਸਕਦੀ। ਗਵਰਨਮੈਂਟ ਤਾਂ ਜੀ ਸਿਰਫ ਦੇਖੋ ਇੱਕ ਇਨਫਰਾਸਟਰਕਚਰ, ਲੀਗਲ ਇਨਫਰਾਸਟਰਕਚਰ ਦੇ ਰਹੀ ਹੈ ਜੀ। ਦੇਖੋ FPO ਦਾ ਜਿਹੜਾ ਕਾਨੂੰਨ ਬਣਾਇਆ ਗਿਆ ਤਾਂ ਉਹਦੇ 'ਚ ਕੁਛ ਲੀਗਲ ਮਤਲਬ ਕਹਿ ਲਓ ਪ੍ਰੋਵੀਜ਼ਨਸ ਨਹੀਂ ਗੀਆਂ। ਸਰਕਾਰ ਇੱਕ ਖਾਕਾ ਦੇ ਰਹੀ ਹੈ ਜੀ, ਉਹਨੂੰ ਅਪਣਾਉਣਾ ਜਾਂ ਨਾ ਅਪਣਾਉਣਾ ਤਾਂ ਫਾਰਮਰ 'ਤੇ ਆਉਂਦਾ ਗਾ ਜੀ। ਦੇਖੋ ਪੰਜਾਬੀ ਦੀ ਕਹਾਵਤ ਹੈ ਜੀ ਵੀ ਆਪਦੇ ਮਰੇ ਬਿਨਾਂ ਸੁਰਗ ਨਹੀਂ ਜਾਇਆ ਜਾਂਦਾ। ਜਾਣੀ ਅਸੀਂ ਮਤਾ ਸੋਚੀਏ ਵੀ ਕੋਈ ਹੋਰ ਸਾਡੇ ਵਾਸਤੇ ਕਰ ਦੂਗਾ, ਇਹ ਤਾਂ ਇੱਕ ਡੈਫੀਨੇਟ ਸੱਚਾਈ ਹੈ ਜੀ ਸੰਸਾਰ ਦੀ, ਵੀ ਦੇਖੋ ਜੋ ਵੀ ਅਸੀਂ ਕਰਨਾ ਉਹ ਸਾਨੂੰ ਖੁਦ ਹੀ ਕਰਨਾ ਪੈਣਾ। ਜਾਣੀ ਸਰਕਾਰ ਸਿਰਫ ਕੀ ਕਰ ਸਕਦੀ ਹੈ ਜੀ, ਸਰਕਾਰ ਤਾਂ ਇਹ ਦੇ ਰਹੀ ਹੈ ਸਾਨੂੰ ਵੀ ਆਹ ਪ੍ਰੋਵੀਜ਼ਨ ਦੇਤਾ ਜੀ, ਹਾਂ ਤੁਸੀਂ FPO ਰਜਿਸਟਰ ਕਰ ਲਓ, ਤੁਹਾਨੂੰ ਇਹਦੇ ਆਹ ਬੈਨੀਫਿਟਸ ਮਿਲਣਗੇ, ਆਹ ਇਹ ਕਾਨੂੰਨ ਦੇ ਅੰਡਰ ਆਊਗੀ, ਜਾਂ ਆਹ ਇਹਨੂੰ ਟੈਕਸ ਬੈਨੀਫਿਟ ਮਿਲ ਜੂਗਾ, ਜਾਂ ਆਹ ਅਸੀਂ ਇਹਨੂੰ ਸਬਸਿਡਾਈਜ਼ ਕਰ ਦਾਂਗੇ ਆਹ ਚੀਜ਼। ਜਿਵੇਂ ਹੁਣ ਪੈਕ ਹਾਊਸ 'ਤੇ ਸਬਸਿਡੀ ਆ, ਉਹ ਜਾਣੀ ਸਰਕਾਰ ਤਾਂ ਇਹ ਕਰ ਸਕਦੀ ਹੈ ਜੀ। ਪਰ ਜਿਵੇਂ ਕੋਆਪਰੇਟਿਵ ਸੁਸਾਇਟੀਆਂ ਆਪਣੇ ਬਣੀਆਂ ਹੋਈਆਂ ਨੇ ਸਰਕਾਰੀ, ਹੈ ਨਾ, ਅਤੇ ਉਹਦੇ 'ਚ ਮਤਲਬ ਬਹੁਤ ਸਾਰੀਆਂ ਚੀਜ਼ਾਂ ਮਤਲਬ ਹੁੰਦੀਆਂ ਸੀ ਕਿਸੇ ਵੇਲੇ, ਤਾਂ ਮਤਲਬ ਸਾਰਾ ਰਾਸ਼ਨ ਵੀ ਆਉਂਦਾ ਸੀ ਘਰ ਦਾ ਉੱਥੇ, ਹੈ ਨਾ। ਬਿਲਕੁਲ। ਅਤੇ ਉੱਥੇ ਜੇ ਸਾਰੀ ਇਸ ਤਰ੍ਹਾਂ ਦੀ ਮਸ਼ੀਨਰੀ ਹੋਵੇ, ਮਤਲਬ ਇੱਕ ਪਿੰਡ ਦੀ ਕੋਆਪਰੇਟਿਵ ਸੁਸਾਇਟੀ ਹੈ, ਅਤੇ ਉਸ ਹਿਸਾਬ ਨਾਲ ਜਿਹੜੀ ਮਸ਼ੀਨਰੀ ਚਾਹੀਦੀ ਹੈ ਉੱਥੇ ਸਫੀਸ਼ੀਐਂਟ ਹੋਵੇ, ਤਾਂ ਇਹ ਖਰਚੇ ਮਤਲਬ ਕਹਿਣ ਤੋਂ ਭਾਵ ਮੇਰਾ ਇਹ ਹੈ ਵੀ ਗੌਰਮੈਂਟ ਨੇ ਅਦਾਰੇ ਤਾਂ ਬਣਾਏ ਸੀਗੇ, ਚੱਲ ਨਹੀਂ ਪਾਏ ਉਹ, ਹੈ ਨਾ। ਕਿਸਾਨਾਂ ਦਾ ਕੀ ਰੋਲ ਰਿਹਾ ਉਹ ਚਲੋ ਅਲੱਗ ਵਿਸ਼ਾ ਹੈ, ਪਰ ਇਹ ਹੈ ਵੀ ਕਿਉਂਕਿ ਅਲਟੀਮੇਟਲੀ ਜ਼ਿੰਮੇਵਾਰੀ ਤਾਂ ਸਰਕਾਰ ਦੀ ਹੋਈ ਹੁੰਦੀ ਹੈ, ਆਪਾਂ ਚੁਣਦੇ ਸਰਕਾਰ ਇਸ ਲਈ ਹੈ। ਯਾਨੀ ਇਹ ਹੈ ਵੀ ਉਹ ਕੋਆਪਰੇਟਿਵ ਸੁਸਾਇਟੀਆਂ ਵਾਲਾ ਕਨਸੈਪਟ ਹੀ ਤੁਹਾਡਾ ਕਨਸੈਪਟ ਹੈ, ਪਰ ਤੁਸੀਂ ਇਹ ਕਹਿੰਦੇ ਵੀ ਕਿਸਾਨ ਇਹਨੂੰ ਆਪਦੇ ਤੌਰ 'ਤੇ ਕਰਨ। ਦੇਖੋ ਜੀ ਜਿਹੜੀ ਸਰਕਾਰ ਦੀ ਗੱਲ ਆ ਜਾਂ ਕੁਛ ਵੀ ਗੱਲ ਆ, ਦੇਖੋ ਮਤਲਬ ਪੋਲਿਸੀ ਫੇਲੀਅਰ ਤਾਂ ਹੈਗਾ, ਆਪਾਂ ਇਸ ਗੱਲ ਤੋਂ ਤਾਂ ਮੁੱਕਰ ਹੀ ਨਹੀਂ ਸਕਦੇ ਜੀ। ਦੇਖੋ ਉਹ ਤਾਂ ਮਤਲਬ ਇਕੱਲੀ ਖੇਤੀ ਛੱਡੋ, ਮਤਲਬ ਪੈਨ ਨੇਸ਼ਨ ਲੈਵਲ 'ਤੇ ਪੋਲਿਸੀ ਫੇਲੀਅਰ ਹੈਗਾ ਹੀ ਆ। ਇਹਦੇ 'ਚ ਮਤਲਬ ਇਹਦੇ 'ਚ ਨਹੀਂ ਕੋਈ, ਇਹਦੇ 'ਚ ਦੋ ਰਾਏ ਨਹੀਂ ਹੈਗੀ। ਆਪਾਂ ਮਤਲਬ ਸਰਕਾਰ ਨੂੰ ਜਾਂ ਜਿਹੜੇ ਚੁਣੇ ਹੋਏ ਲੋਕ ਆ ਇਹਨਾਂ ਨੂੰ ਆਪਾਂ ਬਰੀ ਨਹੀਂ ਕਰ ਸਕਦੇ। ਅਤੇ ਹੁਣ ਤੁਸੀਂ ਦੇਖ ਲਓ ਜਿਹੜਾ ਮੂੰਗੀ ਵਾਲਾ ਡਿਬੈਕਲ ਹੀ ਹੋਇਆ ਇਸ ਵਾਰ, ਮਤਲਬ ਕਿਵੇਂ ਰੁਲੀ ਵੀ ਆ ਮੂੰਗੀ ਜਾਂ ਹੋਰ ਆ, ਕਿਉਂਕਿ ਲੋਕਾਂ ਨੂੰ ਇਨਫੋਰਮੇਸ਼ਨ ਤੁਸੀਂ ਗਲਤ ਦੇਤੀ ਜੀ। ਲੋਕਾਂ ਨੂੰ ਕਹਿਤਾ ਵੀ ਮਈ 'ਚ ਮੂੰਗੀ ਲਾ ਲਓ ਜਾਂ ਕੁਛ ਵੀ, ਤਾਂ ਉਹ ਅਲਟੀਮੇਟਲੀ ਜਿਹੜੀ ਮੂੰਗੀ ਹੈ ਜੀ, ਹੁਣ ਜਿਹੜੀ ਸਮਰ ਮੂੰਗ ਆ ਉਹ ਲਾਉਣ ਦਾ ਜਿਹੜੀ ਰਿਕਮੈਂਡੇਸ਼ਨ ਆ ਜਿਹੜੀ ਯੂਨੀਵਰਸਿਟੀ ਸਿਫਾਰਿਸ਼, ਉਹ 10 ਅਪ੍ਰੈਲ ਹੈ ਜੀ। 10 ਅਪ੍ਰੈਲ ਤੋਂ ਬਾਅਦ ਲਾਓ ਨਾ। ਜਦੋਂ ਅਸੀਂ ਲੇਟ ਲਾ ਲਈ ਤਾਂ ਉਹ ਅਲਟੀਮੇਟਲੀ ਮੀਂਹ 'ਚ ਆ ਗਈ ਜਾਂ ਹੋਰ ਹੋ ਗਿਆ, ਉਹ ਬਦਰੰਗ ਹੋ ਗਈ। ਫਿਰ ਤੁਸੀਂ ਕਹਿ ਰਹੇ ਹੋ ਇਹਦੀ ਕੁਆਲਿਟੀ ਨਹੀਂ ਹੈਗੀ, ਹੁਣ ਅਸੀਂ ਲੈ ਨਹੀਂ ਸਕਦੇ, ਤਾਂ ਮਤਲਬ ਤੁਸੀਂ ਫਾਰਮਰ ਨੂੰ ਮਿਸਲੀਡ ਕਰਤਾ। ਜਾਂ ਤਾਂ ਉਹਨੂੰ ਜਿਹੇ ਜਿਹੀ ਵੀ ਹੈਗੀ ਉਹਨੂੰ ਚੱਕੋ, ਜਾਂ ਤਾਂ ਮਤਲਬ ਜਦੋਂ ਤੁਸੀਂ ਉਹਨੂੰ ਕਹਿਤਾ ਵੀ ਤੂੰ ਮਈ 'ਚ ਲਾ ਲਾ, ਤਾਂ ਮਈ 'ਚ ਲਾਈ ਫਿਰ ਮਤਲਬ ਠੀਕ ਆ। ਹੁਣ ਤੁਸੀਂ ਡੇਟ ਵਧਾਤੀ ਜਾਂ ਕੁਛ ਵੀ ਕਰਤਾ, ਠੀਕ ਆ ਵੀ ਹੁਣ ਕਹਿਤਾ ਸਰਕਾਰ ਨੇ ਵੀ 10 ਅਗਸਤ ਤੱਕ ਅਸੀਂ ਖਰੀਦ ਕਰਾਂਗੇ, ਠੀਕ ਆ, ਮਤਲਬ ਡੇਟ ਵਧਾਤੀ। ਪਰ ਜਿਹੜੇ ਮਾਪਦੰਡ ਤੁਸੀਂ ਰੱਖਤੇ
ਵੈਸੇ ਹੀ ਜਾਣੀ ਜਿਹੜਾ ਅਪ੍ਰੈਲ ਤੋਂ ਬਾਅਦ ਜਿਹੜੀ ਮੂੰਗੀ ਲੱਗਦੀ ਹੈ ਜੀ ਉਹ ਤਾਂ ਵੈਸੇ ਹੀ ਕ੍ਰੌਪ ਫੇਲੀਅਰ ਹੋ ਜਾਂਦਾ, ਮਤਲਬ ਲੋਕਾਂ ਦਾ ਹੋਇਆ ਹੀ ਆ, ਲੋਕਾਂ ਨੇ ਬਹੁਤ ਵਾਹੀ ਆ ਜਾਂ ਹੋਰ ਹੈ ਨਾ ਜੀ। ਅਤੇ ਇਹ ਜਿਹੜੀਆਂ ਚੀਜ਼ਾਂ ਨੇ ਜਾਣੀ ਸਰਕਾਰ ਕਹਿ ਦਿੰਦੀ ਆ ਅਤੇ ਪਰ ਉਹਨੂੰ ਉਹਦੇ 'ਤੇ ਪ੍ਰੈਕਟੀਕਲੀ ਅਮਲ ਜਾਂ ਕਹਿ ਲਓ ਸਿਸਟਮ ਉਹ 'ਤੇ ਅਮਲ ਨਹੀਂ ਕਰਦਾ ਤਾਂ ਉਹ ਇੱਕ ਪੋਲਿਸੀ ਫੇਲੀਅਰ ਆ। ਤਾਂ ਪੋਲਿਸੀ ਫੇਲੀਅਰ ਹੈਗਾ, ਇਹ 'ਚ ਕੋਈ ਸ਼ੱਕ ਨਹੀਂ, ਪਰ ਹੁਣ ਸਾਡੇ ਕੋਲ ਜਾਣੀ ਇਹ ਗੱਲ ਆ ਵੀ ਕੀ ਅਸੀਂ ਉਸ ਪੋਲਿਸੀ ਫੇਲੀਅਰ ਨੂੰ ਦੋਸ਼ ਦੇ ਕੇ ਬੈਠਣਾ ਜਾਂ ਅਸੀਂ ਹਿੰਮਤ ਕਰਨੀ ਆ ਅਤੇ ਕੁਛ ਬਦਲਣਾ। ਮਤਲਬ ਜੇ ਸਰਕਾਰ ਕੁਛ ਨਹੀਂ ਕਰ ਰਹੀ ਤਾਂ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਆਪਦੇ ਲਈ ਆਪ ਨਹੀਂ ਕੁਛ ਜਾਂ ਜੇ ਜਾਣੀ ਮਤਲਬ ਅਸੀਂ ਸਿਰਫ ਮਤਲਬ ਦੇਖੋ ਜੀ ਤਕਲੀਫ ਆਪਾਂ ਨੂੰ ਆ, ਮੰਨ ਲਓ ਮੇਰੇ ਸਿਰ 'ਤੇ ਛੱਤ ਆ ਅਤੇ ਉਹ ਚਾਹੁੰਦੀ ਆ ਅਤੇ ਮੇਰੇ ਸਿਰ 'ਤੇ ਛੱਤ ਚਾਹੁੰਦੀ ਆ ਤਾਂ ਉਹ ਇੱਕ ਪੋਲਿਸੀ ਫੇਲੀਅਰ ਹੋ ਸਕਦਾ ਵੀ ਮੈਨੂੰ ਮਤਲਬ ਇਕੁਅਲ ਓਪਰਚੁਨਿਟੀ ਨਹੀਂ ਮਿਲੀ ਜਾਂ ਮੈਨੂੰ ਕੰਮ ਨਹੀਂ ਮਿਲਿਆ, ਬੇਰੁਜ਼ਗਾਰੀ ਆ, ਪੋਲਿਸੀ ਫੇਲੀਅਰ ਆ। ਪਰ ਕੀ ਮੈਂ ਮਤਲਬ ਉਹ ਚਾਹੁੰਦੀ ਛੱਤ ਥੱਲੇ ਬੈਠਾ ਰਹਾਂ ਵੀ ਪੋਲਿਸੀ ਫੇਲੀਅਰ ਕਹਿ ਕੇ ਮੋਰੀਆਂ ਤਾਂ ਮੁੰਦਣੀਆਂ ਪੈਣੀਆਂ, ਯਾਨੀ ਆਪਦਾ ਤਾਂ ਮਤਲਬ ਆਪਦਾ ਪਿੱਛਾ ਤਾਂ ਆਪ ਢਕਣਾ ਨਾ ਜੀ। ਹਾਂ, ਅਤੇ ਇਹ ਜਿਹੜਾ ਹੁਣ ਤੁਸੀਂ ਕਨਸੈਪਟ ਤਾਂ ਤੁਹਾਡਾ ਸਮਝ ਆ ਗਿਆ ਵੀ ਤੁਸੀਂ ਜਿਹੜਾ ਸ਼ੁਰੂ ਕੀਤਾ ਇਹ ਤੁਹਾਨੂੰ ਪਹਿਲੇ ਦਿਨੋਂ ਹੀ ਅਹਿਸਾਸ ਹੈ ਵੀ ਇਕੱਲੇ ਕਿਸਾਨ ਦਾ ਕੰਮ ਨਹੀਂ ਹੈਗਾ, ਹੈ ਨਾ। ਪਰ ਫਿਰ ਵੀ ਇਹ ਹੈ ਵੀ ਤੁਸੀਂ ਇਹ ਜਿਹੜੀ ਖੇਤੀ ਕੀਤੀ ਹੈ ਇਹਦੇ 'ਚ ਮਤਲਬ ਤੁਹਾਨੂੰ ਮਤਲਬ ਸਫਲਤਾ ਮਿਲੀ ਹੈ। ਇਹ ਜਿਹੜੀ ਇਹ ਤੁਹਾਡੀ ਹਲਦੀ ਦੀ ਫਸਲ ਹੈ ਇਹ ਸਾਲ 'ਚ ਮਤਲਬ ਇੱਕ ਵਾਰੀ ਹੋਈ ਹੁੰਦੀ ਹੈ ਮੇਰੇ ਖਿਆਲ 'ਚ। ਇਹ ਪੂਰੇ ਸਾਲ ਤਕਰੀਬਨ ਪੂਰੇ ਸਾਲ ਦੀ ਫਸਲ ਹੈ ਜੀ। ਮਤਲਬ 2 ਫਸਲਾਂ ਦੀ ਥਾਂ 'ਤੇ ਇੱਕ ਹੀ ਹੁੰਦੀ ਹੈ। ਹਾਂਜੀ, ਇੱਕ ਫਸਲ ਹੁੰਦੀ। ਅਤੇ ਇਹ ਜਿੰਨਾ ਕੁ ਤੁਹਾਡਾ ਹੁਣ ਤਜਰਬਾ ਹੈ 3-4 ਸਾਲ ਦਾ, ਇਹਦੇ 'ਚ ਮਤਲਬ ਤੁਹਾਨੂੰ ਕਿੰਨਾ ਮਤਲਬ ਰਵਾਇਤੀ ਫਸਲਾਂ ਜਿੰਨਾ ਪ੍ਰੋਫਿਟ ਆਇਆ ਜਾਂ ਉਦੋਂ ਵੱਧ ਆਇਆ? ਜਾਂ ਇਹ ਜੀ ਰਵਾਇਤੀ ਫਸਲਾਂ ਤੋਂ ਮਤਲਬ 1.5 ਤੋਂ 2 ਗੁਣਾ ਵੱਧ ਤੁਹਾਨੂੰ ਪ੍ਰੋਫਿਟ ਦਿੰਦੀ ਹੈ, ਪਰ ਇਹ ਦਿੰਦੀ ਤਾਂ ਜੇ ਜਾਣੀ ਆਪਾਂ ਰਿਟੇਲ ਕਰਦੇ ਹਾਂ। ਜੇ ਆਪਾਂ ਹੋਲਸੇਲ ਇਹਨੂੰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ ਫਿਰ ਬ੍ਰੇਕ ਈਵਨ ਹੋ ਸਕਦਾ, ਦੂਜੀਆਂ ਫਸਲਾਂ ਦੇ ਬਰਾਬਰ ਚਲੀ ਜਾਵੇ ਜਾਂ ਘੱਟ ਵੀ ਰਹਿ ਜੇ, ਜਾਣੀ ਇਹ ਹੈ ਜੀ। ਪਰ ਇਹ ਜੇ ਜਾਣੀ ਆਪਾਂ ਖੁਦ, ਮੈਂ ਉਹੀ ਗੱਲ ਕਰ ਰਿਹਾ ਜੀ, ਕਿਉਂਕਿ ਮਾਰਕੀਟ ਪਾਵਰ ਆ ਜਿਹੜੀ ਜਾਣੀ ਅੱਜ ਦੀ ਕਲਾ ਜਿਹੜੀ ਉਹ ਪੈਦਾ ਕਰਨਾ ਰਹਿ ਹੀ ਨਹੀਂ ਗਿਆ, ਕਲਾ ਹੀ ਮਾਰਕੀਟ ਕਰਨਾ ਹੋ ਗਿਆ। ਜਾਣੀ ਜੇ ਤੁਸੀਂ ਮਤਲਬ ਅੱਜ ਜੇ ਵਪਾਰੀ ਕੋਲੇ ਸਿੱਟ ਕੇ ਆਉਣੀ ਹੈ ਤਾਂ ਫਿਰ ਇਹ ਘਾਟੇ 'ਚ ਵੀ ਜਾ ਸਕਦੀ ਹੈ ਜਾਂ ਰਵਾਇਤੀ ਫਸਲ ਦੇ ਬਰਾਬਰ ਵੀ ਜਾ ਸਕਦੀ ਹੈ। ਪ੍ਰੋਫਿਟ ਵੱਧ ਲੈਣਾ ਤਾਂ ਤੁਹਾਨੂੰ ਆਪ ਮਾਰਕੀਟਿੰਗ ਕਰਨੀ ਪਊਗੀ ਜੀ। ਅਤੇ ਇਹ ਮਤਲਬ ਤੁਸੀਂ ਪਹਿਲੇ ਸਾਲ ਹੀ ਇੰਨੀ 9 ਏਕੜ ਲਾਤੀ ਸੀ ਜਾਂ? ਨਹੀਂ ਜੀ, ਪਹਿਲਾਂ ਅਸੀਂ ਥੋੜ੍ਹੇ ਤੋਂ ਸ਼ੁਰੂ ਕੀਤਾ ਸੀਗਾ ਜੀ। ਪਹਿਲਾਂ ਅਸੀਂ 2 ਏਕੜ ਲਾਏ ਸੀਗੇ ਜੀ। ਪਹਿਲਾ ਸਾਲ ਜਾਣੀ ਇਮਤਿਹਾਨ ਦਾ ਸਾਲ ਹੀ ਸੀਗਾ ਜੀ। ਉਦੋਂ ਅਸੀਂ ਆਪ ਮਤਲਬ ਮੈਂ ਪਿੰਡਾਂ ਜਾ ਕੇ ਗੁਰਦੁਆਰਾ ਸਾਹਿਬ ਖੜ੍ਹ ਕੇ ਬੋਲਣਾ ਅਤੇ ਇੱਦਾਂ ਅਸੀਂ ਹੌਲੀ ਹੌਲੀ ਸੇਲ ਕੀਤੀ ਜੀ। ਪਹਿਲਾਂ ਲੋਕਾਂ ਨੇ ਕਿਸੇ ਨੇ ਪਾਈ ਆ, ਕਿਸੇ ਨੇ ਪਹਿਲਾਂ ਅਸੀਂ ਬਹੁਤ ਫ੍ਰੀ ਵੀ ਦਿੱਤੀ ਲੋਕਾਂ ਨੂੰ ਵੀ ਅਗਲੇ ਨੂੰ ਪਤਾ ਲੱਗੇ ਕੁਆਲਿਟੀ ਦਾ, ਕਿਉਂਕਿ ਆਪਾਂ ਨੂੰ ਆਪਦੀ ਕੁਆਲਿਟੀ 'ਤੇ ਭਰੋਸਾ ਸੀਗਾ ਵੀ ਅਗਲੇ ਨੇ ਜਿਹਨੇ ਇੱਕ ਵਾਰੀ ਖਾ ਲਈ ਉਹ ਬਾਅਦ 'ਚ ਆਪਣੇ ਕੋਲ ਆਊਗਾ ਜੀ। ਫਿਰ ਹੌਲੀ ਜੀ ਮਤਲਬ ਲੋਕਾਂ ਨੇ ਜਿਵੇਂ ਕਿਸੇ ਨੇ ਅੱਧਾ ਕਿੱਲੋ ਲੈ ਲਈ, ਉਹਨੇ ਦੇਖ ਲਈ, ਉਹਨੇ ਫਿਰ ਜਦੋਂ ਬਾਜ਼ਾਰ 'ਚੋਂ ਲਿਆਂਦੀ ਉਹਨੂੰ ਪਤਾ ਲੱਗਿਆ ਬਹੁਤ ਜ਼ਿਆਦਾ ਫਰਕ ਆ ਅਤੇ ਉਹ ਹੌਲੀ ਜੀ ਮਤਲਬ ਲੋਕ ਲੈਣ ਲੱਗ ਗਏ। ਫਿਰ ਉਹ ਗੁਆਂਢੀਆਂ ਨੂੰ ਦੱਸਣ ਲੱਗ ਗਏ ਤਾਂ ਹੌਲੀ ਇੱਦਾਂ ਆਪਣੀ ਮਾਰਕੀਟਿੰਗ ਬਣਦੀ ਗਈ ਜੀ। ਫਿਰ ਸਾਨੂੰ ਲੋਕਾਂ ਨੂੰ ਜਾਣੀ ਐਜੂਕੇਟ ਵੀ ਕਰਨਾ ਪਿਆ ਜੀ ਕਿਤੇ ਨਾ ਕਿਤੇ, ਕਿਉਂਕਿ ਲੋਕ ਕਹਿੰਦੇ ਸੀ ਤਾਂ ਰੰਗ ਨਹੀਂ ਉਵੇਂ ਦਾ ਬਣਦਾ। ਜਾਂ ਹੁਣ ਦੇਖੋ ਜਿਹੜੀ ਨੈਚੁਰਲ ਚੀਜ਼ ਹੈਗੀ ਜੀ ਉਹਦਾ ਰੰਗ ਅਸੀਂ ਡਾਈ ਵਰਗਾ ਕੈਮੀਕਲ ਵਰਗਾ ਨਹੀਂ ਬਣਾ ਸਕਦੇ, ਕੁਦਰਤੀ ਗੱਲ ਹੈ ਜੀ। ਜਿਵੇਂ ਹੋਟਲ ਦੀ ਚਟਨੀ ਅਤੇ ਘਰ ਦੀ ਚਟਨੀ ਦਾ ਰੰਗ ਨਹੀਂ ਮਿਲਦਾ। ਹਾਂਜੀ, ਬਿਲਕੁਲ ਨਹੀਂ ਮਿਲਦਾ ਜੀ। ਕਿਉਂਕਿ ਦੇਖੋ ਇੱਕ ਜਿਵੇਂ ਹੁਣ ਜੀ ਜਿਵੇਂ ਹਲਦੀ ਹੈ ਇਹਦੇ ਵਿੱਚ ਕਈ ਕਿਸਮ ਦੀਆਂ ਮਿਲਾਵਟਾਂ ਹੁੰਦੀਆਂ ਨੇ ਜੀ। ਤਾਂ ਜਿਵੇਂ ਜਿਹੜੀਆਂ ਚੰਗੀਆਂ ਕੰਪਨੀਆਂ ਨੇ ਸਟਾਰਚ ਪਾਉਂਦੀਆਂ ਨੇ ਡਾਈ ਦੇ ਕੇ ਜੀ, ਤਾਂ ਜਿਹੜੀਆਂ ਮਤਲਬ ਜਿਵੇਂ ਚੌਲਾਂ ਦੀ ਕਣਕੀ ਪੈਂਦੀ ਹੈ, ਇੱਥੋਂ ਤੱਕ ਕਿ ਮਿੱਟੀ ਵੀ ਪੈਂਦੀ ਹੈ ਜੀ। ਜਿਹੜੀ ਹੁਣ ਤੁਹਾਨੂੰ ਹਲਦੀ 110 ਰੁਪਏ 120 ਰੁਪਏ ਮਾਰਕੀਟ 'ਚ ਮਿਲਦੀ ਹੈ, ਉਹਦੇ 'ਚ ਮਿੱਟੀ ਪਾਈ ਹੁੰਦੀ ਹੈ ਜੀ। ਉਹ ਮਤਲਬ ਸੰਭ ਵੀ ਨਹੀਂ ਹੈਗਾ ਉਹਨੂੰ ਪੈਦਾ ਕਰਨਾ। ਹੁਣ ਜਿਹੜਾ ਉਹਦਾ ਰੰਗ ਹੈਗਾ ਜੀ, ਕਿਉਂਕਿ ਆਪਾਂ ਕਿਸੇ ਵੀ ਚੀਜ਼ ਤੋਂ ਜੀ ਦੇਖੋ ਜਿਹੜੀਆਂ ਮਤਲਬ ਪਹਿਲਾਂ ਮੂਹਰੇ ਰੱਬ ਨੇ ਬੰਦੇ ਨੂੰ ਅੱਖਾਂ ਦਿੱਤੀਆਂ ਨੇ, ਕੰਨ ਮਗਰ ਨੇ। ਪਹਿਲਾਂ ਬੰਦਾ ਦੇਖਦਾ ਚੀਜ਼ ਨੂੰ, ਜਦੋਂ ਦੇਖਦਾ ਵਿਜ਼ੂਅਲੀ ਕਿਸੇ ਚੀਜ਼ ਨੂੰ ਦੇਖਦਾ ਗਾ ਜੀ, ਤਾਂ ਉਹ ਵਿਜ਼ੂਅਲੀ ਦੇਖਣ ਦੇ ਨਾਲ ਉਹਦੇ ਤੋਂ ਇੰਪਰੈਸ ਹੁੰਦਾ। ਬਾਕੀ ਜਿਹੜੇ ਉਹਦੇ ਗੁਣ ਨੇ ਉਹਨੂੰ ਖਾ ਕੇ ਦੇਖਣਾ ਜਾਂ ਉਹਦੇ ਬਾਰੇ ਕਿਸੇ ਤੋਂ ਸੁਣਨਾ ਜਾਂ ਕੁਛ ਵੀ, ਉਹ ਤਾਂ ਬਾਅਦ 'ਚ ਹੈ ਜੀ। ਪਹਿਲਾਂ ਆਪਾਂ ਕਿਸੇ ਚੀਜ਼ ਨੂੰ ਦੇਖਦੇ ਹਾਂ, ਜਦੋਂ ਦੇਖਦੇ ਹਾਂ ਤਾਂ ਉਹ ਵਿਜ਼ੂਅਲੀ ਆਪਣੇ ਕੀ ਬਣਿਆ ਹੋਇਆ ਵੀ ਹਲਦੀ ਦਾ ਇੱਦਾਂ ਦਾ ਪੀਲਾ ਬਰਾਈਟ ਕਲਰ ਹੁੰਦਾ, ਐਂ ਹੁੰਦਾ। ਉਹ ਬੰਦਾ ਉਹਨੂੰ ਦੇਖ ਕੇ ਲੈਂਦਾ ਜੀ। ਜਦੋਂ ਉਹਨੂੰ ਦੇਖ ਕੇ ਲੈਂਦਾ ਤਾਂ ਉਹਨੂੰ ਮਤਲਬ ਉੱਦਾਂ ਦਾ ਦਿਖਾਉਣ ਵਾਸਤੇ ਉਹਦੇ 'ਚ ਡਾਈ ਪਾ ਦਿੰਦੇ ਨੇ ਜੀ। ਜਾਂ ਜਿਵੇਂ ਹੁਣ ਦਾਲਾਂ ਹੀ ਨੇ ਜੀ, ਜਿਵੇਂ ਹੁਣ ਮੂੰਗੀ ਆ, ਮੂੰਗੀ ਨੂੰ ਮਤਲਬ ਅਗਲਾ ਹਰਾ ਰੰਗ ਦਿੰਦਾ, ਜਾਂ ਮਸਰੀ ਨੂੰ ਜਿਹੜਾ ਜਲੇਬੀ ਵਾਲਾ ਰੰਗ ਹੁੰਦਾ ਔਰੇਂਜ ਆ, ਉਹ ਪੋਲਿਸ਼ ਕਰਿਆ ਜਾਂਦਾ ਰੰਗ, ਕਿਉਂਕਿ ਅਗਲਾ ਵਿਜ਼ੂਅਲੀ ਦੇਖਦਾ ਹੈ ਨਾ ਜੀ। ਤਾਂ ਸਾਨੂੰ ਹੌਲੀ ਲੋਕਾਂ ਨੂੰ ਸਮਝਾਉਣਾ ਪਿਆ ਵੀ ਇਹਦਾ ਰੰਗ ਮਤਲਬ ਇੱਦਾਂ ਨਹੀਂ ਹੁੰਦਾ। ਅਤੇ ਫਿਰ ਜਾਂ ਜਿਵੇਂ ਪਹਿਲਾਂ ਕੀ ਦਿੱਕਤ ਆਉਣੀ ਜੀ, ਕਿਉਂਕਿ ਇਹਦੀ ਪੋਟੈਂਸੀ ਜ਼ਿਆਦਾ ਆ, ਲੋਕਾਂ ਨੇ ਵੱਧ ਪਾ ਲੈਣੀ, ਫਿਰ ਅਗਲੇ ਨੇ ਕਹਿਣਾ ਯਾਰ ਇਹ ਸੈੱਟ ਜਾਂ ਨਹੀਂ ਆਉਂਦਾ। ਫਿਰ ਅਗਲੇ ਨੇ ਸਮਝਾਇਆ ਵੀ ਦੇਖੋ ਉਹਦੇ ਮੁਕਾਬਲੇ ਇਹਦੀ ਕੁਆਂਟਿਟੀ ਘੱਟ ਪੈਂਦੀ ਆ, ਤੁਸੀਂ ਥੋੜ੍ਹੀ ਪਾਉਣੀ ਸ਼ੁਰੂ ਕਰੋ, ਫਿਰ ਉਹਨੂੰ ਲੋੜ ਦੇ ਮੁਤਾਬਕ ਵਧਾ ਕੇ ਆਪਦੀ ਸੈਟਿੰਗ ਕਰੋ ਵੀ ਸਾਡੀ ਕਿੱਥੇ ਇਹਦੇ 'ਤੇ ਲੱਗਦੀ ਆ। ਅਤੇ ਉਦੋਂ ਜੀ ਮਤਲਬ ਅੱਗੇ ਜੇ ਹੁਣ ਦੇਖੀਏ, ਚਲੋ 3 ਸਾਲ ਨਿਕਲ ਗਏ। ਹੁਣ ਪਿਛਲੇ 2 ਸਾਲਾਂ 'ਚ ਜੀ ਮਤਲਬ ਪਹਿਲੀ ਵਾਰੀ ਵੀ ਸਾਡੀ ਮਤਲਬ ਜਦੋਂ ਲਾਈ ਸੀਗੀ ਉਦੋਂ ਪਹਿਲਾਂ ਮੁੱਕ ਗਈ ਸੀਗੀ, ਉਹਦੇ ਤੋਂ ਫਿਰ ਵੀ ਪਹਿਲਾਂ ਮੁੱਕ ਗਈ ਸੀ। ਇਸ ਵਾਰ ਵੀ ਹਾਲਾਤ ਇੱਦਾਂ ਲੱਗਦੇ ਨੇ ਜੀ, ਹਾਲਾਂਕਿ ਇਸ ਵਾਰ ਸਾਡੇ ਕੋਲ 9 ਏਕੜ ਦੀ ਕਰੌਪ ਆ, ਪਰ ਫਿਰ ਵੀ ਲੱਗ ਰਿਹਾ ਵੀ ਮੁੱਕ ਜੂਗੀ ਜਿਹੜੇ ਹਿਸਾਬ ਨਾਲ ਜਿੰਨੀ ਸਪੀਡ 'ਤੇ ਜਾ ਰਹੀ ਹੈ। ਕਿਉਂਕਿ ਜਿਹੋ ਜਿਹਾ ਮਤਲਬ ਅਸੀਂ ਪ੍ਰੋਡਕਸ਼ਨ ਵਧਾ ਲਈ, ਉਹੋ ਜਿਹਾ ਸਾਡਾ ਦਾਇਰਾ ਵੀ ਵੱਧ ਗਿਆ। ਹੁਣ ਸਾਡੇ ਕੋਲ ਲੋਕ ਬਹੁਤ ਦੂਰੋਂ ਵੀ
ਮਤਲਬ ਲੈਣ ਆਉਂਦੇ ਹੈਗੇ ਜੀ। ਕੋਈ ਇੱਧਰ ਲੰਘਣ ਵਾਲਾ, ਕੋਈ ਦੂਰ ਦਾ ਬੰਦਾ ਵੀ ਮੇਨ ਰੋਡ ਤੋਂ ਲੰਘਦਾ, ਉਹ ਵੀ ਪਤਾ ਕਰਕੇ 5-6 ਕਿਲੋਮੀਟਰ ਪਿੰਡ 'ਚ ਆ ਕੇ ਹਲਦੀ ਲੈ ਕੇ ਜਾਂਦਾ ਜੀ। ਦੇਖੋ ਅਗਲਾ 1000 ਰੁਪਏ ਦਾ ਤੇਲ ਮਚਾ ਕੇ ਆਵੇ ਅਤੇ 200 ਰੁਪਏ ਕਿਲੋ ਦੀ ਹਲਦੀ ਲੈ ਕੇ ਜਾਵੇ, ਤਾਂ ਸਾਡੇ ਵਾਸਤੇ ਮਤਲਬ ਇੱਦੋਂ ਮੈਨੂੰ ਨਹੀਂ ਲੱਗਦਾ ਵੀ ਇੱਦੋਂ ਵੱਧ ਮਾਣ ਵਾਲੀ ਕੋਈ ਗੱਲ ਹੋ ਸਕਦੀ ਆ, ਕਿਉਂਕਿ ਕੋਈ ਅਡਲਟਰੇਸ਼ਨ ਨਹੀਂ, ਸਿੱਧੀ ਫੀਲਡ ਤੋਂ ਅਗਲੇ ਨੂੰ ਚੀਜ਼ ਮਿਲ ਰਹੀ ਹੈ, ਹੈ ਨਾ ਜੀ। ਅਤੇ ਬਾਕੀ ਜਿਹੜੇ ਪ੍ਰੋਸੈਸ ਨਾਲ ਅਸੀਂ ਇਹਨੂੰ ਪ੍ਰੋਸੈਸ ਕਰ ਰਹੇ ਹਾਂ, ਮਤਲਬ ਹੀਟ ਟਰੀਟ ਕਰ ਰਹੇ ਹਾਂ, ਉਹ ਆਪਟੀਮਾਈਜ਼ਡ ਆ ਪ੍ਰੋਪਰ। ਉਹ ਮਤਲਬ ਵੱਧ ਤੋਂ ਵੱਧ ਉਹਦੀ ਨਿਊਟਰੀਸ਼ਨ ਆ ਜਿਹੜੀ ਉਹਨੂੰ ਵਿਦ ਹੈਲਡ ਕਰਦਾ ਵੀ ਨਿਕਲੇ ਨਾ, ਜਿਹੜਾ ਤੇਲ ਆ ਉਹ ਪਾਣੀ 'ਚ ਨਾ ਨਿਕਲੇ ਜਾਂ ਇੱਦਾਂ ਮਤਲਬ ਮਤਲਬ ਜਿਵੇਂ ਹੁਣ ਆਪਣੇ ਕੋਲ ਜਿਹੜੀ ਪ੍ਰੋਡਕਟ ਹੈ ਜੀ, ਇਹਦੇ 'ਚ 8-9% ਤੇਲ ਹੁੰਦਾ ਹੈਗਾ ਜੀ। ਤਾਂ ਮਤਲਬ ਤੁਸੀਂ ਲਾ ਲਓ ਵੀ 1 ਕਿੱਲੋ ਮਗਰ ਕਿੰਨੇ ਗ੍ਰਾਮ ਉਹਦੇ 'ਚ, ਮਤਲਬ 80-90 ਗ੍ਰਾਮ ਉਹਦੇ 'ਚ ਤੇਲ ਹੋ ਗਿਆ ਜੀ। ਤਾਂ ਉਹ ਹੌਲੀ ਜਾਣੀ ਲੋਕਾਂ ਨੂੰ, ਜਿਵੇਂ ਹੁਣ ਅਗਲੇ ਨੇ ਪੈਕਟ ਖੋਲ੍ਹਣਾ ਜੀ, ਅਗਲੇ ਨੂੰ ਜਦੋਂ ਖੁਸ਼ਬੂ ਆਉਣੀ ਅਗਲੇ ਨੂੰ ਪਤਾ ਲੱਗਣਾ ਵੀ ਹਾਂ ਇਹ ਪਿਓਰ ਚੀਜ਼ ਆ। ਕਿਉਂਕਿ ਜੀ ਜਿਹੜੀਆਂ ਮਤਲਬ ਜਿਵੇਂ ਮਾਰਕੀਟ 'ਚ ਪ੍ਰੋਡਕਟ ਆਉਂਦਾ ਜੀ, ਤਾਂ ਉਹਦੀ ਆਇਲ ਦੀ ਸਟੈਂਡਰਡਾਈਜੇਸ਼ਨ ਕੀਤੀ ਜਾਂਦੀ ਹੈ। ਮਤਲਬ ਹਲਦੀ 'ਚੋਂ ਤੇਲ ਕੱਢਣਾ ਸੌਖਾ ਹੀ ਕੀਤਾ, ਕੋਈ ਬੜਾ ਔਖਾ ਨਹੀਂ ਹੁੰਦਾ ਪਾਊਡਰ 'ਚੋਂ ਤੇਲ ਨੂੰ ਕੱਢਣਾ, ਹੈ ਨਾ ਜੀ। ਉਹ ਤੇਲ ਕੱਢ ਕੇ ਕਾਸਮੈਟਿਕ ਕੰਪਨੀ ਨੂੰ ਅੱਡ ਵਿਕਦਾ ਅਤੇ ਉਹਦੀ ਸਟੈਂਡਰਡਾਈਜੇਸ਼ਨ ਕੀਤੀ ਜਾਂਦੀ ਹੈ, ਇਹਦੇ 'ਚ 2% ਤੇਲ ਆ ਜਾਂ 3% ਤੇਲ ਆ। ਕਿਉਂਕਿ ਜਿਹੜਾ ਤੇਲ ਆ ਉਹ ਪੈਕੇਜਿੰਗ ਨੂੰ ਖਰਾਬ ਕਰਦਾ, ਮਤਲਬ ਸ਼ੈਲਫ ਲਾਈਫ ਵਾਸਤੇ ਹਲਦੀ ਦੇ ਵਿੱਚ ਜਿਹੜਾ ਤੇਲ ਆ ਉਹ ਮਾੜਾ ਹੁੰਦਾ, ਉਹਨੂੰ ਮਤਲਬ ਅਗਲੇ ਦਾ ਡੱਬਾ ਖਰਾਬ ਹੋਣਾ, ਪੈਕਟ ਖਰਾਬ ਹੋਣਾ, ਹੈ ਨਾ ਜੀ। ਤਾਂ ਪਹਿਲਾਂ ਸਾਨੂੰ ਇਹ ਵੀ ਦਿੱਕਤ ਆਉਂਦੀ ਹੁੰਦੀ ਸੀ ਜੀ, ਅਗਲੇ ਨੇ ਘਰੇ ਲਿਜਾ ਕੇ ਹਲਦੀ ਰੱਖ ਲਈ, ਸਪੋਜ਼ ਕਰੋ ਜੀ 5-7 ਦਿਨ 10 ਦਿਨ ਉਵੇਂ ਪਈ ਰਹੀ, ਤਾਂ ਹੌਲੀ ਜਿਹੜਾ ਆਇਲ ਸੀਗਾ ਜੀ ਉਹ ਬਾਹਰ ਆਉਣ ਲੱਗ ਜਾਂਦਾ ਲਿਫਾਫੇ ਦੇ ਬਾਹਰ, ਕਿਉਂਕਿ ਨੈਚੁਰਲ ਚੀਜ਼ ਆ, ਉਹਨੇ ਰਿਐਕਟ ਤਾਂ ਕਰਨਾ ਹੀ ਆ ਮਟੀਰੀਅਲ ਦੇ ਨਾਲ ਜੀ। ਤਾਂ ਹੌਲੀ ਜਾਣੀ ਅਗਲੇ ਨੇ ਕਹਿਣਾ ਖਰਾਬ ਹੋ ਗਈ। ਫਿਰ ਅਸੀਂ ਹੌਲੀ ਲੋਕਾਂ ਨੂੰ ਸਮਝਾਇਆ ਵੀ ਦੇਖੋ ਇਹ ਐਕਚੁਅਲ 'ਚ ਖਰਾਬ ਨਹੀਂ ਹੋਈ, ਇਹਦੀ ਗੁਣਵੱਤਾ ਦਾ ਇੱਕ ਸਕੇਲ ਆ। ਤੁਸੀਂ ਦੇਖ ਰਹੇ ਹੋ ਵੀ ਇਹਦੇ ਇੰਨਾ ਤੇਲ ਆ ਵੀ ਤੇਲ ਬਾਹਰ ਆਉਣਾ ਸ਼ੁਰੂ ਹੋ ਗਿਆ, ਮਤਲਬ ਇੰਨਾ ਜ਼ਿਆਦਾ ਤੇਲ ਆ ਵੀ ਜਿਹੜੀ ਬਾਜ਼ਾਰ ਵਾਲੀ ਹਲਦੀ ਹੁੰਦੀ ਆ ਉਹ ਸਟੈਂਡਰਡਾਈਜ਼ ਕੀਤੀ ਹੁੰਦੀ ਆ ਕੰਪਨੀਆਂ ਨੇ, ਤਾਂ ਕਰਕੇ ਉਹ ਜਿਹੜਾ ਤੇਲ ਹੈਗਾ ਉਹ ਬਾਹਰ ਨਹੀਂ ਆਉਂਦਾ। ਜਾਂ ਜਿਵੇਂ ਹੁਣ ਉਹਦੇ ਵਿੱਚ ਸਟਾਰਚ ਐਡ ਹੋ ਗਿਆ ਜੀ, ਤਾਂ ਉਹ ਸਟਾਰਚ ਨੇ ਉਹਨੂੰ ਸੋਕ ਲੈਣਾ ਆਇਲ ਨੂੰ, ਤਾਂ ਉਹਨੇ ਕੀ ਬਾਹਰ ਆਉਣਾ, ਜਾਂ ਮਤਲਬ ਵੈਸੇ ਉਹਦੀ ਪਰਸੈਂਟੇਜ ਘੱਟ ਜਾਂਦੀ ਹੈ, ਅੱਧੀ ਮਿਲਾਵਟੀ ਹੋ ਗਈ। ਹਾਂਜੀ, ਜਦੋਂ ਅੱਧੀ ਮਿਲਾਵਟ ਹੋ ਗਈ, ਜਿਵੇਂ 20-25% ਮਿਲਾਵਟ ਹੋ ਗਈ, ਤਾਂ ਉਹ ਚੌਥਾ ਤੀਜਾ ਹਿੱਸਾ ਰਹਿ ਗਿਆ ਜੀ, ਹੈ ਨਾ। ਉਹਨੇ ਕੀ ਉਹ ਕਰਨਾ ਜੀ। ਤਾਂ ਇਹੋ ਜਿਹੀਆਂ ਦਿੱਕਤਾਂ ਹੌਲੀ ਆਈਆਂ ਸੀਗੀਆਂ ਜੀ। ਤਾਂ ਇਹ ਮਤਲਬ ਪਹਿਲੇ 2 ਸਾਲਾਂ 'ਚ ਹੀ, ਪਹਿਲੇ ਸਾਲ 'ਚ ਹੀ ਖੈਰ ਵੈਸੇ ਰਿਜ਼ੋਲਵ ਹੀ ਹੋ ਗਈਆਂ ਸੀਗੀਆਂ ਜੀ ਆਲਮੋਸਟ, ਅਤੇ ਫਿਰ ਨਹੀਂ ਦਿੱਕਤ ਆਈ ਜੀ। ਫਿਰ ਤਾਂ ਲੋਕ ਹੁਣ ਤਾਂ ਮਤਲਬ ਸਾਡੇ ਕੋਲ ਘਰੋਂ ਸੇਲ ਆ ਜੀ ਸਾਰੀ, ਅਸੀਂ ਕਿਤੇ ਲੈ ਕੇ ਵੀ ਨਹੀਂ ਜਾਂਦੇ, ਹੁਣ ਤਾਂ ਘਰੋਂ ਹੀ ਅਗਲਾ ਆਪ ਹੀ ਆਉਂਦਾ ਅਤੇ ਲੈ ਜਾਂਦਾ ਗਾ ਜੀ। ਅਤੇ ਦੂਰੋਂ ਆਉਂਦੇ ਨੇ ਲੋਕ ਜੀ, ਮਤਲਬ ਬਹੁਤ ਦੂਰੋਂ ਲਵੇ ਲਾਉਣੇ ਦੇ ਪਿੰਡਾਂ 'ਚੋਂ ਹੋਰ ਜੀ, ਸਪੈਸ਼ਲ ਆ ਕੇ ਅਗਲਾ ਲੈ ਕੇ ਜਾਂਦਾ ਗਾ ਜੀ। ਤਾਂ ਜਿਵੇਂ ਹੁਣ ਸਿਟੀਜ਼ ਹੈ ਜੀ, ਕਈ ਵਾਰੀ ਲੋਕ ਮਤਲਬ ਇਕੱਠੇ ਹੋ ਕੇ ਫੋਨ ਕਰ ਦਿੰਦੇ ਨੇ ਵੀ ਸਾਨੂੰ 10-20 ਕਿੱਲੋ ਦੇ ਜਾਓ ਜੀ, ਲਵੇ ਲਾਉਣੇ 5-10 ਘਰਾਂ ਨੇ ਅਸੀਂ ਲੈਣੀਆਂ, ਇੱਦਾਂ ਚੱਲੀ ਜਾ ਰਿਹਾ ਹੈ ਜੀ। ਅਤੇ ਇਹਦੀ ਜਿਹੜੀ ਪ੍ਰੋਡਕਸ਼ਨ ਹੈ ਇਹ ਮਤਲਬ ਕਿੰਨੀ ਹੋ ਜਾਂਦੀ ਹੈ 1 ਕਿੱਲੇ 'ਚੋਂ? ਇਹਦਾ ਜਿਹੜਾ ਐਵਰੇਜ ਯੀਲਡ ਹੈਗਾ ਜੀ ਪੰਜਾਬ ਦੇ ਵਿੱਚ ਨਾ, ਮਤਲਬ ਵੈਸੇ ਤਾਂ ਚਲੋ ਵੈਰਾਈਟੀ ਟੂ ਵੈਰਾਈਟੀ ਥੋੜ੍ਹਾ ਯੀਲਡ ਵੇਰੀ ਕਰਦਾ, ਬਟ ਸਟਿਲ ਜਿਹੜਾ ਐਵਰੇਜ ਯੀਲਡ ਹੈਗਾ ਜੀ ਉਹ 70 ਕੁਇੰਟਲ ਤਾਂ ਯਾਨੀ ਘੱਟ ਤੋਂ ਘੱਟ ਆ ਜੀ। ਤਾਂ ਜਿਵੇਂ ਹਾਂਜੀ, ਪਿਛਲੇ ਸਾਲ ਜਿਵੇਂ ਹੁਣ ਸਾਡਾ ਵਧੀਆ ਸੀਗੀ ਜੀ ਫਸਲ, ਤਾਂ 125 ਕੁਇੰਟਲ ਵਾਂਗੂ ਅਸੀਂ ਵੈਟ ਯੀਲਡ ਆ ਜਿਹੜਾ ਲਿਆ ਹੈਗਾ ਜੀ 1 ਏਕੜ ਦਾ। ਤਾਂ ਉਹਦੇ 'ਚੋਂ ਜੀ ਤਕਰੀਬਨ 15% ਰਿਕਵਰੀ ਤਾਂ ਆਲਮੋਸਟ ਹੋ ਹੀ ਜਾਂਦੀ ਹੈ ਜੀ, ਜਿਹੜੀ ਪਾਊਡਰ ਦੀ ਰਿਕਵਰੀ ਆ। ਅਤੇ ਇਹਦਾ ਮਤਲਬ ਤਾਂ ਇਹ ਆ ਵੀ ਫਿਰ ਤੁਸੀਂ ਅਗਲੇ ਸਾਲ ਹੋਰ ਵਧਾਓਗੇ? ਹਾਂਜੀ, ਅਗਲੇ ਸਾਲ ਹੋਰ ਵਧਾਵਾਂਗੇ ਜੀ। ਹਜੇ ਤਾਂ ਜੀ ਪਿਛਲੇ ਮਤਲਬ ਜਿਵੇਂ ਅਸੀਂ ਹਜੇ ਤਾਂ ਇਹੀ ਕਰ ਰਹੇ ਹਾਂ ਜੀ ਵੀ ਹਰੇਕ ਸਾਲ ਵਧਾ ਹੀ ਰਹੇ ਹਾਂ ਜੀ। ਹੁਣ ਹੌਲੀ ਮਤਲਬ ਦੇਖਾਂਗੇ ਜੀ ਕਿੱਥੇ ਮਤਲਬ ਸੈਚੂਰੇਸ਼ਨ ਆਉਂਦੀ ਹੈ ਜੀ। ਅਤੇ ਨਾਲ ਦੀ ਨਾਲ ਆਪਾਂ ਮਤਲਬ ਐਂ ਵੀ ਦਰਸ਼ਕਾਂ ਨੂੰ ਦਿਖਾ ਵੀ ਦਈਏ, ਹੈ ਨਾ। ਇਹ ਜਿਹੜੀ ਸਾਰੀ ਇਹ ਕਰਦੇ ਨੇ ਪ੍ਰੋਡਕਸ਼ਨ, ਇਕੱਲੀ ਪ੍ਰੋਡਕਸ਼ਨ ਨਹੀਂ ਕਰਦੇ, ਜਿਹੜਾ ਇਹਨਾਂ ਦਾ ਕੰਸੈਪਟ ਹੈਗਾ ਵੀ ਮਾਰਕੀਟਿੰਗ ਆਪ ਕਰਨ ਦਾ, ਤਾਂ ਇਹ ਪ੍ਰੋਸੈਸਿੰਗ ਵੀ ਆਪ ਕਰਦੇ ਆ। ਅਤੇ ਉਹਦੇ ਲਈ ਇਹਨਾਂ ਨੇ ਮਤਲਬ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਵੀ ਭਾਫ ਨਾਲ ਇਹ ਉਹ ਕਰਦੇ ਨੇ, ਟਰੀਟ ਕਰਦੇ ਨੇ ਹਲਦੀ ਨੂੰ ਪਾਣੀ ਨਾਲ ਕਰਨ ਦੀ ਬਜਾਏ, ਉਹ ਤੁਹਾਨੂੰ ਦਿਖਾਉਂਦੇ ਆ। ਅਤੇ ਇਹਨਾਂ ਨੇ ਬੋਇਲਰ ਵੀ ਬਣਾਏ ਹੋਏ ਨੇ ਇੱਥੇ। ਅਤੇ ਇਹ ਬੋਇਲਰ ਦਾ ਜਿਹੜਾ ਸਿਸਟਮ ਹੈ ਜੀ, ਇਹ ਸ਼ਾਰਟ ਦੇ ਵਿੱਚ ਸਾਨੂੰ ਇਹ ਸਮਝਾਓ। ਹਾਂਜੀ। ਅਤੇ ਐਂ ਵੀ ਜਿਹੜਾ ਆਮ ਕਿਸਾਨ ਨੂੰ ਵੀ ਸਮਝ ਆ ਜਾਵੇ ਵੀ ਕਿਵੇਂ ਬਣਦਾ ਅਤੇ ਕਿਵੇਂ ਆਪਰੇਟ ਕਰਦਾ। ਇਹ ਜੀ ਇੱਕ ਮਤਲਬ ਮਿੰਨੀ ਬੋਇਲਰ ਹੈ ਜਿਹਨੂੰ ਆਪਾਂ ਬੇਬੀ ਬੋਇਲਰ ਕਹਿ ਦਿੰਦੇ ਹਾਂ। ਇਹਦੇ 'ਚ ਲੱਕੜ ਪੈਂਦੀ ਹੈ ਜੀ, ਮਤਲਬ ਇਹਨੂੰ ਵੁੱਡ ਫਾਇਰਡ ਟਾਈਪ ਆ ਜੀ। ਇਹ ਦਾ ਚੁੱਲ੍ਹਾ ਹੈਗਾ ਜੀ, ਇਹਦੇ 'ਚ ਆਪਾਂ ਮਤਲਬ ਅੱਗ ਮਚਾਉਂਦੇ ਹਾਂ ਜੀ। ਇਹਦੇ ਅੰਦਰ ਦੇਖੋ ਜੀ, ਇਹਦੇ ਅੰਦਰ ਆਪਾਂ ਅੱਗ ਮਚਾਉਂਦੇ ਹਾਂ ਜੀ। ਇਹ ਡਬਲ ਜੈਕਟ ਹੁੰਦਾ ਜੀ, ਇਹਦੇ ਵਿੱਚ ਪਾਣੀ ਹੁੰਦਾ। ਆਹ ਜਿਹੜਾ ਲੱਗਿਆ ਹੋਇਆ ਜੀ ਗਲਾਸ, ਇਹ ਆਪਾਂ ਨੂੰ ਦੱਸਦਾ ਵੀ ਇਹਦੇ 'ਚ ਕਿੰਨਾ ਪਾਣੀ ਹੈ ਜੀ। ਉੱਪਰ ਗੇਜਿਸ ਲੱਗੀਆਂ ਨੇ ਜੀ, ਜਿਹੜੀਆਂ ਆਪਾਂ ਨੂੰ ਦੱਸਦੀਆਂ ਨੇ ਪ੍ਰੈਸ਼ਰ ਕਿੰਨਾ ਹੈਗਾ ਜੀ। ਤਾਂ ਆਪਾਂ ਇਹਦੇ 'ਚ ਪਾਣੀ ਪਾ ਕੇ ਜੀ ਇਹਦੇ 'ਚ ਅੱਗ ਮਚਾਉਣੀ ਸ਼ੁਰੂ ਕਰਦੇ ਹਾਂ, ਤਾਂ ਇਹ ਸਟੀਮ ਬਣ ਕੇ ਇਹਦੇ 'ਚ ਸਟੋਰ ਹੋਣੀ ਸ਼ੁਰੂ ਹੋ ਜਾਂਦੀ ਹੈ ਜੀ। ਜਦੋਂ ਆਪਣਾ ਜਿੰਨਾ ਆਪਾਂ ਪ੍ਰੈਸ਼ਰ ਚਾਹੁੰਦੇ ਹਾਂ ਉਨਾ ਪ੍ਰੈਸ਼ਰ ਹੋ ਗਿਆ ਜੀ, ਤਾਂ ਇਹਦੇ 'ਚ ਮਤਲਬ ਇਹਦੇ 'ਚ ਹੋਰ ਕੁਛ ਨਹੀਂ, ਜਾਣੀ ਇਹ ਡੀਜ਼ਲ ਨਾਲ ਚੱਲਣ ਵਾਲੇ, ਬਿਜਲੀ ਨਾਲ ਚੱਲਣ ਵਾਲੇ ਅੱਡ ਕਿਸਮ ਦੇ ਬੋਇਲਰ ਆਉਂਦੇ ਨੇ ਜੀ। ਤਾਂ ਇਹ ਲੱਕੜ ਨਾਲ ਚੱਲਣ ਵਾਲਾ ਜੀ, ਕਿਉਂਕਿ ਲੱਕੜਾ ਮਤਲਬ ਜਿਹੜਾ ਕਿਸਾਨਾਂ ਕੋਲ ਆਮ ਮਤਲਬ ਅਵੇਲੇਬਲ ਆ, ਅਤੇ ਸਸਤੀ ਪੈਂਦੀ ਹੈ ਜੀ। ਜਿਵੇਂ ਆਹ ਬਾਲਣ ਪਿਆ ਹੈਗਾ ਜੀ, ਅਸੀਂ ਇਹਦੇ 'ਚ ਇਹ ਅਤੇ ਗਿੱਟੀ ਮਤਲਬ ਇਹ ਚੀਜ਼ਾਂ ਅਸੀਂ ਇਹਦੇ ਵਿੱਚ ਮਤਲਬ ਮਚਾਉਂਦੇ ਹੈਗੇ। ਅਤੇ ਉਦੋਂ ਬਾਅਦ ਜੀ ਇਹਦੇ ਵਿੱਚ ਜਦੋਂ ਸਟੀਮ ਬਣ ਜਾਂਦੀ ਹੈ ਜੀ, ਤਾਂ ਸਟੀਮ ਸਟੋਰ ਹੋ ਕੇ ਇਹਦੇ 'ਚ ਪ੍ਰੈਸ਼ਰ ਹੋ ਜਾਂਦਾ ਜੀ। ਤਾਂ ਉਦੋਂ ਬਾਅਦ ਆਹ ਪਾਈਪਲਾਈਨ ਰਾਹੀਂ ਇਹ ਸਟੀਮ ਇੱਧਰ ਆਉਂਦੀ ਹੈ ਜੀ। ਤਾਂ ਇਹ ਨੇ ਜਿਹੜੇ ਇਹ ਵੈਸਲ ਨੇ ਜੀ, ਮਤਲਬ ਜਿਹਨੂੰ ਆਪਾਂ ਭਾਂਡੇ ਕਹਿੰਦੇ ਆ ਜੀ। ਤਾਂ ਇਹ ਭਾਂਡਾ ਜੀ ਜਿਵੇਂ ਹੁਣ ਇਹਦੇ ਥੱਲੇ ਇੱਥੇ ਸਲਾਈਡ ਪੈ ਜਾਂਦੀ ਹੈ ਜੀ,
ਤੇ ਉਹ ਉੱਪਰੋਂ ਇਹਦੇ 'ਚ ਹਲਦੀ ਪੈ ਜਾਂਦੀ ਹੈ ਕੱਚੀ ਜੀ। ਇਹਨੂੰ ਇਹਦੇ ਵਿੱਚ ਜੀ ਇੱਕ ਪਾਈਪ ਘੁੰਮਦੀ ਆ ਜਿਹੜੀ ਇਹਨੂੰ ਮਤਲਬ ਜਿਵੇਂ ਡਿਸਟਰੀਬਿਊਸ਼ਨ ਵਾਸਤੇ ਜੀ, ਮਤਲਬ ਸਟਾਰ ਐ ਜੀ ਐ ਬਣੀ ਹੋਈ ਆ ਤੇ ਉਸ ਅੱਡ ਜਗ੍ਹਾ 'ਤੇ ਸਟੀਮ ਛੱਡਦੀ ਹੈ ਜੀ। ਤਾਂ ਇਹਨੂੰ ਆਪਾਂ ਸੀਲ ਕਰਕੇ ਜੀ ਤੇ ਇਹਨੂੰ ਆਪਾਂ ਚਲਾ ਦਿੰਦੇ ਹਾਂ ਜੀ। ਤਾਂ ਇਹ ਤਕਰੀਬਨ ਇਹਦੇ 'ਚ 3.5 ਕੁਇੰਟਲ ਹਲਦੀ ਪੈਂਦੀ ਹੈ ਜੀ ਤੇ ਇਹ ਅੱਧੇ ਘੰਟੇ 'ਚ ਉਹਨੂੰ ਤਿਆਰ ਕਰ ਦਿੰਦਾ ਜੀ। ਤੇ 3.5 ਉਹ 'ਚ ਪੈਂਦੀ 3.5 ਉਹਦੇ 'ਚ ਪੈਂਦੀ ਹੈ 7 ਕੁਇੰਟਲ ਇੱਕ ਟਾਈਮ ਤੇ ਹਾਂਜੀ। ਇਹਦੇ 'ਚ ਕੀ ਹੈ ਜੀ, ਮਤਲਬ ਬੈਚ ਚੱਲਦਾ ਜੀ। ਜਿਵੇਂ ਹੁਣ ਇਹਦੇ 'ਚ ਪਾ ਲਈ, ਇਹਦੇ 'ਚ ਸਟੀਮ ਛੱਡਤੀ ਜੀ, ਤਾਂ ਇਹ ਜਦੋਂ ਤਿਆਰ ਹੋ ਗਈ ਜੀ ਉਨੇ ਟਾਈਮ 'ਚ ਮੀਨ ਟਾਈਮ ਜਿੰਨਾ ਟਾਈਮ 'ਚ ਤਿਆਰ ਹੋ ਰਹੀ ਅੱਧੇ ਘੰਟੇ 'ਚ ਅਸੀਂ ਉਹਨੂੰ ਭਰ ਲਿਆ ਜੀ। ਉਹਨੂੰ ਭਰ ਕੇ ਇੱਧਰੋਂ ਬੰਦ ਕਰਤੀ, ਉੱਧਰ ਛੱਡਤੀ ਜੀ, ਇਹਨੂੰ ਖਾਲੀ ਕਰ ਲਿਆ, ਫਿਰ ਇਹ ਭਰ ਕੇ ਖੜਾ ਲਿਆ। ਹਾਂਜੀ, ਫਿਰ ਉੱਧਰੋਂ ਜਦੋਂ ਹੋ ਗਿਆ ਜੀ ਅੱਧੇ ਘੰਟੇ 'ਚ ਫਿਰ ਇਹਨੂੰ ਭਰ ਲਿਆ, ਮਤਲਬ ਇੱਦਾਂ ਚੱਲਦਾ ਰਹਿੰਦਾ ਜੀ। ਤਾਂ ਇਹ 2 ਭਾਂਡੇ ਬਣਾਏ ਹੋਏ ਨੇ ਜੀ ਤੇ ਇਹਦੇ ਤੇ ਸਾਰਾ 10-12 ਲੱਖ ਰੁਪਏ ਲੱਗਦਾ ਜੀ। ਇਹ ਇਕੱਲੇ ਜਿਹੜਾ ਮਤਲਬ ਸਾਰੀ ਮਸ਼ੀਨਰੀ ਤੇ ਜੀ, ਸਾਰੀ ਮਸ਼ੀਨਰੀ ਵਿੱਚ ਹੀ ਤੁਹਾਡੀ ਜਿਹੜਾ ਗ੍ਰਾਈਂਡਰ ਆ ਗਿਆ, ਗ੍ਰਾਈਂਡਰ ਆ ਗਿਆ ਜੀ, ਵਿੱਚ ਹੀ ਪਾਲਿਸ਼ਰ ਆ ਗਿਆ ਜੀ, ਤੁਸੀਂ ਕਮਰੇ ਪਾਏ। ਹਾਂਜੀ 2 ਕਮਰੇ ਪਾ ਕੇ ਜੀ ਤਾਂ ਤੁਹਾਡਾ 10-12 ਲੱਖ ਰੁਪਏ ਮਸਾ ਲੱਗਦਾ ਜੀ। ਮਤਲਬ ਇਸ ਤੋਂ ਬਾਅਦ ਉਬਾਲਣ ਤੋਂ ਬਾਅਦ ਇਹਨੂੰ ਸੁਕਾਇਆ ਜਾਂਦਾ ਹੈ। ਹਾਂਜੀ, ਸੁਕਾਉਣ ਤੋਂ ਬਾਅਦ ਫਿਰ ਇਹਨੂੰ ਮਤਲਬ ਪਾਲਿਸ਼ ਕੀਤਾ ਜਾਂਦਾ। ਹਾਂਜੀ, ਛਿੱਲੜ ਲਾ ਕੇ ਜੀ, ਛਿੱਲੜ ਲਾ ਕੇ ਜੀ ਫਿਰ ਇਹਨੂੰ ਪੀਸਿਆ ਜਾਂਦਾ ਜੀ ਤੇ ਫਿਰ ਪੀਸ ਕੇ ਪੈਕ ਕਰ ਦਿੰਦੇ। ਹਾਂਜੀ, ਪੀਸ ਕੇ ਪੈਕ ਕਰ। ਮਤਲਬ ਜਿਹੜਾ ਸਾਰਾ ਯੂਨਿਟ ਹੈ ਇਹਨਾਂ ਦਾ, ਮਤਲਬ ਇਹ ਖੇਤ ਦੇ ਇੱਕ ਤਰ੍ਹਾਂ ਦੀ ਇਹ ਮਤਲਬ ਖੇਤ 'ਚ ਹੀ ਫੈਕਟਰੀ ਲੱਗੀ ਹੋਈ ਹੈ ਛੋਟੀ ਜੀ। ਇੱਥੇ ਤੁਸੀਂ ਦੇਖ ਸਕਦੇ ਹੋ ਵੀ ਇਹਨਾਂ ਨੇ ਹਲਦੀ ਕਾਫੀ ਲਾਈ ਹੋਈ ਹੈਗੀ, 9 ਏਕੜ ਦੇ ਕਰੀਬ ਇਹਨਾਂ ਨੇ ਹਲਦੀ ਲਾਈ ਹੈ ਇੱਥੇ। ਤੇ ਇਹ ਹਲਦੀ ਜਿਹੜੀ ਹੈਗੀ ਹੈ ਮਤਲਬ ਇਹ ਵੱਟਾਂ 'ਤੇ ਹੀ ਬੀਜੀ ਜਾਂਦੀ ਹੈ। ਕਿਸਾਨ ਤਾਂ ਬਿਹਤਰ ਜਾਣਦੇ ਨੇ ਸਾਡੇ ਨਾਲ। ਤੇ ਇੱਥੋਂ ਮਤਲਬ ਇਹ ਹੈ ਵੀ ਨਾਲ ਦੀ ਨਾਲ ਹੀ ਇਹਨੂੰ ਚੱਕਣਾ, ਤਾਂ ਨਾਲ ਦੀ ਨਾਲ ਇਹਨਾਂ ਨੇ ਮਤਲਬ ਬੋਇਲਰ, ਵੱਟ ਦੇ ਨਾਲ ਹੀ ਬੋਇਲਰ ਹੈ ਤੇ ਬੋਇਲਰ 'ਚ ਪਾ ਦੇਣੀ ਹੈ। ਤੇ ਇਹ ਜਿਹੜਾ ਪ੍ਰੋਸੈਸ ਹੈ ਇਹਨਾਂ ਦਾ, ਮਤਲਬ ਜਦੋਂ ਹੀਟ ਬਣ ਗਈ, ਇਹਦੇ ਵਿੱਚ ਭਾਫ ਬਣ ਗਈ ਤਾਂ ਅੱਧੇ ਘੰਟੇ ਦਾ, ਤੇ ਅੱਧੇ ਘੰਟੇ ਦੇ ਵਿੱਚ ਜਾਣੀ ਹੈ ਜਿਹੜਾ ਇਹਦਾ ਉਬਾਲਣ ਵਾਲਾ ਪ੍ਰੋਸੈਸ ਹੈ ਇਹਨੂੰ ਭਾਫ ਨਾਲ ਉਬਾਲਿਆ ਜਾਂਦਾ, ਉਹ ਪੂਰਾ ਹੋ ਜਾਂਦਾ। ਉਸ ਤੋਂ ਬਾਅਦ ਤਿੰਦਰ ਜੀ ਉਹ ਵੀ ਦਿਖਾਓ ਸਾਨੂੰ ਜਿਹੜਾ ਤੁਸੀਂ ਪੋਲਿਸ਼ ਕਰਦੇ ਹੋ। ਤੇ ਇਹਨਾਂ ਨੇ ਮਤਲਬ ਆਹ ਜਿਹੜੀ ਬਿਲਡਿੰਗ ਆ ਜਿਹੜੀ ਤੁਸੀਂ ਮਤਲਬ ਦੇਖ ਸਕਦੇ ਹੋ, ਤੇ ਇਹ ਬਿਲਡਿੰਗ ਦੇ ਵਿੱਚ ਇੱਥੇ ਇੱਕ ਕਮਰੇ ਦੇ ਵਿੱਚ ਇਹਨਾਂ ਨੇ ਗ੍ਰਾਈਂਡਰ ਲਾਇਆ ਹੋਇਆ। ਇਹ ਸਟੋਰ ਹੈ ਜਿਹਦਾ ਸ਼ਟਰ ਬੰਦ ਹੈ, ਇਹਦੇ ਅੰਦਰ ਮਤਲਬ ਇਹਨੂੰ ਸੀਲ ਕਰਕੇ ਰੱਖੀ ਹੋਈ ਹੈ ਸੁੱਕੀ ਹੋਈ ਹਲਦੀ। ਹਾਂਜੀ, ਤੇ ਆਹ ਕਮਰਾ ਜਿਹੜਾ ਹੈਗਾ ਇਹਨਾਂ ਦੇ ਨਾਲ ਵਾਲਾ, ਇਹ ਵੀ ਸਟੋਰ ਹੈ ਜੀ। ਹੁਣ ਮਤਲਬ ਫਸਲ ਇਹਦੇ 'ਚ, ਹਾਂਜੀ ਫਸਲ ਇਹਦੇ 'ਚ ਹੀ ਹੈ ਇਕੱਲੇ 'ਚ। ਤੇ ਉਹ ਬੋਇਲਰ ਦੇ ਵਿੱਚੋਂ ਕੱਢਣ ਤੋਂ ਬਾਅਦ ਹਲਦੀ ਆਉਂਦੀ ਹੈ ਇਹਦੇ 'ਚ, ਫਿਰ ਇਹਦੇ 'ਚ ਆਉਂਦੀ ਹੈ। ਹਾਂਜੀ, ਇਹ ਤਾਂ ਜਮਾ ਹੀ ਸਿੰਪਲ ਆ ਜੀ। ਇਹ ਤਾਂ ਮਤਲਬ ਅਸੀਂ ਇੱਥੇ ਜਿਵੇਂ ਦੇਸੀ ਮਿਸਤਰੀ ਤੋਂ ਆਪਾਂ ਹੀ ਬਣਾਇਆ ਜੀ। ਇਹਦੇ 'ਚ ਕੁਝ ਨਹੀਂ ਕਰਨ ਵਾਲਾ। ਜਿਹੜਾ ਬੋਇਲਰ ਹੈਗਾ ਜੀ ਉਹ ਮਤਲਬ ਤੁਹਾਨੂੰ ਬੋਇਲਰ ਬਣਾਉਣ ਵਾਲੇ ਬੰਦੇ ਤੋਂ ਬਣਾਉਣਾ ਪਊਗਾ, ਕਿਉਂਕਿ ਉਹਦੇ 'ਚ ਸੇਫਟੀ ਇਨਵੋਲਵਡ ਆ ਜੀ। ਉਹਦੇ 'ਚ ਮੰਨ ਲਓ ਕੋਈ ਲੀਕੇਜ ਜਾਂ ਕੁਝ ਵੀ ਆ, ਉਹ ਜਾਣੀ ਤੁਹਾਡੇ ਵਾਸਤੇ ਖਤਰਾ, ਲੇਬਰ ਵਾਸਤੇ ਖਤਰਾ, ਸਾਰਿਆਂ ਵਾਸਤੇ ਖਤਰਾ ਹੈਗਾ ਜੀ। ਉਹ ਤੁਸੀਂ ਬਣਵਾਇਆ? ਹਾਂਜੀ, ਇਹ ਤਾਂ ਜਾਣੀ ਇੱਥੋਂ ਹੀ ਆਪਾਂ ਤਿਆਰ ਕਰ ਲਿਆ। ਇਹਦੇ 'ਚ ਤਾਂ ਕੁਝ ਵੀ ਨਹੀਂ ਹੈਗਾ ਜੀ। ਇਹ ਤਾਂ ਇੱਕ ਡਰਮ ਆ ਸਿਰਫ, ਇਹਦੇ ਵਿੱਚ ਕੁਝ ਨਹੀਂ ਲੱਗਿਆ ਹੋਇਆ, ਸਿਰਫ ਫੱਟੇ ਨੇ ਜੀ। ਤੇ ਇਹਦੇ ਵਿੱਚ ਜਿਵੇਂ ਹਲਦੀ ਪੈ ਗਈ ਤਾਂ ਇਹਨੇ ਟਰੈਕਟਰ ਦੀ ਪੀਟੀਓ ਦੇ ਨਾਲ ਘੁੰਮਣਾ ਸ਼ੁਰੂ ਕਰ ਦੇਣਾ ਜੀ। ਤਾਂ ਇਹਦੇ ਥੋੜ੍ਹੇ ਜਿਹੇ ਚੱਕਰ ਹੁੰਦੇ ਆ ਜੀ, ਹੌਲੀ ਹੌਲੀ ਇਹ ਐਂ ਦਾ ਚੱਲਦਾ ਰਹਿੰਦਾ ਜੀ। ਤਾਂ ਉਹ ਹਲਦੀ ਜਾਣੀ ਕੁਛ ਤਾਂ ਇਹਦੇ ਨਾਲ ਰਗੜ ਕੇ ਫੱਟਿਆਂ ਦੇ ਨਾਲ ਜੀ, ਕੁਛ ਆਪਸ 'ਚ ਮਤਲਬ ਰਗੜ ਕੇ ਉਹ ਹੌਲੀ ਹੌਲੀ ਮਤਲਬ ਉਹਦਾ ਛਿੱਲੜ ਆ ਜਿਹੜਾ ਉਤਰਦਾ ਜਾਂਦਾ ਤੇ ਉਹ ਸਾਫ਼ ਹੁੰਦੀ ਜਾਂਦੀ ਹੈ ਜੀ। ਜੇ ਛੋਟੇ ਪੱਧਰ 'ਤੇ ਜੀ ਆਪਾਂ ਮਤਲਬ ਜਿਵੇਂ ਕਹਿ ਲਓ ਥੋੜਾ ਕਰਨਾ ਹੋਵੇ ਜੀ, ਬਹੁਤ ਥੋੜਾ ਆਪਾਂ ਦੇਖਣਾ ਹੀ ਹੋਵੇ ਜੀ, ਤਾਂ ਉਹਦੇ ਵਾਸਤੇ ਤੁਸੀਂ ਥੋੜੀ ਵੀ ਕਰ ਸਕਦੇ ਹੋ। ਮਤਲਬ ਕੋਈ ਜ਼ਰੂਰੀ ਨਹੀਂ ਵੀ ਤੁਸੀਂ ਐਡਾ ਵੱਡਾ ਬੋਇਲਰ ਹੀ ਲਾਉਣਾ ਜੀ। ਤਾਂ ਜਾਣੀ ਉਹਨੂੰ ਉਬਾਲਣ ਦਾ ਜੁਗਾੜ ਆ ਜਿਹੜਾ ਤੁਸੀਂ ਸਟੀਮ ਨਾਲ ਨਹੀਂ ਮਤਲਬ ਸੰਭਵ ਹੈਗਾ ਜੀ ਉਹ, ਕਿਉਂਕਿ ਸਟੀਮ ਆ ਜਿਹੜੀ ਉਹਦੇ ਵਾਸਤੇ ਤੁਹਾਨੂੰ ਚੀਜ਼ ਬਣਾਉਣੀ ਪਊ, ਕਿਉਂਕਿ ਪ੍ਰੈਸ਼ਰ ਵਾਲਾ ਕੰਮ ਆ। ਮਤਲਬ ਉਹ ਜੇ ਆਪਾਂ ਹੁਣ ਉਹਨੂੰ ਦੇਸੀ ਜੁਗਾੜ ਕੋਈ ਲਾਉਣ ਦੀ ਕੋਸ਼ਿਸ਼ ਕਰਾਂਗੇ, ਕੱਲ੍ਹ ਨੂੰ ਫਟ ਗਿਆ ਤਾਂ ਉਹ ਮਤਲਬ ਬਹੁਤ ਵੱਡਾ ਰਿਸਕ ਹੈ ਜੀ। ਪਰ ਇਹਨੂੰ ਤੁਸੀਂ ਜਾਣੀ ਹੋਰ ਤਰੀਕਿਆਂ ਦੇ ਨਾਲ ਉਬਾਲ ਕੇ, ਜਾਂ ਜਿਵੇਂ ਜੇ ਥੋੜ੍ਹੀ ਮੰਨ ਲਓ ਕਿਸੇ ਨੇ ਮੰਨ ਲਓ ਸਪੋਜ਼ ਕਰੋ 1 ਕੁਆਂਟਲ ਕਿਸੇ ਨੇ ਕਰਕੇ ਦੇਖਣੀ ਹੈ, ਤਾਂ ਉਹ ਕੁਆਂਟਲ ਹਲਦੀ ਕੱਚੀ ਉਹਨੂੰ ਮਤਲਬ ਕੱਟ ਕੇ ਉਹਨੂੰ ਕਿਰਾਏ 'ਤੇ ਪਸਾ ਕੇ ਵੇਚ ਕੇ ਦੇਖ ਸਕਦਾ ਵੀ ਮਾਰਕੀਟਿੰਗ। ਮਤਲਬ ਇਹ ਹੈ ਵੀ ਐਂ ਨਹੀਂ ਹੈ ਵੀ 10 ਲੱਖ ਹੀ ਲਾਉਣਾ, ਜੇ ਮਤਲਬ ਕਿਸਾਨ ਨੂੰ ਬੀਜ ਦਾ ਖਰਚਾ ਕਰ ਸਕਦਾ ਹੈ। ਪਹਿਲਾ ਸਭ ਤੋਂ ਵੱਡਾ ਜੀ ਮੁੱਦਾ ਜਿਹੜਾ ਦੇਖੋ ਜੀ, ਮੇਰੇ ਕੋਲ ਬਹੁਤ ਫਾਰਮਰ ਆਉਂਦੇ ਆ ਵੀ ਕਿਵੇਂ ਕਰੀਏ ਜੀ, ਕਰ ਲਈਏ, ਕਿਉਂਕਿ ਕਈ ਲੋਕਾਂ ਨੂੰ ਇੰਟਰਸਟ ਵੀ ਹੁੰਦਾ ਜੀ। ਮੈਂ ਸਾਰਿਆਂ ਨੂੰ ਇੱਕੋ ਹੀ ਰਾਏ ਦਿੰਦਾ ਜੀ ਵੀ ਦੇਖੋ ਮਾਰਕੀਟਿੰਗ ਹੀ ਗੱਲ ਆ ਜੀ। ਤੁਸੀਂ ਨਾ ਜੇ ਵੇਚ ਸਕਦੇ ਹੋ ਜੀ, ਦੇਖੋ ਵੇਚਣ ਵਾਲੇ ਜੀ ਗੋਹਾ ਵੀ ਵੇਚੀ ਜਾਂਦੇ ਨੇ, ਮਿੱਟੀ ਵੀ ਵੇਚੀ ਜਾਂਦੇ ਨੇ, ਯਾਨੀ ਵੇਚਣਾ ਆਉਣਾ ਚਾਹੀਦਾ ਤੁਹਾਨੂੰ। ਜੇ ਤੁਸੀਂ ਵੇਚ ਸਕਦੇ ਹੋ, ਮੈਟਰ ਹੀ ਨਹੀਂ ਕਰਦਾ ਤੁਸੀਂ ਕਿਹੜੀ ਫਸਲ ਪੈਦਾ ਕਰਦੇ। ਤੁਸੀਂ ਸਰੋਂ ਲਾਓ, ਆਪਦਾ ਐਕਸਪੈਲਰ ਲਾਓ, 50,000 ਦਾ ਐਕਸਪੈਲਰ ਆ, ਤੇਲ ਕੱਢੋ, ਪੈਕ ਕਰੋ ਅਤੇ ਵੇਚੋ। ਤੁਸੀਂ ਕੁਆਲਿਟੀ ਦਿਓ, ਸਾਲ ਦੇ ਵਿੱਚ ਤੁਹਾਡੇ ਤੋਂ ਪੂਰਾ ਨਹੀਂ ਹੋਣਾ, ਇਹ ਗਰੰਟੀ ਹੈ। ਤੇ ਉਹ ਵੀ ਆਪਾਂ ਦੇਖੀਏ, ਤੁਹਾਡਾ ਗ੍ਰਾਈਂਡਰ ਵੀ ਹੈ ਨਾ? ਹਾਂਜੀ, ਕਿਵੇਂ ਆਪਰੇਟ ਕਰਦਾ ਇਹ? ਫਿਰ ਤੁਸੀਂ ਆਪ ਆਪਰੇਟ ਕਰਦੇ ਹੋ ਜਾਂ ਇਹ ਵੀ ਲੇਬਰ ਨੂੰ ਸਿਖਾਇਆ ਹੋਇਆ? ਕਦੇ ਆਪ ਵੀ ਚਲਾ ਲਈਦਾ ਜੀ, ਇਹ ਤਾਂ ਕੁਝ ਵੀ ਨਹੀਂ ਹੁੰਦਾ, ਕਿਉਂਕਿ ਇਹ ਤਾਂ ਆਮ ਜਿਹੜੀ ਹਾਂਜੀ ਆਮ ਚੱਕੀਆਂ ਵਰਗੀ ਚੱਕੀ, ਇਹ 'ਚ ਕੁਝ ਨਹੀਂ ਖਾਸ ਹੈਗਾ ਜੀ। ਉਹ ਕੰਮ ਦੇ ਹਿਸਾਬ ਨਾਲ ਹੁੰਦਾ ਜੀ ਕਿਹੋ ਜਿਹਾ ਕੰਮ ਹੈਗਾ। ਅਤੇ ਦੇਖੋ ਜੀ ਇਹ ਮਤਲਬ ਆਮ ਜਿਹੋ ਜਿਹੀਆਂ ਚੱਕੀਆਂ ਹੁੰਦੀਆਂ ਨੇ ਜੀ, ਆਮ ਕੋਈ ਵੀ ਮਤਲਬ ਉਹ ਚੱਕੀਆਂ ਵਰਗੀ ਵੀ ਚੱਕੀ ਹੈ ਜੀ। ਛੋਟਾ ਹੀ ਮਤਲਬ ਲੋੜ ਪੈਂਦੀ ਹੈ ਜੀ, ਬਾਹਲੇ ਵੱਡੇ ਦੀ ਲੋੜ ਨਹੀਂ ਹੁੰਦੀ। ਹਲਦੀ ਹੈ ਜਿਹੜੀ ਜੀ ਉਹ ਮਤਲਬ 1 ਵਾਰੀ 'ਚ ਨਹੀਂ ਨਿਕਲਦੀ ਹੁੰਦੀ, ਇਹਨੂੰ 2 ਵਾਰੀ
ਜਾਂ 3 ਵਾਰੀ ਕੱਢਣਾ ਪੈਂਦਾ ਜੀ, ਕਿਉਂਕਿ ਜਿਹੜੀ ਗੱਠੀ ਹੁੰਦੀ ਹੈ ਉਹ ਖਾਸੀ ਮੋਟੀ ਹੁੰਦੀ ਹੈ, ਤਗੜੀ ਹੁੰਦੀ ਹੈ, ਜੋ ਬਰੀਕ ਜਾਲੀ ਨਾਲ ਭੰਨ ਦਿੰਦੀ ਹੈ ਜੀ। ਪਹਿਲਾਂ ਮੋਟੀ ਜਾਲੀ ਚੋਂ ਨਿਕਲਦੀ ਹੈ ਜੀ 1 ਵਾਰੀ, 2 ਫਿਰ ਬਰੀਕ ਚੋਂ, ਫਿਰ ਉਦੋਂ ਬਰੀਕ। ਮਤਲਬ ਇਸੇ ਚੱਕੀ ਦੇ ਵਿੱਚ ਹਾਂਜੀ ਤੁਸੀਂ ਮਤਲਬ ਬਸ ਜਾਲੀ ਬਦਲੀ ਜਾਂਦੀ ਹੈ ਜਿਹੜੀ ਸਕਰੀਨ ਹੁੰਦੀ ਹੈ, ਪਹਿਲਾਂ ਮੋਟੀ ਜਾਲੀ ਨਾਲ ਕੱਢੋਗੇ, ਫਿਰ ਬਰੀਕ ਨਾਲ, ਫਿਰ ਹੋਰ ਬਰੀਕ ਨਾਲ ਜੀ, ਇੱਦਾਂ 3 ਵਾਰੀ ਪ੍ਰੋਸੈਸ ਹੁੰਦਾ। ਹਾਂਜੀ ਉਹ 3 ਵਾਰੀ ਨਿਕਲਦੀ ਹੈ ਜੀ। ਬਸ ਉਹ ਆਮ ਚੱਕੀਆਂ ਵਰਗੀ ਚੱਕੀ ਹੈ ਜੀ, ਮੋਟਰ ਲੱਗੀ ਆ। ਤੁਹਾਡੇ ਮਤਲਬ ਚੀਜ਼ ਦੇ ਕੁਛ ਪੱਲੇ ਹੈਗਾ ਜੀ, ਤੁਹਾਡੇ ਮੂੰਹ ਮਲਾਜੇ ਨੂੰ ਅਗਲਾ 1 ਵਾਰੀ ਲੈ ਲੂ, 2 ਵਾਰੀ ਲੈ ਲੂ ਜੀ, ਤੀਜੀ ਵਾਰੀ ਨਹੀਂ ਲੈਂਦਾ ਜੀ। ਤੀਜੀ ਵਾਰੀ ਤਾਂ ਲਊ ਜੀ ਉਹਨੂੰ ਚੀਜ਼ ਜਚੂਗੀ ਜੀ। ਤਾਂ ਉਹ ਜਿਹੜੀ ਕੁਆਲਿਟੀ ਹੈ ਜੀ, ਐਕਸੈਪਸ਼ਨਲ ਕੁਆਲਿਟੀ ਮਤਲਬ ਮੈਟਰ ਕਰਦੀ ਹੈ ਜੀ। ਤਾਂ ਉਹ ਕੁਆਲਿਟੀ ਹੋਈ ਹੈ ਜਿਹੜੀ ਲੋਕਾਂ ਨੂੰ ਬਰਨਾਲੇ ਤੋਂ, ਧੂਰੀ ਤੋਂ, ਮਹਿਲ ਕਲਾਂ ਤੋਂ ਜਾਣੀ ਸਾਡੇ ਕੋਲੇ ਹਲਦੀ ਲੈਣ ਲੈ ਆਉਂਦੀ ਹੈ ਜੀ। ਅਗਲਾ ਸਪੈਸ਼ਲ ਐਡੀ ਦੂਰੋਂ ਚੱਲ ਕੇ ਮਤਲਬ ਇੰਨਾ ਸਫ਼ਰ ਤੈਅ ਕਰਕੇ ਅਗਲਾ ਆਉਂਦਾ ਗਾ ਜੀ। ਨਹੀਂ ਮਤਲਬ ਅਗਲਾ ਕਹਿੰਦਾ ਵੀ ਠੀਕ ਆ, ਜਿਹੜੀ ਚੀਜ਼ ਨੇੜੇ ਮਿਲਦੀ ਹੈ ਲੈ ਲਓ। ਮਤਲਬ ਕੌਣ ਸਪੈਸ਼ਲ ਕੌਣ ਆਉਂਦਾ, ਤਾਂ ਇਹੀ ਚੀਜ਼ ਹੈ, ਬਾਹਰ 'ਚ ਤੁਹਾਡੇ ਦੁਕਾਨ ਹੁੰਦੀ ਹੈ, ਉੱਥੇ ਮਿਲ ਜਾਂਦੀ ਹੈ। ਅਗਲਾ ਜੀ ਮਤਲਬ ਕਈ ਵਾਰੀ ਅਗਲਾ ਆਉਂਦਾ ਗਾ ਜੀ, ਅਗਲਾ ਉਦੋਂ ਵੱਧ ਦਾ ਜਾਣੀ ਤੇਲ ਮਚਾ ਦਿੰਦਾ ਜੀ ਜਿੰਨੇ ਦੀ ਉਹਨੇ ਚੀਜ਼ ਲੈ ਜਾਣੀ ਹੁੰਦੀ ਹੈ ਜੀ। ਤਾਂ ਪਰ ਉਹ ਫਿਰ ਵੀ ਅਗਲਾ ਆ ਕੇ ਲੈ ਕੇ ਜਾਂਦਾ ਜੀ। ਤਾਂ ਮੇਰਾ ਮੰਨਣਾ ਵੀ ਉਹ ਕੁਆਲਿਟੀ ਤੋਂ ਬਿਨਾਂ ਸੰਭਵ ਹੀ ਨਹੀਂ ਹੈਗਾ ਜੀ। ਤੇ ਅੱਗੇ ਦੀ ਕੋਈ ਹੋਰ ਯੋਜਨਾ ਹੈਗੀ ਹੈ, ਇਹਨੂੰ ਐਕਸਟੈਂਡ ਕਰਨਾ ਹੈ ਜਾਂ ਕੁਝ ਹੋਰ ਵੀ ਨਾਲ ਐਕਸਪੈਰੀਮੈਂਟ ਕਰਨਾ ਹੈ? ਹਜੇ ਤਾਂ ਜੀ ਇਹਨੂੰ ਮਤਲਬ ਜਿਵੇਂ ਹਜੇ ਤਾਂ ਕਹਿ ਲਓ ਅਸੀਂ ਮਤਲਬ ਮੇਰਾ ਮੰਨਣਾ ਵੀ ਹਜੇ ਤਾਂ ਪਹਿਲੀਆਂ 2 ਪੌੜੀਆਂ ਹੀ ਚੜ੍ਹੇ ਆ ਜੀ। ਹਲੇ ਇਹਨੂੰ ਮਤਲਬ ਮੇਰੀ ਤਮੰਨਾ ਗਈ ਜੀ ਵੀ ਇਹਨੂੰ ਹੋਰ ਵਧਾਇਆ ਜਾਵੇ, ਤਾਂ ਇਹਦੀ ਬ੍ਰਾਂਡਿੰਗ ਅਤੇ ਨਾਲ ਹੋਰ ਬੰਦਿਆਂ ਨੂੰ ਵੀ ਕਿਸੇ ਨੂੰ ਜੋੜਿਆ ਜਾਵੇ ਜੀ, ਜਿਹੜੇ ਲਾਈਕ ਮਾਈਂਡਡ ਹੋਣ, ਜਿਹੜੇ ਕੋਈ ਫਾਰਮਿੰਗ ਕਰਨ ਹੈ ਨਾ ਜੀ। ਅਤੇ ਹੌਲੀ ਹੌਲੀ ਇਹਦਾ ਸਕੇਲ ਵਧਾ ਕੇ ਜੀ ਫਿਰ ਕਿਸੇ ਹੋਰ ਆਈਟਮ ਬਾਰੇ ਸੋਚਿਆ ਜਾਵੇ ਜੀ, ਤਾਂ ਕਿ ਇਹ ਨਾ ਹੋਵੇ ਵੀ ਆਪਣਾ ਧਿਆਨ ਹੁਣੀ ਇੰਨਾ ਵੰਡਿਆ ਜਾਵੇ ਵੀ ਆਪਣਾ ਜਿਹੜਾ ਫੋਕਸ ਆ ਉਹੀ ਨਾ ਰਹੇ ਜੀ, ਆਪਾਂ ਨੂੰ ਪਤਾ ਹੀ ਨਾ ਲੱਗੇ ਵੀ ਆਪਾਂ ਮਤਲਬ ਕਿੱਥੇ ਕਿੱਥੇ ਧਿਆਨ ਆਪਦਾ ਦੇਣਾ ਗਾ ਜੀ। ਮਤਲਬ ਫਿਰ ਉਸੇ ਗੱਲ 'ਤੇ ਆ ਜਾਣੀ ਹੈ ਜੀ ਗੱਲ ਵੀ ਦੇਖੋ ਇਕੱਲਾ ਬੰਦਾ ਕੁਛ ਨਹੀਂ ਕਰ ਸਕਦਾ ਜੀ। ਇਕੱਲਾ ਬੰਦਾ ਛੋਟਾ ਗਾ ਜੀ, ਇਕੱਠੇ ਹੋਏ ਬੰਦੇ ਹਮੇਸ਼ਾ ਵੱਡੇ ਨੇ ਜੀ। ਇਕੱਠੇ ਹੋਏ ਬੰਦੇ ਸਰਕਾਰਾਂ ਤੋਂ ਵੀ ਵੱਡੇ ਨੇ ਜੀ। ਮਤਲਬ 2 ਬੰਦੇ ਜਾਂ ਰਲ ਕੇ, ਜਿਵੇਂ ਤੁਸੀਂ ਵੀ ਹਲਦੀ ਵੀ ਲਾ ਲਈ, ਮੂੰਗੀ ਵੀ ਲਾ ਲਈ, ਕਿਸੇ ਹੋਰ ਬੰਦੇ ਨੇ ਵੀ ਲਾ ਲਈ, ਉਹਨੇ ਇਕੱਲੀ ਮੂੰਗੀ ਦੇਖ ਲਈ, ਤੁਸੀਂ ਇਕੱਲੀ ਹਲਦੀ ਦੇਖ ਲਈ। ਹਾਂਜੀ ਬਿਲਕੁਲ ਜੀ। ਦੇਖੋ ਜਦੋਂ ਇਕੱਠੇ ਹੋ ਜਾਂਦੇ ਜੀ ਅਸੀਂ, ਦੇਖੋ ਹੁਣ ਅਸੀਂ ਦਿੱਲੀ ਦੇਖੇ ਹੀ ਆ, ਲੋਕ ਇਕੱਠੇ ਹੋ ਕੇ ਉਹ ਦੇਸ਼ ਦੇ ਰਾਜੇ ਤੋਂ ਵੱਡੇ ਹੋ ਗਏ ਜੀ, ਸਰਕਾਰ ਤੋਂ ਵੱਡੇ ਹੋ ਗਏ, ਜਿਹਦੇ ਕੋਲੇ ਟੈਂਕ, ਤੋਪਾਂ, ਹਥਿਆਰ, ਜਹਾਜ਼ ਆ ਸਾਰਾ ਉਹ ਤੋਂ ਵੱਡੇ ਹੋ ਗਏ ਜੀ। ਉਹ ਕਿਉਂ ਵੱਡੇ ਹੋ ਗਏ? ਉਹ ਇਕੱਠੇ ਹੋ ਗਏ। ਕੋਈ ਇਕੱਲਾ ਬੰਦਾ ਜਾਂ 10 ਬੰਦੇ 20 ਬੰਦੇ ਕੁਛ ਨਹੀਂ ਸੀ ਕਰ ਸਕਦੇ ਜੀ। ਇਕੱਠੇ ਹੋਣ ਕਰਕੇ ਉਹ ਸਾਰਾ ਕੁਛ ਹੋਇਆ ਜੀ। ਤਾਂ ਜੇ ਇਕੱਠੇ ਹੋ ਜਾਵਾਂਗੇ ਤਾਂ ਸਾਰਾ ਕੁਛ ਹੀ ਹੋ ਜਾਊਗਾ ਜੀ, ਕੁਛ ਮਰਜ਼ੀ ਕਰ ਲਓ ਜੀ। ਅੱਛਾ, ਇੱਕ ਚੀਜ਼ ਜਿਹੜੀ ਸਭ ਤੋਂ ਇੰਪੋਰਟੈਂਟ ਹੈਗੀ ਇਹਦੇ ਵਿੱਚ, ਉਹ ਹੁੰਦੀ ਹੈਗੀ ਵੀ ਇਹਦੀ ਸੇਲ ਕਿੱਥੇ ਹੁੰਦੀ ਹੈ ਨਾ, ਮਾਰਕੀਟਿੰਗ ਤੁਸੀਂ ਕਿੱਥੇ ਕਰਦੇ ਹੋਗੇ, ਅਤੇ ਕਿੰਨੀ ਪ੍ਰੋਡਕਸ਼ਨ ਹੋ ਜਾਂਦੀ ਹੈ ਤੁਹਾਡੀ ਸਾਲ ਦੀ? ਜਦੋਂ ਜੀ ਅਸੀਂ ਸ਼ੁਰੂ ਕਰਿਆ ਸੀਗਾ ਜੀ, ਉਦੋਂ ਮਤਲਬ ਪਹਿਲੇ ਸਾਲ ਜਿਵੇਂ ਮੈਂ ਮਤਲਬ ਆਪ ਹਲਦੀ ਲੈ ਕੇ ਪੈਕ ਕਰਕੇ ਜਿਵੇਂ ਪਿੰਡਾਂ 'ਚ ਲੈ ਜਾਂਦਾ ਸੀਗਾ ਜੀ, ਗੁਰਦੁਆਰਾ ਸਾਹਿਬ ਖੜ੍ਹ ਕੇ ਆਪਾਂ ਸਪੀਕਰ 'ਚ ਬੋਲਤਾ, ਦੱਸਤਾ ਵੀ ਐਂ ਕਰਕੇ ਜੀ ਕੱਟੂ ਤੋਂ ਆਏਂਗੇ ਹਲਦੀ ਆ ਖੇਤ ਦੀ। ਅਤੇ ਪਹਿਲਾਂ ਜੀ ਮਤਲਬ ਜਿਵੇਂ ਅਸੀਂ ਸੈਂਪਲ ਦੇ ਤੌਰ 'ਤੇ ਫ੍ਰੀ ਵੀ ਲੋਕਾਂ ਨੂੰ ਬਹੁਤ ਦਿੱਤੀ ਵੀ, ਤਾਂ ਕਿ ਅਗਲੇ ਨੂੰ ਪਤਾ ਲੱਗੇ ਵੀ ਕੁਆਲਿਟੀ ਕੀ ਹੈ ਨਾ ਜੀ। ਤਾਂ ਜਦੋਂ ਸ਼ੁਰੂ ਦੇ ਵਿੱਚ ਅਸੀਂ ਜਾ ਕੇ ਵੇਚਦੇ ਹੁੰਦੇ ਸੀਗੇ ਜੀ, ਕਿਸੇ ਨੇ ਅੱਧਾ ਕਿੱਲੋ ਲੈ ਲੈਣੀ, ਮਤਲਬ ਕਿੱਲੋ ਤਾਂ ਕੋਈ ਵੀ ਲੈਂਦਾ ਸੀਗਾ ਜੀ, ਕਿਉਂਕਿ ਅਗਲੇ ਨੂੰ ਯਕੀਨ ਨਹੀਂ ਹੁੰਦਾ ਜੀ ਪਹਿਲਾਂ, ਕਿਉਂਕਿ ਕੋਈ ਇੱਦਾਂ ਫਾਰਮਰ ਵੇਚਣ ਵੀ ਨਹੀਂ ਜਾਂਦਾ ਛੇਤੀ ਵੀ, ਲੋਕ ਆਦੀ ਨਹੀਂ ਹੈਗੇ ਇਸ ਚੀਜ਼ ਦੇ ਵੀ ਫਾਰਮਰ ਖੇਤ 'ਚੋਂ ਪੈਦਾ ਕਰਕੇ ਚੀਜ਼ ਸਾਡੇ ਆ ਕੇ ਖੜ੍ਹ ਕੇ ਵੇਚੂਗਾ ਹੈ ਨਾ ਜੀ। ਅਤੇ ਪਹਿਲਾਂ ਸੀਗਾ ਜੀ ਲੋਕਾਂ 'ਚ ਥੋੜ੍ਹਾ ਜਿਹਾ ਵੀ ਪਤਾ ਨਹੀਂ ਕਿੱਦਾਂ ਦੀ ਹੋਊ ਜਾਂ ਕਿਵੇਂ ਹੋਊਗੀ ਜੀ। ਫਿਰ ਕੋਈ ਅੱਧਾ ਕਿੱਲੋ ਲੈ ਗਿਆ, ਕੋਈ ਕਿੱਲੋ ਲੈ ਗਿਆ। ਜਦੋਂ ਅਗਲੀ ਵਾਰੀ ਗਏ ਜੀ ਹੋਰ ਰਿਸਪੌਂਸ ਵੱਧ ਗਿਆ ਜੀ, ਤਾਂ ਫਿਰ ਹੌਲੀ ਹੌਲੀ ਜਾਣੀ ਜਿਹੜਾ ਰਿਸਪੌਂਸ ਆ ਉਹ ਇੰਨਾ ਹੋ ਗਿਆ ਜੀ ਵੀ ਫਿਰ ਲੋਕ ਫ਼ੋਨ ਨੰਬਰ ਲੈਣ ਲੱਗ ਗਏ ਜੀ। ਫਿਰ ਅਗਲਾ ਜੇ ਸਾਡੇ ਤੋਂ ਨਾ ਜਾਇਆ ਜਾਣਾ ਤਾਂ ਅਗਲੇ ਨੇ ਪਿੰਡ ਆ ਕੇ ਖੁਦ ਲੈ ਜਾਣੀ ਜੀ। ਅਤੇ ਫਿਰ ਹੌਲੀ ਐਂ ਵੀ ਹੋਣ ਲੱਗ ਗਿਆ ਜੀ ਵੀ ਜਿਵੇਂ ਕੋਈ ਪਿੰਡ ਦਾ ਇੱਕ ਬੰਦਾ ਉਹ ਲਵੇ ਲਾਉਣੇ ਤੇ ਉਹਨੂੰ ਕਹਿ ਦਿੰਦੇ ਵੀ ਤੂੰ ਲੈ ਆਈ, ਉਹ ਇਕੱਠੀ ਲੈ ਗਿਆ ਜੀ ਅਤੇ ਸਾਰਿਆਂ ਨੂੰ ਉਹਨੇ ਦੇ ਦਿੱਤੀ ਜੀ। ਮਤਲਬ ਇੱਦਾਂ ਚੱਲਦਾ ਰਿਹਾ ਜੀ। ਤਾਂ ਪਹਿਲਾਂ ਜਾਣੀ ਪ੍ਰਾਇਮਰੀ ਮਾਰਕੀਟਿੰਗ ਚੈਨਲ ਆਪਣਾ ਇਹੀ ਸੀ ਵੀ ਆਪਾਂ ਖੁਦ ਲੋਕਾਂ ਤੱਕ ਪਹੁੰਚ ਕਰੀਏ ਜੀ। ਤਾਂ ਜਿਵੇਂ ਜੀ ਮਤਲਬ ਆਪਣਾ ਜਿਵੇਂ ਕਹਿ ਲਓ ਜਿਵੇਂ ਟਾਈਮ ਨਿਕਲਿਆ ਉਵੇਂ ਦਾਇਰਾ ਵਧਿਆ ਜੀ। ਦਾਇਰਾ ਵਧਿਆ ਤਾਂ ਹੋਰ ਲੋਕਾਂ ਨੂੰ ਪਤਾ ਲੱਗਿਆ ਜੀ। ਤਾਂ ਇੱਦਾਂ ਕਰਦੇ ਜੀ ਫਿਰ ਹੌਲੀ ਆਪਾਂ ਨੂੰ ਬਾਹਰੋਂ ਵੀ ਮਤਲਬ ਲੋਕ ਪੁੱਛਣ ਲੱਗ ਗਏ ਜੀ ਵੀ ਅਸੀਂ ਲੈ ਕੇ ਜਾਣੀ ਹੈ ਜਾਂ ਇੱਦਾਂ। ਅਤੇ ਇੱਦਾਂ ਹੀ ਕਰਦੇ ਜੀ ਫਿਰ ਉਹ ਮਤਲਬ ਜਿਵੇਂ ਫੋਰਨ ਵੀ ਜਾਣ ਲੱਗ ਗਈ ਜੀ। ਜਿਵੇਂ ਹੁਣ ਇੱਕ ਕੈਨੇਡੀਅਨ ਕੰਪਨੀ ਹੈ ਜੀ, ਉਹ ਆਪਣੇ ਤੋਂ ਮਤਲਬ ਲੈ ਜਾਂਦੀ ਆ ਅਤੇ ਉਹ ਮਤਲਬ ਆਪਾਂ ਨੂੰ ਆਪਣਾ ਪ੍ਰਾਈਸ ਦੇ ਦਿੰਦੇ ਨੇ ਜੀ। ਉਹ ਅੱਗੇ ਮਤਲਬ ਆਪਦਾ ਜਿਵੇਂ ਵੀ ਉਹਨਾਂ ਤੋਂ ਸੇਲ ਹੁੰਦੀ ਆ ਅਤੇ ਬ੍ਰਾਂਡ ਕਰਕੇ ਉਹ ਸੇਲ ਕਰ ਲੈਂਦੇ ਨੇ ਜੀ। ਦੇਖੋ ਜਿਵੇਂ ਕੁਆਲਿਟੀ ਆ ਅਗਲਾ ਦੇਖਦਾ ਗਾ ਜੀ, ਅਗਲੇ ਨੇ ਗਾਹਾਂ ਦੱਸਿਆ। ਹੁਣ ਜਿਵੇਂ ਜੀ ਸਾਡੇ ਮਤਲਬ ਜਿਵੇਂ ਹੁਣ ਤੁਹਾਨੂੰ ਪਤਾ ਹੀ ਆਪਣੇ ਕਿੰਨੇ NRI ਨੇ ਜੀ ਜਾਂਦੇ ਨੇ, ਤਾਂ ਤਕਰੀਬਨ 5-5 4-4 ਕਿੱਲੋ ਹਰੇਕ ਆਪਦੇ ਬੈਗ 'ਚ ਪਾ ਕੇ ਲੈ ਕੇ ਜਾ ਰਿਹਾ ਜੀ ਸਾਡੇ ਕੋਲੋਂ, ਕਿਉਂਕਿ ਇੱਕ ਤਾਂ ਅਗਲੇ ਨੂੰ ਭਰੋਸਾ ਗਾ ਵੀ ਕੁਆਲਿਟੀ ਵਧੀਆ ਗੀ ਜੀ। ਫਿਰ ਪ੍ਰਾਈਸ ਡਿਫਰੈਂਸ ਬਹੁਤ ਜ਼ਿਆਦਾ ਹੈ ਜੀ। ਉਹਨਾਂ ਦੇਖੋ ਉੱਥੇ ਮਤਲਬ ਇਹੀ ਜਿਹੜੀ ਹਲਦੀ ਹੈ ਜੀ ਉਹ 2000-2500 ਰੁਪਏ ਕਿੱਲੋ ਵਿਕਦੀ ਹੈ। ਚਲੋ ਮਤਲਬ ਕਨਵਰਜਨ ਆ ਠੀਕ ਹੈ ਜੀ, ਮਤਲਬ ਉੱਥੋਂ ਦੇ ਹਿਸਾਬ ਨਾਲ ਠੀਕ ਆ, ਪਰ ਜਾਣੀ ਆਪਣੇ ਹਿਸਾਬ ਨਾਲ ਜਿਹਨੂੰ ਇੱਥੋਂ 200 'ਚ ਮਿਲ ਰਹੀ ਹੈ ਇੰਡੀਅਨ 200 ਰੁਪਏ 'ਚ ਹੈ ਨਾ ਜੀ, ਤਾਂ ਮਤਲਬ ਜਿਹਨੂੰ $3 ਦੀ ਮਿਲ ਰਹੀ ਹੈ ਜੀ ਉਹ ਉੱਥੇ ਜਾ ਕੇ $20-25 ਦੀ ਮਤਲਬ $50 ਦੀ ਲੈਂਦਾ ਗਾ ਜੀ। ਤਾਂ ਕਰਕੇ ਇੱਥੋਂ ਵੀ ਲੈ ਕੇ ਜਾ ਰਹੇ ਨੇ ਜੀ ਲੋਕ ਸਾਡੇ ਤੋਂ, ਮਤਲਬ ਅਗਲੇ ਨੇ ਸਿੱਧਾ ਕਸਟਮਰ ਵੀ ਆ ਰਿਹਾ ਤੁਹਾਡੇ ਕੋਲ, ਰਿਟੇਲਰ ਵੀ ਆ ਰਿਹਾ ਜੀ। ਹਾਂਜੀ ਬਿਲਕੁਲ। ਅਤੇ ਇਹ ਜਿਵੇਂ ਇਹਨਾਂ ਨੇ ਦੱਸਿਆ ਕਿ ਜਿਹੜੀ ਹਲਦੀ ਦੀ ਖੇਤੀ ਹੈ, ਮਤਲਬ ਜੇ ਤੁਸੀਂ ਉਹਨੂੰ ਇਸ ਤਰੀਕੇ ਨਾਲ ਕਰੋ ਕਿ ਮਾਰਕੀਟ ਚੱਲ ਕੇ ਤੁਹਾਡੇ ਖੇਤ ਆਵੇ, ਤਾਂ ਇਹ ਰਵਾਇਤੀ ਫਸਲਾਂ ਨਾਲੋਂ ਜਿਹੜੀ ਕਣਕ ਝੋਨੇ ਦੀ ਰਵਾਇਤੀ ਚੱਕਰ ਹੈ ਉਹਦੇ ਨਾਲੋਂ ਇਹ 1.5 ਤੋਂ 2 ਗੁਣਾ ਵੱਧ ਪ੍ਰੋਫਿਟ ਦਿੰਦੀ ਹੈ। ਹਾਲਾਂਕਿ ਇਹਦੇ 'ਚ
ਮਨੁੱਖੀ ਲੇਬਰ ਹੈ ਜਿਹੜੀ ਉਹ ਕਾਫੀ ਲੱਗਦੀ ਹੈ, ਪਰ ਇਹਦੇ ਬਾਵਜੂਦ ਵੀ ਉਹ ਜ਼ਿਆਦਾ ਮੁਨਾਫਾ ਜਿਹੜੀ ਉਹਦੇ ਨਾਲ ਦੇ ਸਕਦੀ ਹੈ। ਪਰ ਜੇ ਤੁਸੀਂ ਉਹਨੂੰ ਮੰਡੀ 'ਤੇ ਡਿਪੈਂਡ ਹੋ ਕੇ ਕਰੋਗੇ, ਜਿਵੇਂ ਆਪਾਂ ਦੂਸਰੀਆਂ ਫਸਲਾਂ ਸਿੱਟ ਕੇ ਆਉਂਦੇ ਹਾਂ, ਤਾਂ ਉਹ ਹੋ ਸਕਦਾ ਵੀ ਰਵਾਇਤੀ ਫਸਲਾਂ ਨਾਲੋਂ ਵੀ ਘੱਟ ਜੇ। ਅਤੇ ਤੀਸਰੀ ਗੱਲ ਜਿਹੜੀ ਇਹਨਾਂ ਨੇ ਕਹੀ ਹੈ ਕਿ ਕੋਆਪਰੇਟਿਵ ਤਰੀਕੇ ਨਾਲ ਜਿਹਨੂੰ ਕੀਤਾ ਜਾਵੇ ਤਾਂ ਇਹਦੇ 'ਚ ਹੋਰ ਬਹੁਤ ਸੰਭਾਵਨਾਵਾਂ ਨੇ ਜਿਹੜੀਆਂ ਇਹਨੂੰ ਹੋਰ ਅੱਗੇ ਲਿਜਾ ਸਕਦੀਆਂ ਨੇ, ਕਿਉਂਕਿ ਇਹ ਜਿਹੜਾ ਮਾਡਲ ਹੈਗਾ ਮਾਰਕੀਟ ਇੱਥੇ ਲੈ ਕੇ ਆਉਣ ਦਾ, ਤਾਂ ਜਦੋਂ ਹੀ ਗਾਹਕ ਦਾ ਜਿਹੜਾ ਰਸ਼ ਪੈਂਦਾ ਤਾਂ ਉਦੋਂ ਤੁਹਾਨੂੰ ਮੈਨੇਜ ਕਰਨ ਲਈ ਅਲੱਗ ਬੰਦੇ ਚਾਹੀਦੇ ਨੇ, ਮਾਰਕੀਟ ਕਰਨ ਲਈ ਅਲੱਗ ਬੰਦੇ ਚਾਹੀਦੇ ਨੇ। ਉਹ ਸਾਰੀਆਂ ਚੀਜ਼ਾਂ ਕਰਨ ਲਈ ਉਹ ਤਾਂ ਹੀ ਸੰਭਵ ਹੈ ਜੇ ਕਿਸਾਨਾਂ ਨੇ ਕਾਮਯਾਬ ਹੋਣਾ। ਤਾਂ ਜੇ ਰਲ ਕੇ ਕੁਝ ਕਿਸਾਨ ਕਰਦੇ ਨੇ ਅਤੇ ਉਹਨਾਂ ਦੀ ਗਿਣਤੀ ਜਿਵੇਂ ਜਿਵੇਂ ਵਧੀ ਜਾਊਗੀ, ਉਨੀ ਇਹਦੀ ਮਾਰਕੀਟ ਦੀਆਂ ਸੰਭਾਵਨਾਵਾਂ ਵਧੀ ਜਾਣਗੀਆਂ, ਕਿਉਂਕਿ ਇਹ ਉਹ ਚੀਜ਼ ਹੈ, ਖੇਤੀ ਦੇ ਪ੍ਰੋਡਕਟ ਉਹ ਚੀਜ਼ ਹੈ ਜਿਹਦੀ ਖਪਤ ਕਦੇ ਵੀ ਬੰਦ ਨਹੀਂ ਹੋ ਸਕਦੀ। ਜੇ ਕਿਸੇ ਕਿਸਾਨ ਵੀਰ ਨੇ ਇਹ ਸਾਰੀ ਜਾਣਕਾਰੀ ਸੁਣ ਕੇ ਉਹਨਾਂ ਨੇ ਇਸ ਕੰਮ ਦੇ ਵਿੱਚ ਆਪਣਾ ਹੱਥ ਅੱਗੇ ਵਧਾਉਣਾ ਅਤੇ ਉਹ ਕੋਈ ਜਾਣਕਾਰੀ ਲੈਣਾ ਚਾਹੁੰਦੇ ਆ, ਤਾਂ ਅਸੀਂ ਤਿੰਦਰਪਾਲ ਸਿੰਘ ਜੀ ਦਾ ਨੰਬਰ ਹੈ ਜਿਹੜਾ ਉਹ ਡਿਸਪਲੇ ਕਰ ਦੇਵਾਂਗੇ। ਜੇ ਤੁਸੀਂ ਇੰਨਾ ਜਿਵੇਂ ਇਹਨਾਂ ਨੇ ਦੱਸਿਆ ਵੀ 10 ਲੱਖ ਤੱਕ ਦਾ ਖਰਚਾ ਜਿਹੜਾ ਇਹਨਾਂ ਦਾ ਸ਼ੁਰੂਆਤ ਦੇ ਵਿੱਚ ਆਹ ਸਾਰਾ ਬੋਇਲਰ ਅਤੇ ਹੋਰ ਚੀਜ਼ਾਂ ਦੇ ਉੱਤੇ ਆਇਆ, ਅਤੇ ਉਹ ਵੀ ਇਹਨਾਂ ਨੇ ਕੋਸਟ ਕਟਿੰਗ ਕੀਤੀ ਹੈ, ਮਤਲਬ ਘਟਾਇਆ ਹੈਗਾ, ਕਿਉਂਕਿ ਇਹ ਖੁਦ ਕੁਆਲੀਫਾਈਡ ਨੇ, ਇਹਨਾਂ ਨੇ ਫਸਲ ਵਿਗਿਆਨ ਦੇ ਵਿੱਚ ਮਾਸਟਰ ਡਿਗਰੀ ਕੀਤੀ ਹੈ। ਪਰ ਇਹਨਾਂ ਦਾ ਕਹਿਣ ਦਾ ਇਹ ਵੀ ਹੈਗਾ ਕਿ ਇਹਦਾ ਮਤਲਬ ਇਹ ਨਹੀਂ ਹੈਗਾ ਤੁਸੀਂ ਛੋਟੇ ਪੱਧਰ 'ਤੇ ਨਹੀਂ ਕਰ ਸਕਦੇ। ਕਿਵੇਂ ਕਰ ਸਕਦੇ ਹੋ ਛੋਟੇ ਪੱਧਰ 'ਤੇ, ਅਤੇ ਕੀ ਚੀਜ਼ਾਂ ਤੁਹਾਨੂੰ ਜ਼ਰੂਰ ਕਰਨੀਆਂ ਪੈਣਗੀਆਂ, ਉਹ ਸਾਰੀ ਜਾਣਕਾਰੀ ਤੁਸੀਂ ਇਹਨਾਂ ਨੂੰ ਮਿਲ ਕੇ ਵੀ ਕਰ ਸਕਦੇ ਹੋ, ਜਾਂ ਕੋਈ ਇਸ ਤਰ੍ਹਾਂ ਇਹਨਾਂ ਨਾਲ ਕੋਆਪਰੇਟਿਵ ਖੇਤੀ ਕਰਨਾ ਚਾਹੁੰਦਾ, ਕੋਈ ਹੋਰ ਪ੍ਰੋਡਕਟ ਜਿਵੇਂ ਸਰੋਂ ਆ ਜਾਂ ਕੋਈ ਹੋਰ ਕਰਨੀ ਚਾਹੁੰਦਾ, ਅਤੇ ਉਹ ਰਲ ਕੇ ਮਾਰਕੀਟਿੰਗ ਵਾਲੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਨੇ। ਬਹੁਤ ਸਾਰੇ ਤਜਰਬੇ ਹੋ ਰਹੇ ਨੇ ਖੇਤੀ ਦੇ ਵਿੱਚ। ਇਹ ਜਿਹੜਾ ਤਜਰਬਾ ਹੈਗਾ ਸਫਲਤਾ ਦੇ ਨਾਲ ਤਿੰਦਰਪਾਲ ਸਿੰਘ ਜੀ ਨੇ ਕੀਤਾ ਹੈਗਾ, ਜਿਹਨੇ ਇੱਕ ਨਵਾਂ ਰਾਹ ਖੋਲ੍ਹਿਆ ਕਿਸਾਨਾਂ ਲਈ ਰਵਾਇਤੀ ਫਸਲੀ ਚੱਕਰ 'ਚੋਂ ਨਿਕਲਣ ਲਈ, ਜਿਹਨੇ ਸਾਨੂੰ ਪਾਣੀ ਦੇ ਸੰਕਟ, ਸਿਹਤ ਦੇ ਸੰਕਟ ਅਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹਦੇ 'ਚੋਂ ਦੂਰ ਕੱਢਣ ਦੀ ਇੱਕ ਆਸ ਬੰਧਾਈ ਹੈ।